ਧੰਨ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ। ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ। ਸਾਰੇ ਬੋਲਣ ਦਾ ਯਤਨ ਕਰਿਓ। ਜਦੋਂ ਰਲ ਕੇ ਪੜ੍ਹਦੇ ਹਾਂ ਤਾਂ ਫਿਰ ਇੱਕ ਫੀਲ ਬਣਦੀ ਹੈ। ਜਦੋਂ ਬੋਲਦੇ ਆ ਸਾਰੇ, ਸਤਿਗੁਰੂ ਜੀ ਦਾ ਬਚਨ ਹੈ, ਨਾਲ ਮਿਲ ਕੇ ਸਾਰੇ ਗਾਈਏ ਪਹਿਲੇ ਪਾਤਸ਼ਾਹ ਜੀ ਦਾ। ਸਿਫਤੀ ਕਹਿੰਦੇ ਜਿਵੇਂ ਕਿਸੇ ਨਾਲ ਰਿਸ਼ਤਾ ਕਾਇਮ ਕਰਨਾ ਹੁੰਦਾ ਹੈ, ਜੋੜ ਹੈ ਜਿਹੜਾ, ਜੇ ਦਰਬਾਰ ਨਾਲ ਜੋੜ ਚਾਹੁੰਦੇ ਹਾਂ, ਰੱਬ ਦੇ ਦਰਬਾਰ ਨਾਲ, ਸੱਚੇ ਦਰਬਾਰ ਨਾਲ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਉਹਦੇ ਲਈ ਇੱਕੋ ਹੀ ਤਰੀਕਾ ਹੈ ਕਿ ਸਿਫਤੀ ਜੋੜ ਬਣ ਸਕਦਾ ਹੈ। ਸਿਫਤੀ ਗੰਢ ਪਵੇ ਦਰਬਾਰ, 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 ਸਿਫਤੀ ਗੰਢ ਪਵੇ ਦਰਬਾਰ। ਨਾਨਕ ਆਖੇ ਇਹ ਵਿਚਾਰ, ਨਾਨਕ ਆਖੇ ਇਹ ਵਿਚਾਰ, ਨਾਨਕ ਆਖੇ ਇਹ ਵਿਚਾਰ,
ਵਿਚਾਰ ਨਾਨਕ ਆਖੇ ਇਹ ਵਿਚਾਰ ਜੀ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਦੰਡ ਪਵੈ ਦਰਬਾਰ ਸਿਫਤੀ ਦੰਡ ਪਵੈ ਦਰਬਾਰ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਕਹਿ ਕੰਜਨ ਟੁੱਟੇ ਸਾਰ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ 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 ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਵਾਹਿਗੁਰੂ 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 ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾ ਖਾਏ ਕਾਲਾ ਗੰਢ ਨਦੀਆਂ ਮੀਂਹ ਹੋ
ਮਿੱਠੇ ਬੋਲ ਬੇਟਾ ਗੰਢ ਬੋਲੇ ਸੱਚ ਕੋਏ ਮੁਆ ਗੰਢ ਨੇ ਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਸਿਫਤੀ ਗੰਢ ਗੰਢ ਪਵੇ ਦਰਬਾਰ ਸਿਫਤੀ 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 ਗੰਢ ਪਵੇ ਦਰਬਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਗੰਢ ਪਵੇ ਦਰਬਾਰ ਸਿਫਤੀ 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 ਗੰਢ ਪਵੇ ਦਰਬਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ 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 ਵਿਸਰ ਨਾਹੀ ਦਾਤਾਰ ਆਪਣਾ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ 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 ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਜੀ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਪੜਿਆ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਜੀ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਜੀ ਗੁਣ ਗਾਵਾਂ 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 ਦਿਨ ਰਾਤ ਨਾਨਕ ਚਾਓ ਇਹੋ ਗੁਣ ਗਾਵਾਂ
ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਬੋਲੋ ਜੀ ਗੁਣ ਗਾਵਾਂ ਦਿਨ ਰਾਤ ਨਾਨਕ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜੀ ਵਿਸਰ ਨਾਹੀ ਦਾਤਾਰ ਨਾਹੀ ਦਾਤਾਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਵਿਸਰ 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 ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਰਲ ਕੇ ਕੁਝ ਚਿਰ ਹਾਜ਼ਰੀ ਭਰ ਲਈਏ। ਜ਼ਿਆਦਾਤਰ ਇੰਟਰਨੈਟ ਦੇ ਉੱਤੇ ਸਾਰੀ ਸੰਗਤ ਜਿਹੜੀ ਹੈ ਪ੍ਰੋਗਰਾਮ ਸੁਣਦੀ ਹੈ। ਮੈਂ ਨੋਟ ਕਰਦਾ ਹੁੰਦਾ ਕਿ ਕਈ ਵਾਰੀ 6-7 ਹਜ਼ਾਰ ਲਾਈਵ ਸੁਣਦੇ ਹੁੰਦੇ ਹੈ। ਦਮਦਮਾ ਟੀਵੀ ਪੰਜਾਬ ਵਿੱਚ ਚੱਲਦਾ ਹੈ। ਉਹ ਜਦੋਂ YouTube ਚੈਨਲ 'ਤੇ ਪ੍ਰੋਗਰਾਮ ਹੁੰਦਾ ਹੈ ਤੇ ਉਹ ਆਪਣੇ ਟੀਵੀ 'ਤੇ ਚਲਾ ਦਿੰਦੇ ਆ ਫਾਸਟ ਵੇ 'ਤੇ। ਫਿਰ ਪੂਰੇ ਮਾਲਵੇ ਵਿੱਚ ਘਰ ਘਰ ਟੀਵੀ ਉੱਤੇ ਪ੍ਰੋਗਰਾਮ ਆ ਜਾਂਦਾ। ਸੋ ਕੋਸ਼ਿਸ਼ ਹੁੰਦੀ ਹੈ ਕਿ ਅੱਜ ਕੱਲ੍ਹ ਜਿਹੜਾ ਹੈ ਸੋਸ਼ਲ ਮੀਡੀਆ ਹੈ ਜਿਹੜੀ ਗੱਲ ਘਰ ਘਰ ਪਹੁੰਚ ਜਾਏ ਤੇ ਲਾਈਵ ਪ੍ਰੋਗਰਾਮ ਹੋਵੇ ਜਿਸ ਵਿੱਚ ਘਰਾਂ ਵਿੱਚ ਬੈਠ ਕੇ ਸਾਰੇ ਸੁਣ ਲੈਣ। ਇੱਥੇ ਆਪਾਂ ਚਲੋ ਬਹਾਨੇ ਨਾਲ 5 ਬੈਠ ਜਾਓ, 10 ਬੈਠ ਜਾਓ, 50 ਬੈਠ ਜਾਓ, 100 ਬੈਠ ਜਾਓ, ਪਰ ਜ਼ਿਆਦਾ ਵੱਡੀ ਗੱਲ ਹੁੰਦੀ ਜਿਹੜੇ ਘਰਾਂ 'ਚ ਬਹਿ ਕੇ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਥੋੜ੍ਹਾ ਬਹੁਤ ਸੁਣਨ ਸਮਝਣ ਨੂੰ ਮਿਲਦਾ ਰਵੇ। ਸੋ ਥੋੜ੍ਹਾ ਜਿਹਾ ਚਿਰ ਟਿਕਾ ਬਣਾ ਕੇ ਰੱਖੀਏ। ਸ਼ਾਇਦ 15 ਮਿੰਟ 15-20 ਮਿੰਟ ਹੋਰ ਵੀ ਲੱਗ ਜਾਂਦੇ। ਜਿਵੇਂ 84 ਦਾ ਗੇੜ ਪੈ ਜਾਂਦਾ ਕਹਿੰਦੇ ਨੇ, ਇਹਦਾ ਪਾਸਤੇ ਦਾ ਗੇੜ ਪੈ ਗਿਆ ਸੀ। ਥੋੜ੍ਹਾ ਜਿਹਾ ਟਾਈਮ 15 ਕੁ ਮਿੰਟ ਉੱਪਰ ਹੋ ਗਿਆ। ਪਰ ਚਲੋ ਹੁਣ ਆਓ ਆਪਾਂ ਥੋੜ੍ਹੀ ਜਿਹੀ ਜਿਹੜੀ ਗੱਲ ਕਰਦੇ ਹਾਂ, ਜਿਹੜਾ ਆਪਾਂ ਸ਼ਬਦ ਗਾ ਰਹੇ ਸੀ ਨਾ ਗੁਰੂ ਨਾਨਕ ਪਾਤਸ਼ਾਹ ਦਾ, ਉਹਦਾ ਮਤਲਬ ਹੈ ਕਿ ਦਰਬਾਰ ਨਾਲ ਗੰਢ ਪਾਉਣੀ। ਦਰਬਾਰ ਜਿਹੜਾ ਹੈ ਇਹ ਸਾਨੂੰ ਸਮਝਣਾ ਪੈਣਾ ਕਿ ਸਾਡੇ ਵਾਸਤੇ ਗੁਰਦੁਆਰਾ ਸਿੱਖਾਂ ਦਾ ਦਰਬਾਰ ਹੈ। ਅੰਡਿਆਨੇ 'ਚ ਕਿੰਨੇ ਗੁਰਦੁਆਰੇ ਬਣੇ ਹੋਏ ਹੋਣਗੇ, ਸ਼ਿਕਾਗੋ ਵਿੱਚ ਕਿੰਨੇ ਬਣੇ ਹੈ, ਮਲਵਾਕੀ 'ਚ ਬਣੇ ਹੈ, ਨਿਊਯਾਰਕ ਵਿੱਚ ਬਣੇ ਹੈ। ਇੰਡੀਆ 'ਚ ਤੇ ਅੰਤ ਹੀ ਕੋਈ ਨਹੀਂ ਨਾ ਗੁਰਦੁਆਰਿਆਂ ਦਾ। ਗੁਰਦੁਆਰਾ ਦਰਬਾਰ ਹੈ ਸਾਡੇ ਵਾਸਤੇ, ਸਿੱਖਾਂ ਵਾਸਤੇ। ਜਿਹੜੇ ਈਸਾਈ ਲੋਕ ਨੇ ਉਹਨਾਂ ਲਈ ਜਿਹੜੇ ਚਰਚ ਬਣੇ ਨੇ, ਚਰਚ ਉਹਨਾਂ ਲਈ ਦਰਬਾਰ ਹੈ। ਉਹ ਚਰਚ ਵਿੱਚ ਜਾਂਦੇ ਹੈ, ਉੱਥੇ ਹਾਜ਼ਰੀ ਭਰਦੇ ਹੈ, ਉਹ ਚਰਚ ਉਹਨਾਂ ਲਈ ਦਰਬਾਰ ਹੈ। ਹਿੰਦੂਆਂ ਦੇ ਲਈ ਮੰਦਰ ਦਰਬਾਰ ਹੈ। ਮੰਦਰ ਜਿਹੜਾ ਹੈ ਉਹ ਹਿੰਦੂਆਂ ਲਈ ਦਰਬਾਰ ਹੈ। ਇਸੇ ਤਰ੍ਹਾਂ ਮਸੀਤਾਂ ਹੁੰਦੀਆਂ ਨੇ, ਮਸੀਤਾਂ ਬਣੀਆਂ ਹੋਈਆਂ ਨੇ ਜਗ੍ਹਾ ਜਗ੍ਹਾ ਉੱਥੇ, ਉਹ ਮੁਸਲਮਾਨਾਂ ਵਾਸਤੇ ਜਿਹੜੀ ਮਸਜਿਦ ਹੈ ਉਹ ਉਹਨਾਂ ਲਈ ਦਰਬਾਰ ਹੈ। ਇੱਥੇ ਤੱਕ ਤੇ ਠੀਕ ਹੈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਸਿਫਤੀ ਗੰਢ ਪਵੈ ਦਰਬਾਰ। ਗੁਰੂ ਨਾਨਕ ਸਾਹਿਬ ਵੇਲੇ ਕਿਹੜਾ ਦਰਬਾਰ ਸੀ? ਜਿਸ ਦਰਬਾਰ ਨਾਲ ਜੁੜਨ ਦੀ ਗੱਲ ਕਰਦੇ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਐ ਕਿ ਦਰਬਾਰ ਨਾਲ ਬੰਦੇ ਦੀ ਸਾਂਝ ਬਣ ਜਾਂਦੀ ਹੈ। ਜੇ ਬੰਦਾ ਸਿਫਤ ਕਰੇ ਤੇ ਉਹ ਫਿਰ ਦਰਬਾਰ ਕਿਹੜਾ ਹੋਇਆ? ਗੁਰੂ ਨਾਨਕ ਸਾਹਿਬ ਵੇਲੇ ਤੇ ਕੋਈ ਦਰਬਾਰ ਹੈ ਹੀ ਨਹੀਂ ਸੀ। ਸਿੱਖਾਂ ਦਾ ਦਰਬਾਰ ਤੇ ਕੋਈ ਨਹੀਂ ਸੀ ਬਣਿਆ। ਬਾਕੀ ਦੇ ਸਾਰੇ ਦਰਬਾਰ ਜਿਹੜੇ ਆ ਬਾਅਦ ਚ ਬਣੇ ਆ। ਕਿਹੜੇ ਦਰਬਾਰ ਦੀ ਗੱਲ ਕਰਦੇ ਆ?
ਹੁਣ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਸਿੱਖਾਂ ਦੇ ਦਰਬਾਰ ਹਨ। ਸਿੱਖ ਆਪਾਂ ਗੁਰਦੁਆਰੇ ਨੂੰ ਦਰਬਾਰ ਮੰਨਦੇ ਹਾਂ, ਕੋਈ ਮਸਜਿਦ ਨੂੰ ਦਰਬਾਰ ਮੰਨਦਾ ਹੈ, ਕੋਈ ਮੰਦਿਰ ਨੂੰ ਦਰਬਾਰ ਮੰਨਦਾ ਹੈ, ਪਰ ਇੱਕ ਦਰਬਾਰ ਹੈ ਜਿਹੜਾ ਸਾਰਿਆਂ ਦਾ ਸਾਂਝਾ ਹੈ, ਜਿਹੜਾ ਸਾਰਿਆਂ ਦਾ ਹੈ। ਉਹ ਦਰਬਾਰ ਕਿਹੜਾ ਹੈ? ਜਿਸ ਦਰਬਾਰ ਵਿੱਚ ਆਪਾਂ ਸਾਰੇ ਰਹਿੰਦੇ ਹਾਂ। ਵੱਡਾ ਤੇਰਾ ਦਰਬਾਰ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛਤ। ਕਹਿੰਦੇ ਵੱਡਾ ਤੇਰਾ ਦਰਬਾਰ, ਉਹ ਦਰਬਾਰ ਜਿਹੜਾ 100 ਆਪਾਂ ਕਹਿੰਦੇ 100 ਬਾਈ ਇਹ ਸਾਡਾ ਦਰਬਾਰ 80 ਦਾ, ਇੰਨੇ ਬਾਈ ਇੰਨੇ ਦਾ। ਇਹ ਕਿੱਡਾ ਵੱਡਾ ਦਰਬਾਰ ਹੈ ਜੀ, ਇਹ 200 ਬਾਈ 200 ਦਾ ਬਣਿਆ, ਇਹ ਇੰਨੇ ਸਕੁਅਰ ਫਿੱਟ 'ਚ ਬਣਿਆ। ਉਹ ਸਾਡੇ ਜਿਹੜੇ ਦਰਬਾਰ ਨੇ, ਸਾਡੇ ਕੌਮੀ ਦਰਬਾਰ ਆਪਾਂ ਸ਼ਬਦ ਜੇ ਵਰਤੀਏ, ਉਹ ਸਾਡੇ ਕੌਮੀ ਦਰਬਾਰ ਹੋ ਸਕਦੇ ਹੈ। ਸਾਡੀ ਕੌਮ ਵੱਲੋਂ ਬਣਾਏ ਹੋਏ ਦਰਬਾਰ, ਮੁਸਲਮਾਨਾਂ ਦੇ ਉਹਨਾਂ ਦੀ ਕੌਮ ਵੱਲੋਂ ਬਣਾਏ ਦਰਬਾਰ, ਹਿੰਦੂ ਕੌਮ ਵੱਲੋਂ ਬਣਾਏ ਦਰਬਾਰ, ਇੱਕ ਮਜ਼ਹਬ ਦਾ ਬਣਾਇਆ ਦਰਬਾਰ। ਪਰ ਇੱਕ ਦਰਬਾਰ ਉਹ ਹੈ ਜਿਹੜੇ ਤੁਸੀਂ ਗਿਣ ਨਹੀਂ ਸਕਦੇ ਵੀ ਕਿੰਨੇ ਸਕੁਅਰ ਫਿੱਟ ਵਿੱਚ ਹੈ, ਇਹ ਕਿੱਡਾ ਵੱਡਾ ਹੈ। ਉਹ ਹੈ ਵੱਡਾ ਤੇਰਾ ਦਰਬਾਰ, ਉਹ ਹੈ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਦਰਬਾਰ। ਜਿਸ ਦਰਬਾਰ ਵਿੱਚ ਅਸੀਂ ਜੰਮੇ ਹਾਂ, ਜਿਸ ਦਰਬਾਰ ਵਿੱਚ ਅਸੀਂ ਸਾਰੇ ਰਹਿੰਦੇ ਹਾਂ, ਤੇ ਜਿਸ ਦਰਬਾਰ ਦੇ ਵਿੱਚ ਸਾਡਾ ਖਾਤਮਾ ਹੋ ਜਾਣਾ ਹੈ, ਉਹ ਯੂਨੀਵਰਸਲ ਦਰਬਾਰ, ਸਾਰਿਆਂ ਦਾ ਜਿਹੜਾ ਯੂਨੀਵਰਸ ਕਹਿ ਲਈਏ, ਸਾਂਝਾ ਦਰਬਾਰ ਹੈ, ਜਿਹੜਾ ਜਿਹਨੂੰ ਸਾਰੇ ਦਰਬਾਰ ਮੰਨਣਗੇ। ਕੁਛ ਦਰਬਾਰਾਂ ਨੂੰ ਕੋਈ ਮੰਨਦਾ ਹੈ, ਕੁਛ ਦਰਬਾਰਾਂ ਨੂੰ ਕੋਈ ਮੰਨਦਾ ਹੈ। ਅਸੀਂ ਦੂਜੇ ਦੇ ਦਰਬਾਰ 'ਚ ਨਹੀਂ ਜਾਂਦੇ, ਦੂਜਾ ਸਾਡੇ ਦਰਬਾਰ 'ਚ ਨਹੀਂ ਆਉਂਦਾ। ਆਪਣੇ ਆਪਣੇ ਦਰਬਾਰ ਹੈ। ਪਰ ਜਿਹੜਾ ਕੁਦਰਤ ਦਾ ਦਰਬਾਰ ਹੈ, ਜਿਹੜਾ ਆਹ ਸਾਰਾ ਦਰਬਾਰ ਹੈ, ਇਹ ਸਾਰਿਆਂ ਦਾ ਸਾਂਝਾ ਦਰਬਾਰ ਹੈ। ਜਿਸ ਦਰਬਾਰ ਨਾਲ ਸਾਂਝ ਬਣਾਉਣੀ ਹੈ, ਗੁਰੂ ਨਾਨਕ ਸਾਹਿਬ ਵੇਲੇ ਤੇ ਦਰਬਾਰ ਹੈ ਹੀ ਨਹੀਂ ਸੀ ਕੋਈ। ਇਹ ਦਰਬਾਰ ਹੀ ਆ ਜਿਹਦੇ ਨਾਲ ਅਸੀਂ ਜਿਹੜਾ ਸਾਰਾ ਕੁਦਰਤ ਦਾ ਫੈਲਿਆ ਹੋਇਆ, ਰੱਬ ਦਾ ਪਸਾਰਾ, ਕੁਦਰਤ ਦਾ ਪਸਾਰਾ ਹੈ, ਇਸ ਦਰਬਾਰ ਦੇ ਨਾਲ ਅਸੀਂ ਸਾਂਝ ਬਣਾਉਣੀ ਹੈ। ਜਿਸ ਕਰਕੇ ਹੁਣ ਵੇਖੋ, ਇੱਕ ਦਰਬਾਰ ਮੈਂ ਬਣਾਇਆ, ਆਪਣੇ ਮਾਈਂਡ ਵਿੱਚ ਸੋਚੋ ਵੀ ਅਸੀਂ 10 ਜਣਿਆਂ ਨੇ ਰਲ ਕੇ ਇੱਕ ਗੁਰਦੁਆਰਾ ਬਣਾ ਲਿਆ, ਠੀਕ ਹੈ। ਆਪਾਂ ਇੱਥੇ ਮੰਨ ਲਓ 10 ਫੈਮਲੀਆਂ, ਤੇ ਮੈਂ ਇੱਥੇ ਆਇਆ ਤੇ ਮੈਂ ਕਹਾਂ ਵੀ ਆਪਾਂ ਇੱਕ ਦਰਬਾਰ ਬਣਾਈਏ, ਠੀਕ ਹੈ। ਹੁਣ ਮੈਂ ਕੀ ਕੀਤਾ, ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਵੀ ਲਓ ਬਈ ਸਾਰੇ ਜਣੇ 25-25 ਹਜ਼ਾਰ ਪਾਓ। 8 ਫੈਮਲੀਆਂ ਨੇ, ਕਿੰਨਾ ਬਣ ਗਿਆ? 2 ਲੱਖ ਬਣ ਗਿਆ। 10 ਫੈਮਲੀਆਂ ਹੋਈਆਂ, 2.5 ਲੱਖ ਹੋ ਗਿਆ। 2.5 ਲੱਖ ਡਾਊਨ ਪੇਮੈਂਟ ਦੇ ਦਿਓ ਤੇ 2,500 ਕਿਸ਼ਤ ਕਰ ਲਓ, ਠੀਕ ਹੈ। ਤੇ ਕਿੱਡਾ ਕੁ ਬਣ ਸਕਦਾ? ਜਿੱਡਾ ਕੁ ਘਰ ਹੁੰਦਾ ਐਡਾ ਕੁ ਤੇ ਬਣ ਹੀ ਜਾਊ ਨਾ। ਜੇ ਆਪਾਂ 5-6 ਲੱਖ ਦਾ ਵੀ ਖਰੀਦੀਏ, 2 ਘਰਾਂ ਜਿੱਡਾ ਬਣ ਜਾਏਗਾ। ਇੱਥੇ ਤੇ ਠੀਕ ਹੈ, ਰੇਟ ਵੀ ਠੀਕ ਹੀ ਹੈ। ਹੁਣ ਮੰਨ ਲਓ ਵੀ ਆਪਾਂ ਰਲ ਕੇ 10 ਪਰਿਵਾਰਾਂ ਨੇ ਦਰਬਾਰ ਬਣਾ ਲਿਆ, ਠੀਕ ਹੈ। ਉਹਦੇ 'ਚ ਜਦੋਂ ਜਾਵਾਂਗੇ, ਆਪੇ ਦਰਬਾਰ ਬਣਾਇਆ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਸਾਨੂੰ ਬੜੀ ਸ਼ਾਂਤੀ ਮਿਲਦੀ ਹੈ। ਅਸੀਂ ਜਾਂਦੇ ਹਾਂ, ਸਾਨੂੰ ਠੰਡ ਪੈਂਦੀ ਹੈ। ਤੇ ਇਹ ਉਸ ਜਗ੍ਹਾ ਨਾਲ, ਜਿਹੜੀ ਜਗ੍ਹਾ ਅਸੀਂ ਬਣਾਈ ਹੈ, ਜਿਹੜੀ ਥਾਂ ਅਸੀਂ ਬਣਾਈ ਹੈ, ਜਿਹੜੀ ਜਗ੍ਹਾ ਅਸੀਂ ਖਰੀਦੀ ਹੈ, ਉਹਦੇ ਨਾਲ ਸਾਡਾ ਰਿਸ਼ਤਾ ਬਣ ਗਿਆ, ਉਹਦੇ ਨਾਲ ਸਾਡਾ ਕਨੈਕਸ਼ਨ ਬਣ ਗਿਆ, ਉਹਦੇ ਨਾਲ ਸਾਡਾ ਜੋੜ ਬਣ ਗਿਆ। ਤੇ ਜਦੋਂ ਅਸੀਂ ਉੱਥੇ ਜਾਵਾਂਗੇ, ਸਾਨੂੰ ਸ਼ਾਂਤੀ ਮਿਲੇਗੀ, ਸਾਨੂੰ ਚੰਗਾ ਲੱਗੇਗਾ ਵੀ ਬੜਾ ਚੰਗਾ ਲੱਗਾ ਹੈ। ਹੁਣ ਮੈਂ ਕਹਿਣਾ ਇਹ ਚਾਹੁੰਦਾ, ਜਿਹੜਾ ਆਲਰੇਡੀ ਬਣਿਆ ਹੋਇਆ ਦਰਬਾਰ ਹੈ ਆ ਕੁਦਰਤ ਦਾ, ਜੇ ਬੰਦਾ ਇਹਦੇ ਨਾਲ ਸਾਂਝ ਬਣਾ ਲੇ, ਐਤਵਾਰ ਦਰਬਾਰ ਜਾਏਗਾ, ਖੁਸ਼ ਹੋਏਗਾ, ਮਨ ਸ਼ਾਂਤ ਹੋਏਗਾ। ਸ਼ਨੀਵਾਰ ਜਾਏਗਾ, ਖੁਸ਼ ਹੋਏਗਾ। ਪਰ ਜੇ ਉਹਨੇ ਹਰ ਵੇਲੇ ਆਨੰਦ 'ਚ ਰਹਿਣਾ, ਫਿਰ ਕੀ ਕਰੇ? ਫਿਰ ਪੱਕਾ ਗੁਰਦੁਆਰੇ ਜਾ ਕੇ ਰਵੇ, ਦਰਬਾਰ 'ਚ ਤੇ ਪੱਕਾ ਹੀ ਰਹਿਣਾ ਪਏਗਾ ਨਾ। ਫਿਰ ਜੇ ਸ਼ਾਂਤੀ ਮਿਲਦੀ ਹੈ ਤੇ ਸ਼ਾਂਤੀ ਹਫ਼ਤੇ ਬਾਅਦ ਮਿਲਣੀ ਹੈ, ਕਿਉਂਕਿ ਟਾਈਮ ਵੀ ਥੋੜ੍ਹਾ ਹੋਣਾ ਹੈ, ਸਮਾਂ ਘੱਟ ਹੋਣਾ ਹੈ। ਫਿਰ ਜਿਹੜਾ ਪਾਤਸ਼ਾਹ ਨੇ ਦਰਬਾਰ ਦੱਸਿਆ, ਜਿਹੜਾ ਗੁਰੂ ਨਾਨਕ ਨੇ ਦਰਬਾਰ ਦੱਸਿਆ, ਜਾਂ ਮੈਂ ਇਹ ਸ਼ਬਦ ਵੀ ਵਰਤਾਂ ਵੀ ਸਾਨੂੰ ਆ ਜਿਹੜੇ ਸਾਡੇ ਕੌਮੀ ਦਰਬਾਰ ਨੇ,
ਉਹ ਸਾਰੇ ਦਰਬਾਰਾਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹ ਗੁਰੂ ਸਾਹਿਬ ਜੀ ਸਾਨੂੰ ਜਿੰਨੇ ਦਰਬਾਰ ਨੇ, ਦਰਬਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਏ ਹੈ, ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਵੱਡੇ ਦਰਬਾਰ ਨਾਲ ਜੋੜਦੇ ਹੈ। ਉਸ ਦਰਬਾਰ ਨਾਲ ਜੁੜ ਜਾ ਜਿਹੜਾ ਹਰ ਥਾਂ ਤੇ ਹੀ ਹੈ। ਬਸ ਤੂੰ ਨਾ ਫੀਲ ਕਰੀ ਦਰਬਾਰ 'ਚ ਪਹੁੰਚ ਗਿਆ, ਮਾੜਾ ਜਿਹਾ ਹਾਜ਼ਰ ਹੋ ਜੀ। ਹੈਗਾ ਤੇ ਦਰਬਾਰ ਦੇ ਵਿੱਚ ਹੀ ਹੈ, ਤੈਨੂੰ ਪਤਾ ਹੀ ਨਹੀਂ ਸੀ, ਮਹਿਸੂਸ ਹੀ ਨਹੀਂ ਹੋਇਆ। ਬਸ ਜਦੋਂ ਮਾਈਂਡ ਕਰਕੇ ਮਨ ਦੇ ਤਲ ਤੇ ਵੇਖੇਗਾ, ਆਹਾ ਜਿਵੇਂ ਵੇਖੋ ਆਪਾਂ ਸੁੱਤੇ ਪਏ ਆ, ਇੰਡੀਆ ਤੋਂ ਆਏ ਹੋ, ਸੁਪਨੇ ਇੰਡੀਆ ਦੇ ਆਉਂਦੇ ਨਹੀਂ ਕਈ ਵਾਰੀ, ਜਿਹੜੇ ਇੰਡੀਆ ਤੋਂ ਆਏ ਹੋ। ਰਾਤ ਨੂੰ ਸੁੱਤਿਆਂ ਪਿਆ ਕਿੱਥੇ ਫਿਰਦਾ ਸੀ? ਮੈਂ ਤੇ ਇੰਡੀਆ 'ਚ ਫਿਰਦਾ ਸੀ, ਮੈਂ ਤੇ ਘਰ ਫਿਰਦਾ ਸੀ, ਮੈਂ ਤੇ ਪਿੰਡ ਫਿਰਦਾ ਸੀ, ਮੈਂ ਤੇ ਦੋਸਤਾਂ ਨਾਲ ਫਿਰਦਾ ਸੀ। ਪਰ ਕਿਸੇ ਨੇ ਜਗਾਇਆ, ਇੱਕਦਮ ਅੱਖ ਖੁੱਲੀ, ਆਹਾ ਮੈਂ ਤੇ ਅਮਰੀਕਾ 'ਚ ਸੀ। ਇੱਕਦਮ ਪਤਾ ਲੱਗਿਆ। ਗੁਰੂ ਸਾਹਿਬ ਇੱਦਾਂ ਕਹਿੰਦੇ ਆ ਵੀ ਦਰਬਾਰ ਤੇ ਪਹਿਲਾਂ ਹੀ ਹੈ, ਬਣਿਆ ਬਣਾਇਆ, ਤੂੰ ਦਰਬਾਰ ਦੇ ਵਿੱਚ ਹੀ ਹੈ। ਮਾੜਾ ਜਿਹਾ ਅੱਖ ਖੋਲ ਲੈ, ਸਾਰੇ ਪਾਸੇ ਦਰਬਾਰ ਹੀ ਦਰਬਾਰ ਨਜ਼ਰ ਆਉਣਾ ਹੈ। ਤੇ ਕਰਾਮਾਤਾਂ ਜਿੰਨੀਆਂ ਮਰਜ਼ੀ ਵੇਖ ਲੈ, ਚਿੜੀਆਂ ਦਾ ਉੱਡਣਾ ਵੀ ਕਰਾਮਾਤਾਂ ਤੋਂ ਘੱਟ ਨਹੀਂ, ਪੰਛੀਆਂ ਦਾ ਉੱਡਣਾ ਕਰਾਮਾਤਾਂ ਤੋਂ ਘੱਟ ਨਹੀਂ, ਬੰਦੇ ਦੇ ਦਿਲ ਦਾ ਧੜਕਣਾ ਕਰਾਮਾਤ ਤੋਂ ਘੱਟ ਨਹੀਂ। ਸਾਡਾ ਅੱਖਾਂ ਦੇ ਕੈਮਰੇ ਜਿਹੜੇ ਆ ਜਿੱਦਾਂ ਰੰਗ ਵੇਖਦੇ ਆ, ਕਰਾਮਾਤਾਂ ਤੋਂ ਘੱਟ ਨਹੀਂ। ਕਿਸੇ ਮਾਂ ਦੇ ਢਿੱਡ ਦੇ ਵਿੱਚ ਬਲੱਡ ਇੱਕ ਹੋਰ ਧੜਕ ਰਿਹਾ, ਬੱਚਾ ਪੇਟ ਦੇ ਵਿੱਚ ਹੈ, ਤੇ ਕਈ ਵਾਰੀ ਉਹ ਬੱਚੇ ਦਾ ਬਲੱਡ ਗਰੁੱਪ ਹੋਰ ਹੁੰਦਾ ਤੇ ਮਾਂ ਦਾ ਬਲੱਡ ਗਰੁੱਪ ਹੋਰ ਹੁੰਦਾ, ਅਲੱਗ-ਅਲੱਗ ਬਲੱਡ ਗਰੁੱਪ ਹੁੰਦਾ। ਇਹ ਕਰਾਮਾਤ ਤੋਂ ਘੱਟ ਨਹੀਂ। ਹਾਜ਼ਰ ਹੋ ਕੇ ਵੇਖੀ, ਤੂੰ ਕਰਾਮਾਤਾਂ ਚਾਹੁੰਦਾ ਹੈ, ਕਰਾਮਾਤਾਂ ਹੀ ਕਰਾਮਾਤਾਂ ਵਰਤ ਰਹੀਆਂ ਨੇ। ਮੂੰਹ ਹੀ ਅੱਡਿਆ ਰਹਿ ਜਾਏਗਾ ਤੇਰਾ, ਹਰ ਵੇਲੇ ਹੀ ਵੇਖ ਕੇ ਵੀ ਆ ਵੀ ਬੜਾ ਨਜ਼ਾਰਾ ਹੈ, ਆ ਵੀ ਬੜਾ ਨਜ਼ਾਰਾ ਹੈ, ਆ ਵੀ ਬੜਾ ਨਜ਼ਾਰਾ ਹੈ। ਗੁਰੂ ਸਾਹਿਬ ਨੇ, ਗੁਰਬਾਣੀ ਨੇ ਸਾਨੂੰ ਉਸ ਦਰਬਾਰ ਨਾਲ ਜੋੜਿਆ ਜਿੱਥੇ ਸਦਾ ਹੀ ਫੀਲਿੰਗ ਬਣੀ ਰਵੇ, ਨਾ ਦਰਬਾਰ ਚੋਂ ਨਿਕਲੀਏ ਤੇ ਨਾ ਰਸ ਖਤਮ ਹੋਵੇ। ਵੀਕਐਂਡ ਦਾ ਨਹੀਂ, ਸਦਾ ਦਾ ਦਰਬਾਰ। ਮਾੜਾ ਜਿਹਾ ਹਾਜ਼ਰ ਹੋਏ, ਬੱਲੇ ਬੱਲੇ ਕਿਵੇਂ ਚੱਲ ਰਿਹਾ ਸਾਰਾ ਕੁਝ। ਬਾੜਾ ਜਿਹਾ ਨਿਗਾਹ ਬਾਹਰ ਨੂੰ ਘੁਮਾ ਲਓ, ਤਾਰਿਆਂ ਵੱਲ ਨਿਗਾਹ ਲੈ ਜਾਓ, ਚੰਦਰਮਾ ਵੱਲ ਲੈ ਜਾਓ, ਉੜਦਿਆਂ ਬੱਦਲਾਂ ਵੱਲ ਲੈ ਜਾਓ। ਇੱਕ ਇੱਕ ਚੀਜ਼ ਨੂੰ ਵੇਖੋ, ਪੱਤਿਆਂ ਨੂੰ ਵੇਖ ਲਓ, ਇੱਕ ਇੱਕ ਚੀਜ਼ ਨਿਕਲਦੀ, ਕਰੂੰਬਲਾਂ ਫੁੱਟਦੀਆਂ, ਇੱਥੇ ਸਨੋ ਪੈਂਦੀ ਨੂੰ ਵੇਖੋ। ਇੱਕ ਇੱਕ ਚੀਜ਼ ਕਰਾਮਾਤ ਤੋਂ ਘੱਟ ਨਹੀਂ। ਮਤਲਬ ਗੁਰੂ ਸਾਹਿਬ ਨੇ ਐਸੀ ਖੇਡ ਵਰਤਾਈ ਕਿ ਅਸੀਂ ਇੱਕਦਮ ਮਾੜਾ ਜਿਹਾ ਨਿਗਾਹ ਮਾਰੀਏ, ਜਾਗੀਏ ਸਹੀ ਮਾੜਾ ਜਿਹਾ, ਕੋਈ ਹਲੂਣਾ ਦੇ ਕੇ ਜਗਾਵੇ। ਅਸੀਂ ਦਰਬਾਰ ਲੱਭਦੇ ਫਿਰਦੇ ਸੀ, ਸਾਨੂੰ ਪਾਤਸ਼ਾਹ ਕਹਿੰਦੇ ਸਦਾ ਹੀ ਦਰਬਾਰ 'ਚ ਰਹਿ, ਤੇਰੀ ਫੀਲ ਬਣੀ ਰਵੇ। ਤੈਨੂੰ ਘੰਟੇ ਦਾ ਸਵਾਦ ਕਿਉਂ ਆਵੇ, ਤੇਰੀ ਸਾਰੀ ਜ਼ਿੰਦਗੀ ਸਵਾਦ ਦਈਏ ਤੈਨੂੰ ਮਹੀਨੇ ਬਾਅਦ ਸਵਾਦ ਕਿਉਂ ਆਵੇ, ਤੈਨੂੰ ਸਾਲ ਬਾਅਦ ਦਰਬਾਰ 'ਚ ਜਾਵੇਂ ਤੇ ਸਵਾਦ ਆਵੇ। ਮੈਂ ਤਾਂ ਕਹਿਣਾ ਚਾਹੁੰਦਾ, ਸਾਡੇ ਕੌਮੀ ਦਰਬਾਰਾਂ ਨਾਲ ਜੁੜਨ ਵਾਲਿਓ, ਉਹਨਾਂ ਦਰਬਾਰਾਂ 'ਚੋਂ ਸਿੱਖਿਆ ਲੈ ਕੇ ਵੱਡੇ ਦਰਬਾਰ ਨਾਲ ਜੁੜਨਾ ਹੈ। ਕੌਮੀ ਦਰਬਾਰ ਤੇ ਕੋਈ ਕਿਸੇ ਦਾ, ਕੋਈ ਕਿਸੇ ਦਾ, ਮਜ਼ਹਬ ਦਾ ਦਰਬਾਰ ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਪ੍ਰਾਪਰਟੀ ਕਿਸੇ ਦੀ, ਕੋਈ ਕਿਸੇ ਦੀ, ਕੋਈ ਕਮੇਟੀ ਉਹਨੂੰ ਨਹੀਂ ਵੜਨ ਦਿੰਦੀ, ਕੋਈ ਕਮੇਟੀ ਉਹਨੂੰ ਨਹੀਂ ਵੜਨ ਦਿੰਦੀ। ਇੱਥੇ ਸਾਰੀਆਂ ਚੀਜ਼ਾਂ 'ਚ ਵੰਡੀਆਂ ਨੇ, ਵਰਨਾਂ ਦੇ ਅਲੱਗ-ਅਲੱਗ ਵੰਡੀਆਂ, ਜਾਤਾਂ ਦੇ ਅਲੱਗ-ਅਲੱਗ ਦਰਬਾਰ ਬਣ ਗਏ ਹੈ, ਕੌਮਾਂ ਦੇ ਅਲੱਗ-ਅਲੱਗ ਦਰਬਾਰ ਬਣ ਗਏ ਹੈ। ਪਰ ਕੌਮਾਂ ਦੇ ਦਰਬਾਰਾਂ ਵਿੱਚ ਜਾਣ ਵਾਲਿਆ, ਮਜ਼ਹਬਾਂ ਦੇ ਦਰਬਾਰਾਂ ਵਿੱਚ ਜਾਣ ਵਾਲਿਆ, ਵੱਧਦਾ 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 ਰੱਬੀ ਦਰਬਾਰ ਵਿੱਚ ਜਾ, ਵੱਡਾ ਦਰਬਾਰ। ਉਹ ਦਰਬਾਰ ਕਿਹੜਾ? ਉਹ ਸਾਰੇ ਪਾਸੇ ਹੀ ਹੈਗਾ। ਮਤਲਬ ਇਹਦਾ ਅਰਥ ਇਹ ਨਾ ਕੱਢ ਲੈਣਾ, ਮੈਂ ਇਹ ਕਹਿ ਰਿਹਾ ਵੀ ਗੁਰਦੁਆਰੇ ਨਾ ਜਾਓ, ਇਹ ਨਹੀਂ ਨਾ ਕਹਿ ਰਿਹਾ। ਮੈਂ ਕਹਿ ਰਿਹਾ ਉਹ ਦਰਬਾਰ ਨੇ ਸਿਖਾਇਆ ਵੱਡੇ ਦਰਬਾਰ ਨਾਲ ਜੁੜਨਾ। ਸਕੂਲ ਸਾਨੂੰ ਕੀ ਸਿਖਾਉਂਦਾ ਹੈ? ਵਰਲਡ ਦੀ ਐਜੂਕੇਸ਼ਨ। ਹੁਣ ਮੰਨ ਲਓ ਤੁਹਾਨੂੰ ਜਿਹੜਾ ਇੰਗਲਿਸ਼ ਪੜ੍ਹਾਈ ਹੈ, ਜਿਹੜੀ ਤੁਸੀਂ ਪੜ੍ਹ ਕੇ ਆਏ ਹੈ ਸਾਡੇ ਸਕੂਲਾਂ 'ਚ, ਇੰਡੀਆ 'ਚ, ਉਹ ਇੰਗਲਿਸ਼ ਪੜ੍ਹਾਈ ਸੀ ਕਿ ਤਾਂ ਜੋ ਤੂੰ ਸਾਰੀ ਦੁਨੀਆ ਦੇ ਵਿੱਚ ਲਿਖੇ ਹੋਏ ਇੰਗਲਿਸ਼ ਵਿੱਚ ਕਿਤਾਬਾਂ, ਇੰਗਲਿਸ਼ ਵਿੱਚ ਜੋ ਜੋ ਤੇਰੇ ਸਾਹਮਣੇ ਲਿਖਿਆ ਆਵੇ, ਤੂੰ ਸਾਰੇ ਨੂੰ ਪੜ੍ਹ ਸਕੇ, ਤਾਂ ਉਹ ਇੰਗਲਿਸ਼ ਪੜ੍ਹਾਈ ਸੀ। ਤਾਂ ਕਰਕੇ ਇਹਨਾਂ ਦਰਬਾਰਾਂ 'ਚ ਅਸੀਂ ਤਾਂ ਗਏ, ਤਾਂ ਜੁੜਨਾ ਸਾਡਾ ਸਫਲ ਹੁੰਦਾ ਜੇ ਅਸੀਂ ਇਦੂ ਅਗਲੇ ਵੱਡੇ ਦਰਬਾਰ ਨਾਲ ਵੀ ਜੁੜਦੇ, ਤਾਂ ਫਾਇਦਾ ਹੁੰਦਾ। ਹਰ ਵੇਲੇ ਫੀਲ ਬਣ ਜਾਵੇ, ਮਾੜਾ ਜਿਹਾ ਜੀ ਕਰੇ, ਕਹਿੰਦੇ ਮਾੜਾ ਜਿਹਾ ਅੱਖਾਂ ਬੰਦ ਕਰਦੇ ਆ, ਚੁੱਭਾ ਲਾ ਲਈਦਾ, ਅੰਦਰ ਨਹਾ ਲਈਦਾ, ਜਦੋਂ ਜੀ ਕਰਦਾ ਨਹਾ ਲਈਦਾ, ਜਦੋਂ ਜੀ ਕਰਦਾ ਅੰਦਰ ਇਸ਼ਨਾਨ ਕਰ ਲਈਦਾ। ਇਹ ਦਰਬਾਰ ਸੀ
जिस दरबार विच असी जम्मे, जिस दरबार 'च साडे मापे जम्मे, जिस दरबार 'च असी रहिंदे हां और इसे दरबार 'च साडे नियाणिਆਂ ने रहना है। ते चेता रखो अगली गल भी कह दियां, जिहड़ा दरबार इन्ना वधिया ते इन्ना प्यारा है, दरबार नूं साफ रखना साडा हक नहीं। हुण गुरुद्वारे नूं साफ रखना इत्थे तक ते ठीक है, हुण गुरुद्वारा कल्ला साफ रखना है कि जिहड़ा सारा वड्डा दरबार है इहनूं भी साफ रखना, सारे नूं साफ रखना, ਜਿਹੜਾ ਕਿ ਇੱਥੇ ਸਿਖਾਇਆ ਜਾਂਦਾ ਹੈ। ਇੰਡੀਆ ਦੇ ਵਿੱਚ ਗੁਰਦੁਆਰੇ ਜ਼ਰੂਰ ਸਾਫ਼ ਨੇ, ਪਰ ਗੁਰਦੁਆਰੇ ਦੇ ਬਾਹਰ ਨਿਕਲ ਜਾਓ, ਰੂੜੀਆਂ ਲੱਗੀਆਂ, ਗੰਦ ਪਿਆ, ਖਲਾਰਾ ਪਿਆ, ਪਿਆ ਕਿ ਨਹੀਂ ਪਿਆ। ਤੇ ਇਹਨਾਂ ਦੇਸ਼ਾਂ ਵਿੱਚ ਜਦੋਂ ਵੇਖਦੇ ਹਾਂ ਅਸੀਂ ਆਹ ਸਟਰੀਟਾਂ ਦੇ ਉੱਤੇ ਲੰਘ ਜਾਓ, ਸੜਕਾਂ ਤੇ ਲੰਘ ਜਾਓ, ਸਾਫ਼ ਸਫਾਈ ਹੈ, ਮਤਲਬ ਕੁਦਰਤ ਦਾ ਸਾਰਾ ਹੀ ਦਰਬਾਰ ਸਾਫ਼ ਹੈ। ਵੇਖਿਆ ਤੁਸੀਂ ਛੱਪੜਾਂ ਵਰਗੀ ਗੰਦਗੀ ਇੱਥੇ ਹੋਵੇ ਕਿਤੇ ਹੈ? ਕਿੱਥੇ ਹੈ? ਮਤਲਬ ਕਿਹੜੀ ਥਾਂ ਹੈ? ਜੇ ਬੀਚ ਵੀ ਹੈ ਤੇ ਬੀਚ ਦੇ ਉੱਤੇ ਵੀ ਡਸਟਬੀਨ ਪਏ ਹੈ, ਇਹਦੇ 'ਚ ਖਲਾਰਾ ਪਾਓ। ਕੋਈ ਥਾਂ ਐਸੀ ਨਹੀਂ ਜਿੱਥੇ ਖਲਾਰਾ ਪਿਆ ਹੋਇਆ ਹੋਵੇ। ਮਤਲਬ ਮੈਨੂੰ ਇਹ ਦੱਸੋ, ਦਰਬਾਰ ਦਾ ਅਸਲੀ ਮੀਨਿੰਗ ਆਪਾਂ ਸਮਝੇ ਆ ਕਿ ਆਹ ਲੋਕ ਸਮਝੇ ਆ? ਬੋਲੋ, ਇਹ ਲੋਕ ਸਮਝੇ ਆ, ਇਹ ਅਸਲੀ ਮੀਨਿੰਗ ਸਮਝੇ ਆ ਵੀ ਦਰਬਾਰ ਆ ਹੈ, ਇਹਨੂੰ ਸਾਫ਼ ਰੱਖੋ, ਇਹਨੂੰ ਧਿਆਨ ਰੱਖੋ। ਤੇ ਦਰਬਾਰ ਵਿੱਚ ਸੁਣੋ, ਦਰਬਾਰ ਦੇ ਵਿੱਚ ਕੋਈ ਜਾਤ ਪਾਤ ਨਹੀਂ। ਇਹਨਾਂ 'ਚ ਹੈਗੀਆਂ ਜਾਤਾਂ ਪਾਤਾਂ ਕਿਤੇ ਨਹੀਂ। ਕੌਣ ਪੁੱਛਦਾ ਵੀ ਤੂੰ ਕਿਹੜੀ ਬਰਾਦਰੀ ਦਾ ਹੈ, ਕੌਣ ਹੈ? ਦਰਬਾਰ 'ਚ ਕੋਈ ਜਾਤ ਪਾਤ ਨਹੀਂ ਪੁੱਛਦਾ। ਦਰਬਾਰ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਪ੍ਰਸ਼ਾਦਾ ਮਿਲੇਗਾ। ਇਹ ਕਹਿੰਦੇ ਆ ਨਾ ਅਸੀਂ ਇਸ ਦਰਬਾਰ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਮਿਲ ਰਿਹਾ। 911 ਨੂੰ ਕਾਲ ਕਰਦੀ ਹੈ, ਪੁੱਛਣਗੇ ਵੀ ਟੈਕਸ ਕਿੰਨਾ ਭਰਦਾ। ਇਹਨਾਂ ਨੇ ਉਸ ਦਰਬਾਰ ਨੂੰ ਇੱਦਾਂ ਬਣਾ ਲਿਆ, ਸਾਰਾ ਹੀ ਹੈ, ਸਾਰਿਆਂ ਨੂੰ ਹੱਕ ਬਰਾਬਰ ਹੈ, ਸਾਰਿਆਂ ਲਈ ਐਂਬੂਲੈਂਸ ਸੇਮ ਟਾਈਮ 'ਤੇ ਹੀ ਆਏਗੀ। ਇਸ ਘਰ 'ਚੋਂ ਕਾਲ ਕਰੀਏ ਤੇ ਸੇਮ ਟਾਈਮ 'ਤੇ ਆਏ। ਉਹਨਾਂ ਨੇ ਪੁੱਛਣਾ ਹੀ ਨਹੀਂ ਵੀ ਇੰਡੀਆ ਦਾ ਹੈ ਕਿ ਇੱਥੇ ਰਹਿੰਦਾ। ਮਤਲਬ ਇਹ ਢਾਂਚਾ ਵੇਖੋ ਕਿੰਨਾ ਵਧੀਆ ਬਣ ਗਿਆ। ਇਹ ਸੀ ਵੱਡਾ ਦਰਬਾਰ, ਅਸੀਂ ਇਹ ਸਮਝਦੇ ਤੇ ਜ਼ਿੰਦਗੀ ਸੋਹਣੀ ਬਣ ਜਾਂਦੀ। ਪਰ ਪ੍ਰੋਬਲਮ ਇਹ ਹੋਈ ਹੈ ਕਿ ਵੱਡੇ ਦਰਬਾਰ ਦੇ ਕਨਸੈਪਟ ਨੂੰ ਅਸੀਂ ਸਮਝੇ ਨਹੀਂ। ਇਸ ਕਰਕੇ ਕਦੀ ਕਦੀ ਰਸ ਜਿਹਾ ਆਉਂਦਾ ਹੈ, ਕਦੀ ਕਦੀ ਨਜ਼ਾਰਾ ਆਉਂਦਾ ਹੈ। ਮਹਾਰਾਜ ਨੇ ਇਸੇ ਕਰਕੇ ਕਿਹਾ ਸੀ, ਮਹਾ ਆਨੰਦ ਸਦਾ ਕਰ ਕੀਰਤਨ ਵੀਰੋ ਭਾਈਓ ਭੈਣੋ। ਜਿਸ ਤਰ੍ਹਾਂ ਇੱਕ ਦਰਬਾਰ ਕੌਮੀ ਦਰਬਾਰ ਹੁੰਦਾ ਹੈ, ਇਸੇ ਤਰ੍ਹਾਂ ਆਹ ਕੀਰਤਨ ਵੀ ਕੌਮੀ ਕੀਰਤਨ ਹੈ। ਆਹ ਜਿਹੜਾ ਕਰ ਰਹੇ ਆ ਇਹਨੂੰ ਤੁਸੀਂ ਮਜ਼ਹਬ ਦੇ ਵਿੱਚ ਕੀਰਤਨ ਇੱਦਾਂ ਕੌਮ ਦਾ ਕਹਿ ਲਓ, ਇਕੱਠੇ ਹੋ ਕੇ ਕਰਦੇ ਆ। ਪਰ ਇੱਕ ਕੀਰਤੀ ਉਹ ਹੈ ਜਿਹੜੀ ਸੁਰਤ ਦੇ ਮਨ ਅੰਦਰ ਬੰਦਾ ਸਦਾ ਹੀ ਕਰਦਾ ਰਹਿੰਦਾ, ਸਦਾ ਹੀ ਮਨ ਕਰਕੇ ਅਸੀਂ ਸਦਾ ਹੀ ਗੁਣ ਗਾਉਂਦੇ ਰਹੀਏ, ਵਡਿਆਉਂਦੇ ਰਹੀਏ। ਵਾਹ ਜੀ ਵਾਹ, ਕੁਦਰਤ ਦਾ ਕਿਆ ਨਜ਼ਾਰਾ ਹੈ। ਨਾਲੇ ਨਾ ਆਪਾਂ ਹੁਣ ਇੱਥੇ ਤੱਕ ਇਹ ਗੱਲ ਨੂੰ ਤਾਂ ਇੱਥੇ ਸੰਭਾਲ ਲੈਂਦੇ ਆ ਵੀ ਜਿਹੜਾ ਦਰਬਾਰ ਹੈ ਉਹ ਇਹ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਹੁਣ ਅਗਲੀ ਜਿਹੜੀ ਆਪਾਂ ਆ ਸ਼ਬਦ ਦੀ ਜਦੋਂ ਵਿਚਾਰ ਕਰਾਂਗੇ ਨਾ, ਫਿਰ ਥੋੜਾ ਜਿਹਾ ਜ਼ਿਆਦਾ ਵਧੀਆ ਸਮਝ ਆਏਗਾ। ਇੱਕ ਵਾਰੀ ਫੇਰ ਪੜ ਲੈਂਦੇ ਹਾਂ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, 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 ਵਿਸਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਜੀ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ ਜੀ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਜੀ ਗੁਣ ਗਾਵਾਂ, ਗੁਣ ਗਾਵਾਂ, ਗਾਵਾਂ ਗੁਣ ਗਾਵਾਂ, ਗੁਣ ਗਾਵਾਂ, ਗੁਣ ਗਾਵਾਂ, ਗੁਣ ਗਾਵਾਂ ਗੁਣ ਗਾਵਾਂ ਜੀ ਗੁਣ ਗਾਵਾਂ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਆ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਨਾਨਕ ਚਾਹੇ
ਬਿਸਰ ਨਾਹੀ ਦਾਤਾਰ, ਨਾਹੀ ਦਾਤਾਰ ਆਪਣਾ ਨਾਮ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਜੀ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਹੁਣ ਇੱਥੇ ਜਦੋਂ ਆਪਾਂ ਗੁਣ ਗਾਉਣ ਦੀ ਵੀ ਗੱਲ ਕਰਦੇ ਆ ਨਾ, ਸਿਫਤੀ ਗੰਢ ਪਵੈ ਦਰਬਾਰ। ਪਾਤਸ਼ਾਹ ਕਹਿੰਦੇ ਐ ਕਿ ਜੇ ਤੂੰ ਦਰਬਾਰ ਨਾਲ ਗੰਢ ਪਾਉਣੀ ਹੈ, ਰਿਸ਼ਤਾ ਬਣਾਉਣਾ ਹੈ, ਸਾਡਾ ਨਾ ਇਸ ਦਰਬਾਰ ਨਾਲ ਨਾਤਾ ਨਹੀਂ ਜੁੜ ਰਿਹਾ, ਰਿਸ਼ਤਾ ਨਹੀਂ ਬਣਦਾ। ਜਿਹਦੇ ਨਾਲ ਰਿਸ਼ਤਾ ਹੋਵੇ ਉਹਦਾ ਚੇਤਾ ਕਦੇ ਭੁੱਲਦਾ ਨਹੀਂ। ਚੇਤਾ ਕੌਣ ਭੁੱਲਦਾ? ਜਿਹਦੇ ਨਾਲ ਸਾਡਾ ਰਿਸ਼ਤਾ ਨਾ ਹੋਵੇ। ਰਿਸ਼ਤਾ ਜੇ ਬਣਾਉਣਾ ਹੈ, ਵਿਚਾਲੇ ਰਿਸ਼ਤਾ ਜਿਹੜਾ ਉਹ ਇਦਾਂ ਬਣਦਾ, ਕਹਿੰਦੇ ਸਿਫਤੀ ਗੰਢ ਪਵੈ ਦਰਬਾਰ। ਗੰਢ ਕਹੀਏ ਜੋੜ, ਨਾਤਾ, ਉਹ ਬਣਦਾ ਸਿਫਤ ਨਾਲ। ਤੇ ਸਿਫਤ ਦਾ ਮਤਲਬ ਹੈ ਵੀ ਆਪਾਂ ਇਹ ਕਿਹਾ ਕਰੀਏ, ਵਾਹ ਜੀ ਵਾਹ, ਕਿਆ ਨਜ਼ਾਰੇ ਨੇ, ਕਿੰਨੀ ਸੋਹਣੀ ਕੁਦਰਤ ਹੈ, ਦਰਬਾਰ ਦੀ ਸਿਫਤ ਕਰਿਆ ਕਰੀਏ। ਸਿਫਤ ਕਰਨਾ ਕੱਲਾ ਜ਼ਬਾਨ ਨਾਲ ਨਹੀਂ ਹੁੰਦਾ। ਮਾਂ ਦੀ ਸਿਫਤ ਕਰੋ, ਮੇਰੀ ਮਾਂ ਕਿੰਨੀ ਚੰਗੀ ਹੈ, ਮੇਰੀ ਮਾਂ ਕਿੰਨੀ ਪਿਆਰੀ ਹੈ, ਮੇਰੀ ਮਾਂ ਕਿੰਨੀ ਵਧੀਆ ਹੈ। ਇਹ ਕਹਿਣਾ ਸਿਫਤ ਥੋੜਾ ਹੈ, ਇਹ ਤੇ ਜ਼ਬਾਨ ਨਾਲ ਕਹਿੰਦੇ ਆ। ਸਿਫਤ ਮਾਂ ਦੀ ਅਸਲ ਇਹ ਹੈ, ਮਾਤਾ ਦੀ ਕੇਅਰ ਕਰਨੀ, ਮਾਤਾ ਪਿਤਾ ਦੀ ਸੰਭਾਲ ਕਰਨੀ, ਇਹ ਸਿਫਤ ਹੈ। ਇਹ ਗੁਣ ਗਾਉਣਾ ਹੁੰਦਾ ਹੈ। ਹੋਰ ਇਦਾਂ ਥੋੜਾ ਹੁੰਦਾ ਵੀ ਜੀਭ ਨਾਲ ਕਹੀ ਜੋ ਮੇਰੀ ਮਾਂ ਬਹੁਤ ਚੰਗੀ ਹੈ, ਮੇਰੀ ਪਿਤਾ ਬਹੁਤ ਚੰਗਾ। ਨਹੀਂ, ਅਸਲੀ ਕੇਅਰ ਕਰਨੀ ਇਹ ਸਿਫਤ ਹੈ। ਜੇ ਦਰਬਾਰ ਨਾਲ ਸਿਫਤ ਬਣਾਉਣੀ ਹੈ ਤੇ ਸਿਫਤ ਕਰ। ਜੇ ਨਾਤਾ ਜੋੜਨਾ ਹੈ ਕੁਦਰਤ ਦੇ ਨਾਲ ਤੇ ਇਹਨੂੰ ਸਾਂਭ ਸੰਭਾਲ ਕਰ। ਕਮਾਲ ਦੀ ਗੱਲ ਇਹ ਹੈ, ਅਸੀਂ ਬਹੁਤ ਥੋੜਾ ਸੰਭਾਲਾਂਗੇ, ਇਹਨੇ ਸਾਨੂੰ ਬੜਾ ਜ਼ਿਆਦਾ ਪਿਆਰ ਕਰਨਾ। ਕੁਦਰਤ ਨੂੰ ਜਿਹੜੇ ਸੰਭਾਲਦੇ ਹੈ, ਕੁਦਰਤ ਫਿਰ ਉਹਨਾਂ ਨੂੰ ਸੰਭਾਲਦੀ ਹੈ। ਜਿਹੜੀਆਂ ਕੰਟਰੀਆਂ ਵਿੱਚ ਕੁਦਰਤ ਨੂੰ ਸੰਭਾਲਿਆ ਜਾਂਦਾ ਹੈ, ਕੁਦਰਤ ਫਿਰ ਉਹਨਾਂ ਨੂੰ ਸੰਭਾਲਦੀ ਹੈ, ਉਹਨਾਂ ਦੀ ਕੇਅਰ ਕਰਦੀ ਹੈ। ਦਰਖਤਾਂ ਨੂੰ ਸੰਭਾਲਿਆ ਜਾਂਦਾ। ਹੁਣ ਵੱਡੇ ਵੱਡੇ ਟਰੱਕ ਭਰ ਭਰ ਕੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਲੱਕੜਾਂ ਦੇ ਭਰ ਭਰ ਕੇ ਟਰੱਕ ਬਾਹਰ ਕੱਢੇ ਗਏ ਕਿ ਨਹੀਂ ਕੱਢੇ ਗਏ? ਪਰ ਅੱਜ ਇੰਡੀਆ ਦੇ ਵਿੱਚ ਵੇਖੋ, ਓਡੇ ਵੱਡੇ ਕੈਂਟਰ ਟਰੱਕ ਭਰ ਭਰ ਕੇ ਆਕਸੀਜਨ ਦੇ ਬਾਹਰੋਂ ਆ ਰਹੇ ਆ। ਉਹੀ ਕੁਝ ਹੋ ਰਿਹਾ ਨਾ। ਜਿੰਨੀ ਕੁ ਸੰਭਾਲ ਅਸੀਂ ਕਰਾਂਗੇ, ਕੇਅਰ ਕਰਾਂਗੇ ਤੇ ਬਚੇ ਰਵਾਂਗੇ। ਜਿਹੜੇ ਹਿਸਾਬ ਨਾਲ ਪ੍ਰਦੂਸ਼ਣ ਅਸੀਂ ਫੈਲਾਉਂਦੇ ਆ, ਸੰਭਾਲ ਨਹੀਂ ਕਰਦੇ, ਉੱਦਾਂ ਦਾ ਕੁਝ ਫਲ ਸਾਨੂੰ ਵੀ ਤੇ ਮਿਲ ਹੀ ਰਿਹਾ। ਨਹੀਂ ਤੇ ਇੰਡੀਆ ਦੇ ਵਿੱਚ ਕਿਤੇ ਤੁਸੀਂ ਵੇਖੋ, ਇੰਡੀਆ ਕਿਤੇ ਮਾੜਾ ਹੈ? ਉੱਥੋਂ ਦਾ ਟੇਸਟ ਤੇ ਵੇਖੋ ਜਰਾ। ਪੰਜਾਬ 'ਚ ਰਹਿੰਦੇ ਆ, ਤੁਸੀਂ ਵੀ ਇੱਥੇ ਨੋਟ ਕੀਤਾ ਹੋਣਾ ਹੈ, ਜਿਹੜਾ ਟੇਸਟ ਉੱਥੋਂ ਦੇ ਸੇਬ ਵਿੱਚ ਹੈ ਉਹ ਇੱਥੋਂ ਦੇ 'ਚ ਨਹੀਂ। ਜਿਹੜਾ ਟੇਸਟ ਉੱਥੋਂ ਦੇ ਕੇਲੇ ਵਿੱਚ ਹੈ, ਇੱਥੇ ਵਿੱਚ ਨਹੀਂ। ਜਿਹੜਾ ਟੇਸਟ ਉੱਥੋਂ ਦੀ ਸਬਜ਼ੀ ਵਿੱਚ ਤੁਹਾਨੂੰ, ਕੱਦੂ ਦੇ ਵਿੱਚ ਤੁਹਾਨੂੰ, ਤੋਰੀਆਂ ਦੇ ਵਿੱਚ ਤੁਹਾਨੂੰ, ਭਿੰਡੀਆਂ ਦੇ ਵਿੱਚ ਤੁਹਾਨੂੰ, ਗੰਨੇ ਦੇ ਵਿੱਚ, ਜਿਹੜਾ ਮਿਰਚ ਦੇ ਵਿੱਚ, ਆਲੂ ਦੇ ਵਿੱਚ, ਇੱਕ ਇੱਕ ਚੀਜ਼ ਵਿੱਚ ਜਿਹੜਾ ਟੇਸਟ ਮਿਲਦਾ ਹੈ, ਉਹ ਟੇਸਟ ਇੱਥੇ ਨਹੀਂ। ਉਸ ਟੇਸਟ ਦਾ ਤੇ ਇਸ ਟੇਸਟ ਦਾ ਬਹੁਤ ਫਰਕ ਹੈ। ਜਿਹੜਾ ਪਾਣੀ ਹੈ, ਬਹੁਤ ਘੱਟ ਥਾਵਾਂ ਤੇ, ਅੱਜ ਆ ਦਲਵੀਰ ਸਿੰਘ ਦੱਸਦਾ ਸੀ, ਕਹਿੰਦੇ ਇੱਥੇ 10 ਫੁੱਟ ਤੇ ਪਾਣੀ ਹੈ, 10 ਫੁੱਟ ਤੇ ਇੱਥੇ ਪੱਟੋ ਤੇ ਪਾਣੀ ਨਿਕਲ ਆਉਂਦਾ। ਬੇਸਮੈਂਟ ਵਿੱਚ ਕਹਿੰਦੇ ਕੰਮ ਕਰਦੇ ਸੀ, ਪਾਣੀ ਰੋਕ ਰੋਕ ਰੱਖਣਾ ਪੈਂਦਾ ਵੀ ਪਾਣੀ ਬਾਹਰ ਆਉਂਦਾ, ਇੰਨਾ ਪਾਣੀ ਹੈ ਇੱਥੇ। ਤੇ ਮੈਂ ਪੁੱਛਿਆ ਸੀ, ਮੈਂ ਕਿਹਾ ਪੀਣ ਵਾਲਾ? ਪੀ ਨਹੀਂ ਸਕਦੇ, ਪਰ ਤੁਸੀਂ ਪੰਜਾਬ 'ਚ ਕਿਤੋਂ ਮਰਜ਼ੀ ਪਾਣੀ ਨਿਕਲ ਆਵੇ, ਪੀ ਸਕਦੇ ਹਾਂ ਅਸੀਂ। ਉਹ ਪਾਣੀ ਪੀਣ ਵਾਲਾ ਹੈ, ਉਹ ਪਾਣੀ ਮਿੱਠਾ ਹੈ। ਜਿੱਥੇ ਮਰਜ਼ੀ ਤੁਸੀਂ ਵੇਖੋ, ਉਹ ਵਾਤਾਵਰਣ ਵੇਖ ਲਓ, ਜਿਹੜਾ ਵੈਦਰ ਵੇਖੋ ਉੱਥੇ। ਇੱਥੇ ਤੇ ਕਰਦੇ ਨੇ ਨਾ ਗੱਲ ਵੀ ਵੈਦਰ ਦਾ ਤੇ ਪਤਾ ਹੀ ਨਹੀਂ ਕਿਹੜੇ ਵੇਲੇ ਕਿਹੜੇ ਕਦੋਂ ਹੋ ਜਾਂਦਾ। ਮਤਲਬ ਇੱਕਦਮ ਠੰਡ ਵੇਖੀ ਦੀ ਹੈ, ਇੱਕਦਮ ਗਰਮੀ ਆ ਜਾਂਦੀ ਹੁੰਦਾ ਇੱਥੇ ਇੱਦਾਂ। ਪਰ ਇੰਡੀਆ ਦੇ ਵਿੱਚ ਵੇਖੋਗੇ ਤੁਸੀਂ ਵੀ ਠੀਕ ਹੈ, ਗਰਮੀ ਵੀ ਹੁੰਦੀ ਹੈ, ਠੰਡ ਵੀ ਹੁੰਦੀ ਹੈ, ਪਰ ਮੌਸਮ ਜਿਹੜਾ ਇੱਕ ਰਸ ਚੱਲਦਾ। ਸਾਡੇ ਤੇ ਕਹਿਣਗੇ ਕੈਲੀਫੋਰਨੀਆ ਦਾ ਵੈਦਰ ਬਹੁਤ ਚੰਗਾ, ਕਹਿੰਦੇ ਨੇ ਕਿ ਨਹੀਂ? ਕਿਉਂ ਕਹਿੰਦੇ ਭਲਾ? ਕੈਲੀਫੋਰਨੀਆ ਦਾ ਵੈਦਰ ਸੇਮ ਪੰਜਾਬ ਵਰਗਾ ਹੈ, ਉੱਦਾਂ ਦਾ ਲੱਗਦਾ।
ਤੇ ਜੇ ਕਿਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਸਹੂਲਤਾਂ ਇੱਥੇ ਹੈ, ਜੂਨ ਜੁਲਾਈ ਵਿੱਚ ਬਹੁਤ ਗਰਮੀ ਹੁੰਦੀ ਹੈ, ਪਰ ਜੇ ਇੱਦਾਂ ਘਰ ਦਾ ਟੈਂਪਰੇਚਰ ਅਸੀਂ ਸੈੱਟ ਕਰ ਸਕੀਏ ਇੱਥੇ ਜਿੱਦਾਂ ਕਰ ਲੈਂਦੇ ਆ, ਤੇ ਇੰਡੀਆ ਵਰਗਾ ਵੈਦਰ ਕਿੱਥੇ ਹੈ। ਘਰ ਦਾ ਮੌਸਮ ਠੰਡਾ ਹੋਵੇ, ਬਾਹਰ ਮਾੜੀ ਮੋਟੀ ਪਰ ਫਰਕ ਹੈ ਬਹੁਤ, ਹਰ ਚੀਜ਼ ਦੇ ਵਿੱਚ ਟੇਸਟ ਹੈ। ਪਰ ਪ੍ਰੋਬਲਮ ਇਹ ਹੈ ਸਾਡੇ ਉਸ ਚੀਜ਼ ਦੀ ਕਦਰ ਹੀ ਨਹੀਂ, ਸਾਡੇ ਉਸ ਕੁਦਰਤ ਨੂੰ, ਉਹਨਾਂ ਚੀਜ਼ਾਂ ਨੂੰ ਸੰਭਾਲਿਆ ਹੀ ਨਹੀਂ ਜਾਂਦਾ, ਕੇਅਰ ਹੀ ਨਹੀਂ ਕੀਤੀ ਜਾਂਦੀ। ਤੇ ਹੈਗੇ ਆ ਲੋਕ, ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਉੱਥੇ ਇੱਦਾਂ ਦੇ ਵੀ ਕੁਰਗ ਇੱਕ ਪੈਂਦੀ ਹੈ ਜਗ੍ਹਾ, ਜੋ ਕਿ ਉੱਥੇ ਇੰਡੀਆ ਦੇ ਵਿੱਚ ਕੁਰਗ, ਜੇ ਤੁਸੀਂ ਜਾਓ ਸਾਊਥ ਵਿੱਚ ਪੈ ਜਾਂਦਾ, ਸਾਊਥ ਇੰਡੀਆ ਵਿੱਚ। ਉੱਥੇ ਇੰਨੇ ਜ਼ਿਆਦਾ ਦਰਖਤ ਨੇ, ਉਹਨਾਂ ਲੋਕਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਟ੍ਰੇਨ ਦੀ ਸਹੂਲਤ ਦੇ ਦਿੰਦੇ ਆ। ਕੁਰਗ ਦੇ ਏਰੀਏ ਦੇ ਲੋਕਾਂ ਨੇ ਰੌਲਾ ਪਾਤਾ, ਕਹਿੰਦੇ ਸਾਨੂੰ ਟ੍ਰੇਨ ਨਹੀਂ ਚਾਹੀਦੀ। ਕਿਉਂ ਨਹੀਂ ਚਾਹੀਦੀ? ਕਹਿੰਦੇ ਜੇ ਟ੍ਰੇਨ ਆਏਗੀ ਤੁਸੀਂ ਦਰਖਤ ਕੱਟੋਗੇ, ਤੇ ਦਰਖਤ ਸਾਡੀ ਜ਼ਿੰਦਗੀ ਨੇ, ਦਰਖਤ ਸਾਡੀ ਜਾਨ ਨੇ। ਦਰਖਤਾਂ ਵਿੱਚ ਵੜਨਾ ਪੈਂਦਾ ਨਾ, ਇੱਦਾਂ ਹੱਥ 'ਚ ਕੋਈ ਲੈ ਕੇ ਜਾਣਾ ਪੈਂਦਾ, ਕੁਛ ਟਾਕੂ ਆ ਇੱਦਾਂ ਪਰੇ ਕਰ ਕਰਕੇ ਲੰਘਣਾ ਪੈਂਦਾ, ਇੰਨੇ ਸੰਘਣੇ ਦਰਖਤ ਨੇ। ਤੇ ਉੱਥੇ ਕਮਾਲ ਦੀ ਗੱਲ ਇਹ ਹੈ ਕਿ 4 ਮਹੀਨੇ ਬਰਸਾਤ ਹੀ ਨਹੀਂ ਹਟਦੀ, ਇੰਨਾ ਮੀਂਹ ਪੈਂਦਾ। ਲੋਕੀ ਉੱਥੇ ਦੁਨੀਆ ਦੂਰੋਂ ਦੂਰੋਂ ਬਰਸਾਤ ਵੇਖਣ ਜਾਂਦੀ ਹੈ ਕਿ ਜੇ 7 ਦਿਨ ਰਵਾਂਗੇ 7 ਦਿਨ ਮੀਂਹ ਪੈਂਦਾ ਰਹਿੰਦਾ, 7 ਦਿਨ। ਮੈਂ ਖੁਦ ਜਾ ਕੇ ਆਇਆ 2 ਵਾਰ, ਦੋਵੇਂ ਵਾਰਾਂ ਦੇ ਵਿੱਚ ਮੈਂ 8-10 ਘੰਟੇ ਮੀਂਹ ਨਹੀਂ ਪਿਆ ਹੋਣਾ, ਨਹੀਂ ਤੇ ਪਈ ਜਾਂਦਾ ਲਗਾਤਾਰ ਬਰਸਾਤ ਹੋਈ ਜਾਂਦੀ ਹੈ, ਕਿਉਂਕਿ ਇੰਨੇ ਜ਼ਿਆਦਾ ਦਰਖਤ ਨੇ। ਸੋ ਇਸ ਕਰਕੇ ਜੇ ਸੰਭਾਲ ਕਰੀਏ, ਇੱਥੇ ਜੇ ਕੁਦਰਤ ਨੂੰ ਸਾਂਭਿਆ ਜਾਂਦਾ ਹੈ ਤੇ ਦਿਆਲ ਵੀ ਹੈ, ਸੰਭਾਲ ਵੀ ਕੀਤੀ ਜਾਂਦੀ ਹੈ, ਇੱਕ ਦਰਖਤ ਵੀ ਨਹੀਂ ਪੱਟਿਆ ਜਾਂਦਾ। ਇਹ ਹੈ ਸਿਫਤ, ਦਰਬਾਰ ਦੀ ਇਹ ਸਿਫਤ ਹੈ। ਇਸੇ ਕਰਕੇ ਤੇ ਤੁਸੀਂ ਨਾ ਇੱਥੇ ਕੁਛ ਵੀ ਨਾ ਕਰੋ, ਕੁਛ ਵੀ ਨਾ ਕਰੋ। ਕੋਈ ਤੁਸੀਂ ਨਾ ਜੇ ਇੱਥੇ ਕਿਸੇ ਰੱਬ ਨੂੰ ਨਾ ਯਾਦ ਕਰਕੇ ਇੱਥੇ ਗੇਟ ਦੇ ਅੱਗੇ ਬਾਹਰ ਬਹਿ ਜਾਓ, ਆਰਾਮ ਨਾਲ ਬੈਠ ਜਾਓ, ਸ਼ਾਂਤੀ ਨਾਲ, ਕੁਛ ਨਾ ਬੋਲੋ, ਆਪਣੇ ਆਪ ਹੀ ਫੀਲ ਜੀ ਬਣੀ ਜਾਂਦੀ ਹੈ। ਇੰਨੀ ਸ਼ਾਂਤੀ ਹੈ ਇੱਥੇ, ਇੱਦਾਂ ਦਾ ਮਾਹੌਲ ਹੈ ਇੱਥੇ, ਇੰਨੀ ਕੁਦਰਤ ਵਿੱਚ ਸ਼ਾਂਤੀ ਹੈ। ਜੇ ਹੁਣ ਸੋਚਦੇ ਹੁੰਦੇ ਆ ਕਈ ਵਾਰੀ, ਇੰਡੀਆ ਦੇ ਵਿੱਚ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਸੀ ਨਾ, ਤੇ ਅਸੀਂ ਨੋਟ ਕਰਦੇ ਸੀ ਸਾਡੇ ਤੋਂ ਪਹਾੜੀਆਂ ਜਿਹੜੀਆਂ ਨੇ ਚੰਡੀਗੜ੍ਹ ਵਾਲੀਆਂ, ਵੱਡੇ ਪਹਾੜ ਨੇ ਜਿਹੜੇ, ਸਾਡੇ ਪਰਮੇਸ਼ਰ ਦੁਆਰ ਤੋਂ 80 ਕਿਲੋਮੀਟਰ ਦੂਰ ਨੇ, ਤੇ 80 ਕਿਲੋਮੀਟਰ ਦੂਰ ਅਸੀਂ ਛੱਤ ਤੇ ਖੜ ਕੇ ਪਹਾੜੀਆਂ ਦਿਸਦੀਆਂ ਸੀ ਸਾਨੂੰ, ਇੰਨਾ ਸਾਫ਼ ਹੋ ਗਿਆ ਸੀ। ਤੇ ਜਦੋਂ ਕਿਤੇ ਉੱਥੇ ਗੱਡੀਆਂ ਨਾ ਚੱਲਣ, ਜਿੱਦਾਂ ਹਾਰਨ ਨਾ ਵੱਜਣ ਗੱਡੀਆਂ, ਤੇ ਇੱਥੇ ਵੀ ਚੱਲਦੀਆਂ ਗੱਡੀਆਂ, ਉੱਥੇ ਹਾਰਨ ਨਾ ਮਾਰਨ, ਉਹਨਾਂ ਦੀ ਆਵਾਜ਼ ਕੰਟਰੋਲ ਕੀਤੀ ਜਾਵੇ, ਇੱਕ ਇੱਕ ਚੀਜ਼, ਤੇ ਇੱਥੋਂ ਵਰਗੀ ਸ਼ਾਂਤੀ ਉੱਥੇ ਵੀ ਵਰਤ ਸਕਦੀ ਹੈ। ਪਰ ਅਸੀਂ ਆਪ ਹੀ ਖਲਾਰਾ ਪਾਇਆ, ਉੱਥੇ ਇੰਨਾ ਪੋਲੂਸ਼ਨ ਹੈ, ਇੰਨੀਆਂ ਆਵਾਜ਼ਾਂ ਹੈ, ਉੱਥੇ ਫੀਲ ਹੀ ਨਹੀਂ ਬਣਦੀ। ਸੋ ਇਸ ਕਰਕੇ ਜੇ ਅਸੀਂ ਕੁਦਰਤ ਨੂੰ ਸੰਭਾਲ ਕੇ ਰੱਖਾਂਗੇ, ਇਹ ਸਾਨੂੰ ਵੀ ਸੰਭਾਲਦੀ ਹੈ। ਇਹ ਹੈ ਨਾਤਾ, ਇਹ ਹੈ ਰਿਸ਼ਤਾ ਜਿਹੜਾ ਅਸੀਂ ਦਰਬਾਰ ਨਾਲ ਬਣਾਉਣਾ, ਜਿਹੜਾ ਰੱਬ ਨਾਲ ਬਣਾਉਣਾ ਹੈ। ਆਹ ਜਿਹੜਾ ਸਾਰੇ ਪਾਸੇ ਦਰਬਾਰ ਹੈ, ਇਹਦੀ ਸਿਫਤ ਇਹ ਹੈ, ਉਹਦੀ ਕੇਅਰ ਕਰੋ, ਉਹਨੂੰ ਸੰਭਾਲੋ। ਉਹਦੇ ਗੁਣ ਗਾਉਣ ਦਾ ਮਤਲਬ ਇਹੋ ਹੀ ਹੈ। ਹੋਰ ਕੋਈ ਜੀਭ ਦੇ ਨਾਲ ਹੀ ਇਕੱਲਾ ਕਰੀ ਜੋ ਵੀ ਆ ਮੈਂ ਤੇਰੀ ਵਡਿਆਈ ਕਰਦਾ, ਤੂੰ ਬਹੁਤ ਪਿਆਰਾ ਹੈ, ਇਹਦਾ ਇੱਦਾਂ ਨਹੀਂ। ਅਸਲ 'ਚ ਮਨ ਨਹੀਂ ਪ੍ਰੀਤ, ਮੁਖੋਂ ਗੰਢ ਲਾਵਤ। ਜੇ ਜੀਭ ਨਾਲ ਹੀ ਇਕੱਲਾ ਸਿਫਤਾਂ ਕਰੀ ਜਾਂਦੇ ਆ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕਹਿੰਦੇ ਉੱਤੋਂ ਅਸੀਂ ਜੇ ਇਦਾਂ ਗੱਲਾਂ ਕਰਾਂਗੇ, ਬੜੀ ਕਮਾਲ ਹੈ, ਬੜੀ ਕਮਾਲ ਹੈ, ਇਦਾਂ ਨਹੀਂ। ਇਹਦੇ ਨਾਲ ਨਾਤਾ ਬਣਾਈਏ, ਇਹਦੇ ਨਾਲ ਰਿਸ਼ਤਾ ਬਣਾਈਏ। ਤੇ ਹਰ ਵੇਲੇ ਵੇਖਿਓ ਭਰਾਵੋ ਭੈਣੋ, ਮਾੜਾ ਜਿਹਾ ਵੀ ਕਿਤੇ ਨਾ ਤੁਸੀਂ ਇਕੱਲੇ ਬੈਠੋ, 10 ਮਿੰਟ ਬੈਠੋ, ਨੋਟ ਕਰਕੇ ਵੇਖੋ ਵੀ ਆਹ ਦਰਬਾਰ ਹੈ, ਔਰ ਹਰ ਪਾਸੇ ਕਿੰਨੀ ਸੋਹਣੀ ਫੀਲਿੰਗ ਬਣਦੀ ਹੈ। ਕਦੇ ਦਰਖਤਾਂ ਨਾਲ, ਕਦੇ ਹਵਾਵਾਂ ਨਾਲ, ਕਦੇ ਦਰਿਆਵਾਂ ਨਾਲ, ਕਦੇ ਪਾਣੀਆਂ ਨਾਲ। ਗੱਲ ਤੇ ਕਰਕੇ ਵੇਖੀਏ। ਆ ਹੁਣ ਮੈਨੂੰ ਉਦੋਂ ਦੱਸਦਾ ਸੀ ਵੀਰ ਵੀ ਜੇ ਕਦੇ ਅਸੀਂ ਜਾਣਾ ਹੋਵੇ, ਕਹਿੰਦੇ ਪਿੰਡਾਂ ਦੇ ਵਿੱਚ ਪਾ ਲਈਦਾ, ਉੱਥੇ ਥਾਂ ਥਾਂ ਦੇ ਉੱਤੇ ਨਦੀਆਂ ਵਗਦੀਆਂ, ਥਾਂ ਥਾਂ ਤੇ ਪਾਣੀ ਹੈ, ਪਾਣੀ ਨੂੰ ਵੇਖਦੇ ਜਾਈਦਾ, ਨਦੀਆਂ ਨੂੰ ਵੇਖਦੇ ਜਾਈਦਾ, ਕੁਦਰਤ ਦੇ ਨਜ਼ਾਰੇ ਲੈਂਦੇ ਜਾਈਦਾ। ਉਹਦਾ ਰਸ ਹੀ ਬਹੁਤ ਵੱਖਰਾ ਹੈ। ਤਾਂ ਕਰਕੇ ਜੇ ਇਹ ਦਰਬਾਰ ਨਾਲ ਸਾਂਝ ਬਣਾਉਣੀ ਹੈ ਤੇ ਤਰੀਕਾ ਹੀ ਇੱਕ ਹੈ। ਪਹਿਲੇ ਪਾਤਸ਼ਾਹ ਜੀ ਦਾ ਬਚਨ ਹੈ, ਸ਼ੁਰੂ ਤੋਂ ਜਰਾ ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾ।
ਕਹਿੰਦੇ ਨਾਤਾ ਬਣਾਉਣ ਵਾਸਤੇ, ਰਿਸ਼ਤਾ ਬਣਾਉਣ ਵਾਸਤੇ ਇੱਕ ਵਿਚਾਲੇ ਤਰੀਕਾ ਕੀ ਹੈ? ਕਹਿਹਾਂ, ਸੋਨਾ, ਲੋਹਾ, ਤਿੰਨ ਚੀਜ਼ਾਂ। ਕਹਿ ਦਾ ਭਾਂਡਾ, ਕਹਿ ਦਾ ਭਾਂਡਾ ਟੁੱਟ ਜਾਏ, ਪਿੱਤਲ ਦਾ ਕਮਾ, ਮੈਂ ਕਹਿ ਸ਼ਬਦ ਵਰਤਾਂ, ਪਿੱਤਲ, ਪਿੱਤਲ ਦਾ ਭਾਂਡਾ ਟੁੱਟ ਜਾਏ, ਆਪਸ ਵਿੱਚ ਟੁੱਟ ਜਾਏ, ਉਹਨੂੰ ਜੋੜਿਆ ਕਾਹਦੇ ਨਾਲ ਜਾਂਦਾ? ਅੱਗ ਨਾਲ। ਤੇ ਜੇ ਲੋਹਾ ਆਪਸ 'ਚ ਟੁੱਟ ਜਾਏ, ਉਹਨੂੰ ਕਾਹਦੇ ਨਾਲ ਜੋੜਿਆ ਜਾਂਦਾ? ਟਾਂਕਾ ਕਾਹਦੇ ਨਾਲ ਲਾਉਂਦੇ ਆ? ਅੱਗ ਨਾਲ। ਤੇ ਜੇ ਸੋਨਾ ਟੁੱਟ ਜਾਏ, ਉਹਨੂੰ ਜੋੜ ਕਾਹਦੇ ਨਾਲ ਪਾਉਂਦੇ ਆ? ਅੱਗ ਨਾਲ। ਅੱਗ ਨਾਲ ਪਾਇਆ ਜਾਂਦਾ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਵਿਚਾਲੇ ਉਹਨਾਂ ਦੇ ਉਹ ਅੱਗ ਹੈ ਜਿਹੜੀ, ਇਹ ਵਿਚੋਲਾ ਬਣਦੀ ਹੈ। ਅੱਗ ਵਿਚੋਲਾ ਬਣਦੀ ਹੈ ਤੇ ਰਿਸ਼ਤਾ ਬਣ ਜਾਂਦਾ। ਕਹਿੰਦੇ ਦੋ ਲੋਹੇ ਟੁੱਟ ਗਏ, ਲੋਹਾ ਟੁੱਟ ਗਿਆ, ਦੋ ਹਿੱਸੇ ਹੋ ਗਿਆ। ਜੋੜਨ ਵਾਸਤੇ ਕੀ ਚਾਹੀਦਾ? ਦੋ ਲੋਹੇ ਦੇ ਟੁਕੜਿਆਂ ਨੂੰ ਜੋੜਨ ਵਾਸਤੇ ਚਾਹੀਦੀ ਅੱਗ, ਅੱਗ ਨਾਲ ਜੁੜਦੇ ਆ। ਦੋ ਸੋਨੇ ਦੇ ਟੁਕੜਿਆਂ ਨੂੰ ਜੋੜਨ ਵਾਸਤੇ ਚਾਹੀਦੀ ਹੈ ਅੱਗ। ਦੋ ਪਿੱਤਲ ਦੇ ਟੁਕੜਿਆਂ ਨੂੰ ਜੋੜਨ ਵਾਸਤੇ ਚਾਹੀਦੀ ਹੈ ਅੱਗ। ਇਸੇ ਤਰ੍ਹਾਂ ਇਹ ਕਹਿੰਦੇ ਇੱਕ ਤਰੀਕਾ ਹੈ। ਅਗਲੀ ਪੰਕਤੀ ਕਹਿੰਦੇ ਦੋ, ਇੱਕ ਹੋਰ ਵੀ ਰਿਸ਼ਤਾ, ਕਿਹੜਾ? ਹਾਂਜੀ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਕਹਿੰਦੇ ਇਹ ਸ਼ਬਦ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਪੁੱਤੀ ਗੰਢ ਪਵੇ ਸੰਸਾਰ। ਲੋਕੀ ਆਮ ਪਿੰਡਾਂ 'ਚ ਪਤਾ ਕੀ ਕਹਿਣਗੇ? ਭਾਈ ਪੁੱਤਰਾਂ ਨਾਲ ਹੀ ਗੰਢ ਪੈਂਦੀ ਹੈ, ਜੇ ਪੁੱਤ ਨਾ ਹੋਵੇ ਤੇ ਫਿਰ ਦੁਨੀਆ ਵਿੱਚ ਸੀਰ ਨਹੀਂ ਰਹਿੰਦਾ, ਦੁਨੀਆ ਨਾਲ ਨਾਤਾ ਨਹੀਂ ਰਹਿੰਦਾ, ਪੁੱਤ ਜ਼ਰੂਰ ਚਾਹੀਦਾ। ਤੇ ਨਾਲ ਆ ਪੰਕਤੀ ਪੜ੍ਹ ਦੇਣਗੇ, ਪੁੱਤੀ ਗੰਢ ਪਵੈ ਸੰਸਾਰ। ਤੇ ਗੁਰਦੁਆਰਿਆਂ 'ਚ ਕਈ ਜਗ੍ਹਾ ਅਰਦਾਸ ਕਰਨਗੇ, ਸੱਚੇ ਪਾਤਸ਼ਾਹ ਆਪ ਜੀ ਦਾ ਫਰਮਾਨ ਹੈ ਪੁੱਤੀ ਗੰਢ ਪਵੈ ਸੰਸਾਰ, ਤੇ ਇਹਦਾ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ, ਕਿਉਂਕਿ ਪੁੱਤਰ ਤੋਂ ਬਿਨਾ ਘਰ ਨਹੀਂ ਚੱਲਦਾ। ਇਹ ਸਿਖਾਇਆ ਜਾਂਦਾ ਸਾਡੇ। ਪਰ ਇਹ ਗੱਲ ਠੀਕ ਹੈ ਕਿ ਗਲਤ ਹੈ? ਭਲਾ ਪੁੱਤਰਾਂ ਨਾਲ ਹੀ ਦੁਨੀਆ 'ਚ ਨਾਮ ਰਹਿੰਦਾ? ਬੋਲੋ। ਇਹਨਾਂ ਦੇਸ਼ਾਂ 'ਚ ਤੇ ਤੁਸੀਂ ਸੋਚ ਵੀ ਨਹੀਂ ਸਕਦੇ, ਜਿੰਨਾ ਪੈਸਾ ਮੁੰਡੇ ਕਮਾ ਰਹੇ ਉਹਨਾਂ ਕੁੜੀਆਂ ਵੀ ਕਮਾਉਂਦੀਆਂ। ਧੀਆਂ ਪੁੱਤਾਂ ਵਿੱਚ ਇੱਥੇ ਕੋਈ ਫਰਕ ਹੀ ਹੈ ਨਹੀਂ। ਇਹ ਤੇ ਗੱਲ ਹੀ ਨਹੀਂ ਹੋ ਸਕਦੀ। ਮਤਲਬ ਇਹ ਗੱਲ ਜਿਹੜੀ ਹੈ ਇਹ ਠੀਕ ਨਹੀਂ, ਇਹ ਪ੍ਰੈਕਟੀਕਲ ਨਹੀਂ ਹੋ ਸਕਦੀ। ਇਹਦੇ 'ਚ ਕੋਈ ਲੌਜਿਕ ਨਹੀਂ ਹੈ ਕਿ ਮੁੰਡਿਆਂ ਨਾਲ ਹੀ ਜਾਂ ਬੰਦਿਆਂ ਨਾਲ ਹੀ ਘਰ ਦੁਨੀਆ ਚੱਲਦੀ ਹੈ। ਇਦਾਂ ਨਹੀਂ ਹੈ। ਧੀ ਦੇ ਵਿੱਚ ਪੁੱਤ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਹੁਣ ਇਸ ਸ਼ਬਦ ਦੇ ਵਿੱਚ ਇਹ ਥੋੜਾ ਕਿਹਾ ਜਾ ਰਿਹਾ ਸੀ ਪੁੱਤਰਾਂ ਬਿਨਾਂ ਦੁਨੀਆ ਨਾਲ ਗੰਢ ਥੋੜਾ ਪਾਉਣੀ ਸੀ। ਇਸ ਸ਼ਬਦ ਦਾ ਅਸਲ ਅਰਥ ਸੀ ਜਿਵੇਂ ਲੋਹੇ ਨਾਲੋਂ ਲੋਹਾ ਟੁੱਟ ਗਿਆ ਹੋਵੇ ਤੇ ਜੋੜਨਾ ਹੋਵੇ, ਅੱਗ ਨਾਲ ਜੁੜ ਜਾਂਦਾ ਨਾ, ਟਾਂਕਾ ਜੁੜ ਜਾਂਦਾ ਉਹਦਾ। ਇਸੇ ਤਰ੍ਹਾਂ ਜੇ ਪਿੱਤਲ ਨਾਲੋਂ ਪਿੱਤਲ ਟੁੱਟਿਆ ਹੋਵੇ ਉਹ ਵੀ ਟਾਂਕਾ ਲੱਗ ਜਾਂਦਾ ਹੈ। ਜੇ ਸੋਨੇ ਨਾਲੋਂ ਸੋਨਾ ਟੁੱਟਿਆ ਹੋਵੇ ਉੱਥੇ ਵੀ ਟਾਂਕਾ ਲੱਗ ਜਾਂਦਾ ਹੈ। ਇੱਥੇ ਕਹਿੰਦੇ ਆ ਗੋਰੀ ਸੇਤੀ ਟੁੱਟੈ ਪਤਾਰ। ਪਤਨੀ ਦੀ ਪਤੀ ਨਾਲੋਂ ਟੁੱਟ ਜਾਏ, ਅਣਬਣ ਹੋਵੇ ਤੇ ਉਹਨਾਂ ਦੇ ਵਿਚਾਲੇ ਜੇ ਬੱਚਾ ਪੈਦਾ ਹੋ ਜਾਏ, ਪੁੱਤੀ ਮਤਲਬ ਬੱਚਾ, ਬੱਚੇ ਉਹਨਾਂ ਦੀ ਜ਼ਿੰਦਗੀ 'ਚ ਆ ਜਾਣ ਤੇ ਉਹਦੇ ਕਰਕੇ ਫਿਰ ਉਹਨਾਂ ਦੇ ਵਿਚਾਲੇ ਨਾਤਾ ਜੁੜ ਜਾਂਦਾ, ਗੰਢ ਪੈ ਜਾਂਦੀ ਹੈ, ਰਿਸ਼ਤਾ ਬਣ ਜਾਂਦਾ। ਫਿਰ ਅਗਲਾ ਕੀ ਕਹਿੰਦਾ ਹੈ ਵੀ ਕੋਈ ਨਹੀਂ ਆਪਾਂ ਬੱਚੇ ਕਰਕੇ ਇਕੱਠੇ ਰਹੀਏ। ਦੋਵੇਂ ਜਣੇ ਬੱਚੇ ਕਰਕੇ ਫਿਰ ਆ ਕੰਪਰੋਮਾਈਜ਼ ਵੀ ਕਰਦੇ ਆ, ਥੋੜਾ ਬਹੁਤ ਫਲੈਕਸੀਬਲ ਹੋ ਜਾਂਦੇ ਆ। ਫਿਰ ਉਹ ਕਹਿੰਦੇ ਆ ਥੋੜਾ ਜਿਹਾ ਤੂੰ ਨੀਵਾਂ ਹੋ ਜਾ, ਥੋੜਾ ਜਿਹਾ ਮੈਂ ਨੀਵੀਂ ਹੋ ਜਾ, ਹੁਣ ਆਪਾਂ ਦੋਵੇਂ ਰਲ ਕੇ ਘਰ ਚਲਾਈਏ ਤੇ ਬੱਚੇ ਪਾਲੀਏ, ਬੱਚੇ ਸਾਂਭੀਏ। ਰਿਸ਼ਤਾ ਜੇ ਟੁੱਟ ਰਿਹਾ ਹੋਵੇ ਤੇ ਬੱਚਾ ਜੇ ਵਿੱਚ ਆ ਜਾਏ ਜਾਂ ਬੱਚੀ ਆ ਜਾਏ, ਨਿਆਣਾ ਆ ਜਾਏ, ਬਸ ਉਹਦੇ ਨਾਲ ਕੀ ਹੈ, ਉਹਨਾਂ ਦੇ ਰਿਸ਼ਤੇ ਦੇ ਵਿੱਚ ਪੱਕੀ ਗੰਢ ਪੈ ਜਾਂਦੀ ਹੈ, ਮਤਲਬ ਜੁੜ ਜਾਂਦਾ ਹੈ। ਟੁੱਟਦਾ ਰਿਸ਼ਤਾ ਬਚ ਜਾਂਦਾ ਹੈ। ਦੁਨੀਆ ਨਾਲ ਰਿਸ਼ਤਾ ਜੋੜਨ ਦੀ ਗੱਲ ਨਹੀਂ ਇੱਥੇ ਹੋ ਰਹੀ ਵੀ ਦੁਨੀਆ ਨਾਲ ਨਹੀਂ, ਪਤੀ ਪਤਨੀ ਦੀ ਟੁੱਟੀ ਹੋਵੇ, ਬੱਚਾ ਉਹਨਾਂ ਦੀ ਲਾਈਫ 'ਚ ਜੇ ਆ ਜਾਵੇ ਤੇ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਕਹਿੰਦੇ ਉਹ ਫਿਰ ਚੱਲਦੀ ਰਹਿੰਦੀ ਦੁਨੀਆ ਦੇ ਵਿੱਚ, ਉਹਨਾਂ ਦੀ ਜੋੜੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਹਾਂਜੀ, ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾ ਖਾਏ। ਰਾਜਾ ਕਹਿੰਦੇ ਰੁੱਸ ਸਕਦਾ ਹੈ, ਰਾਜਾ ਰੁੱਸ ਸਕਦਾ ਹੈ ਜੇ ਉਹ ਟੈਕਸ ਮੰਗੇ, ਦਾਨ ਮੰਗੇ,
ਨਾ ਦਿੱਤਾ ਜਾਵੇ। ਇੱਥੇ ਦੱਸੋ ਵੀ ਜੇ ਟੈਕਸ ਆਪਾਂ ਨਾ ਭਰੀਏ ਨਾ ਭਰੀਏ ਨਾ ਭਰੀਏ ਤੇ ਸਰਕਾਰ ਉਲਟ ਨਹੀਂ ਹੋਊ ਸਾਡੇ? ਟੈਕਸ ਨਾ ਭਰੀਏ ਤੇ ਸਾਡੇ ਵਿਰੁੱਧ ਹੋ ਜਾਣਗੇ, ਨਾ ਸਾਡੀ ਘਰ ਖਰੀਦ ਸਕਦੇ ਆ, ਨਾ ਅਸੀਂ ਗੱਡੀਆਂ ਖਰੀਦ ਸਕਦੇ ਆ, ਇਹ ਸਾਰਾ ਕੁਝ ਹੀ ਜਾਂਦਾ ਲੱਗਣਾ ਹੈ। ਇੱਥੇ ਰਾਜਾ ਲਿਖੇ, ਕਿਉਂਕਿ ਉਦੋਂ ਇਹ ਟੈਕਸ ਸਿਸਟਮ ਨਹੀਂ ਸੀ ਨਾ ਹੁੰਦਾ, ਉਦੋਂ ਰਾਜਾ ਖੁਸ਼ ਹੈ ਤੇ ਪ੍ਰਜਾ ਖੁਸ਼ ਹੈ। ਰਾਜੇ ਨਾਲੋਂ ਟੁੱਟਦੀ ਉਦੋਂ ਸੀ ਜਦੋਂ ਲੋਕੀ ਕਰ ਨਹੀਂ ਸੀ ਦਿੰਦੇ। ਕਰ ਮੀਨਜ਼ ਟੈਕਸ, ਟੈਕਸ ਦੇਈ ਚੱਲੋ, ਰਾਜੇ ਖੁਸ਼ ਨੇ। ਥੋੜੇ ਚੋਂ ਥੋੜਾ ਦੇਣਾ ਪੈਂਦਾ ਸੀ, ਜ਼ਿਆਦਾ ਚੋਂ ਜ਼ਿਆਦਾ ਦੇਣਾ ਪੈਂਦਾ ਸੀ। ਜਿਵੇਂ ਥੋੜੀ ਫਸਲ ਹੋਈ ਹੈ ਤੇ ਥੋੜਾ ਦੇਣਾ ਪੈਣਾ, ਵੱਧ ਫਸਲ ਹੋਣੀ ਤੇ ਵੱਧ ਦੇਣਾ ਪੈਂਦਾ ਸੀ। ਕਹਿੰਦੇ ਰਾਜੇ ਦੇ ਨਾਲ ਤੁਹਾਡੀ ਗੰਢ ਬਣੀ ਰਹੇਗੀ, ਜਦੋਂ ਉਹ ਕੁਝ ਮੰਗਦਾ ਹੈ ਉਹਨੂੰ ਦਿੰਦੇ ਰਹੋ। ਮਤਲਬ ਕੀ ਹੈ ਕਿ ਉਹਦਾ ਟੈਕਸ ਜਿਹੜਾ ਟਾਈਮ ਸਿਰ ਦਿੰਦੇ ਰਹੋ, ਉਹਦੇ ਨਾਲ ਤੁਹਾਡਾ ਰਿਸ਼ਤਾ ਬਣਿਆ। ਗੱਲ ਜੋੜ ਦੀ ਹੋ ਰਹੀ ਨਾ, ਵੀ ਜੁੜਨਾ ਕਿਵੇਂ? ਰਾਜੇ ਨਾਲ ਜੇ ਜੁੜੇ ਰਹਿਣਾ ਚਾਹੁੰਦੇ ਹੋ, ਜਿਵੇਂ ਇੱਥੋਂ ਦੀਆਂ ਸਹੂਲਤਾਂ ਲੈਣੀਆਂ ਨੇ, ਇੱਥੋਂ ਦੇ ਸਿਸਟਮ ਨਾਲ ਜੁੜੇ ਰਹਿਣੇ ਚਾਹੁੰਦੇ ਹੋ, ਤੇ ਭਾਈ ਉਸ ਹਿਸਾਬ ਨਾਲ ਆਪਣੇ ਟੈਕਸ ਜਿਹੜੇ ਨੇ ਭਰਦੇ ਰਹਿਣਾ ਚਾਹੀਦਾ ਹੈ। ਟੈਕਸ ਦੇ ਹਿਸਾਬ ਨਾਲ ਹੀ ਇੱਥੇ ਸਹੂਲਤਾਂ ਮਿਲਦੀਆਂ। ਜਿੰਨੀਆਂ ਜ਼ਿਆਦਾ ਟੈਕਸ ਭਰਿਆ ਹੁੰਦਾ ਹੈ, ਉਸ ਹਿਸਾਬ ਨਾਲ ਹੀ ਇੱਥੋਂ ਦੇ ਲੋਕਾਂ ਨੂੰ, ਜਿੰਨਾ ਜ਼ਿਆਦਾ ਕੰਮ ਕੀਤਾ ਹੁੰਦਾ ਹੈ, ਉਨਾ ਹੀ ਉੱਥੇ ਇਹਨਾਂ ਨੂੰ ਸਹੂਲਤਾਂ ਵੀ ਇੱਥੇ ਉੱਦਾਂ ਦੀਆਂ ਮਿਲਦੀਆਂ ਨੇ। ਨਾਤਾ ਜੋੜ ਕੇ ਰੱਖਣਾ ਚਾਹੁੰਦੇ ਹੋ, ਕਹਿੰਦੇ ਰਾਜਿਆਂ ਨਾਲ, ਭਾਵ ਸਰਕਾਰਾਂ ਨਾਲ, ਤੇ ਟੈਕਸ ਭਰਦੇ ਰਹਿਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ, ਹੁਣ ਇੱਥੇ ਕਿਹਾ ਰਾਜਾ ਮੰਗੈ ਦਿੱਤਾ ਗੰਢ ਪਾਏ। ਰਾਜਾ ਮੰਗੇ ਉਹਨੂੰ ਦਿਓ, ਟੈਕਸ ਦਿਓ, ਉਹਦੇ ਨਾਲ ਰਿਸ਼ਤਾ ਬਣਾ ਕੇ ਰੱਖੋ। ਭੁੱਖਿਆਂ ਗੰਢ ਪਵੈ ਜਾਂ ਖਾਏ। ਕਹਿੰਦੇ ਭੁੱਖਾ ਆਦਮੀ ਬੜਾ ਦੁਖੀ ਹੁੰਦਾ ਹੈ, ਸਰੀਰ ਨਾਲੋਂ ਹੀ ਉਹਦਾ ਨਾਤਾ ਟੁੱਟਣ ਲੱਗ ਜਾਂਦਾ। ਨਾਤਾ ਟੁੱਟਣ ਲੱਗ ਜਾਂਦਾ ਸਰੀਰ ਨਾਲੋਂ ਜੇ ਖਾਈਏ ਨਾ। ਫਿਰ ਜੇ ਸਰੀਰ ਨਾਲ ਇਹਦੇ ਨਾਲ ਲਿੰਕ ਬਣਾ ਕੇ ਰੱਖਣਾ, ਫਿਰ ਕੀ ਕਰੀਏ? ਨਾਤਾ ਬਣਾ ਕੇ ਰੱਖਣਾ ਸਰੀਰ ਨਾਲ, ਫਿਰ ਕੁਝ ਨਾ ਕੁਝ ਜ਼ਿਆਦਾ ਨਹੀਂ ਖਾਣਾ, ਕਹਿੰਦਾ ਖਾਣਾ ਪੈਣਾ। ਮਤਲਬ ਹਿਸਾਬ ਨਾਲ ਖਾਣਾ ਹੈ, ਪੂਰਾ ਪੂਰਾ ਖਾਣਾ ਹੈ, ਲੋੜ ਮੁਤਾਬਕ ਖਾਣਾ ਹੈ। ਜੇ ਜ਼ਿਆਦਾ ਖਾਈਏ ਫਿਰ ਵੀ ਨਾਤਾ ਟੁੱਟ ਜਾਂਦਾ ਹੈ। ਜਿਵੇਂ ਫਸਲ ਨੂੰ ਘੱਟ ਪਾਣੀ ਪਵੇ ਤਾਂ ਵੀ ਮਰ ਜਾਂਦੀ ਹੈ, ਤੇ ਜੇ ਜ਼ਿਆਦਾ ਪਾਣੀ ਪੈ ਜੇ ਤਾਂ ਵੀ ਮਰ ਜਾਂਦੀ ਹੈ। ਜੇ ਜ਼ਿਆਦਾ ਘੱਟ ਖਾਓ ਤਾਂ ਵੀ ਮਰ ਜਾਂਦਾ ਬੰਦਾ, ਜੇ ਜ਼ਿਆਦਾ ਖਾਵੇ ਤਾਂ ਵੀ ਮਰ ਜਾਂਦਾ। ਤਾਂ ਕਰਕੇ ਸਰੀਰ ਨਾਲ ਜੇ ਨਾਤਾ ਬਣਾ ਕੇ ਰੱਖਣਾ ਹੈ, ਫਿਰ ਕੁਝ ਨਾ ਕੁਝ ਖਾਣਾ ਪੈਣਾ, ਪਰ ਖਾਣਾ ਹਿਸਾਬ ਨਾਲ ਪੈਣਾ, ਧਿਆਨ ਨਾਲ ਖਾਣਾ ਪੈਣਾ। ਜਿਹਦੀ ਲੋੜ ਹੈ, ਜਿੰਨੀ ਲੋੜ ਹੈ ਓਨਾ ਕੁ ਆਪਾਂ ਲੋੜ ਅਨੁਸਾਰ ਪੌਸ਼ਟਿਕ ਆਹਾਰ ਜਿਹੜਾ ਹੈ ਉਹ ਖਾਂਦੇ ਰਹੀਏ, ਜਿਹੜਾ ਸਾਡੇ ਸਰੀਰ ਲਈ, ਸਾਡੀ ਬੋਡੀ ਲਈ ਠੀਕ ਹੋਵੇ, ਚੰਗਾ ਹੋਵੇ। ਚੀਟਿੰਗ ਡੇ ਹੋ ਸਕਦਾ ਹੈ ਕਦੇ ਕਦੇ, ਪਰ ਸਦਾ ਨਹੀਂ ਚੀਟ ਡੇ ਹੋ ਸਕਦਾ। ਰੋਜ਼ ਨਹੀਂ ਅਸੀਂ ਚੀਟਿੰਗ ਕਰ ਸਕਦੇ। ਸਾਨੂੰ ਪੌਸ਼ਟਿਕ ਆਹਾਰ ਹੀ ਖਾਣਾ ਚਾਹੀਦਾ ਹੈ, ਜਿਹੜਾ ਸਾਡੀ ਬੋਡੀ ਲਈ ਠੀਕ ਹੋਵੇ, ਚੰਗਾ ਹੋਵੇ। ਸੋ ਜੇ ਸਰੀਰ ਨਾਲ ਨਾਤਾ ਬਣਾ ਕੇ ਰੱਖਣਾ ਹੈ ਤੇ ਕੁਝ ਨਾ ਕੁਝ ਖਾਣਾ ਪਏਗਾ, ਨਹੀਂ ਤੇ ਨਾਤਾ ਸਰੀਰ ਨਾਲੋਂ ਟੁੱਟ ਜਾਏਗਾ। ਠੀਕ ਹੈ ਗੱਲ? ਅੱਛਾ, ਹੁਣ ਦੁਆਰਾ ਪੰਕਤੀਆਂ ਜਿਹੜੀਆਂ ਸ਼ੁਰੂ ਤੋਂ ਪੜੋ, ਫਿਰ ਥੋੜਾ ਜਿਹਾ ਆਨੰਦ ਜਿਹਾ ਬਣ ਜਾਏ। ਕਹਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਵਾਹ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ। ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਕਾਲ ਪੈ ਜਾਂਦੇ ਹੁੰਦੇ ਸੀ, ਕਾਲ ਪੈਂਦੇ ਸੀ ਨਾ ਪਹਿਲਾਂ। ਮਤਲਬ ਜੇ ਮੀਂਹ ਪਿਆ ਫਿਰ ਤੇ ਫਸਲ ਹੋ ਜਾਂਦੀ ਸੀ, ਜੇ ਮੀਂਹ ਨਹੀਂ ਸੀ ਪੈਂਦਾ ਫਿਰ ਕਾਲ ਪੈ ਜਾਂਦਾ ਸੀ। ਤੇ ਕਹਿੰਦੇ ਕਾਲ ਨਾ ਪਵੇ, ਕਾਲ ਦਾ ਨੁਕਸਾਨ ਨਾ ਹੋਵੇ, ਤੇ ਰਿਸ਼ਤਾ ਬਣਿਆ ਰਹਿਣਾ ਚਾਹੀਦਾ ਹੈ ਮੀਂਹ ਨਾਲ। ਬਰਸਾਤ ਹੁੰਦੀ ਰਹੇ, ਜੇ ਬਰਸਾਤ ਵਿਚਾਲੇ ਸਾਡੀ ਜ਼ਿੰਦਗੀ 'ਚ ਆਉਂਦੀ ਰਹੇਗੀ ਤੇ ਫਿਰ ਅਸੀਂ ਕਾਲ ਤੋਂ, ਭਾਵ ਭੁੱਖਮਰੀ ਤੋਂ,
ਬਚੇ ਰਵਾਂਗੇ। ਇਹ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੈ। ਸਾਡਾ ਨਾਤਾ ਬਣਿਆ ਰਵੇ ਮੀਂਹ ਨਾਲ, ਜਿਸ ਕਰਕੇ ਕਾਲ ਤੋਂ ਬਚੇ ਰਹੀਏ। ਨਹੀਂ ਤੇ ਕਾਲ ਪੈ ਸਕਦਾ, ਭੁੱਖਮਰੀ ਆ ਸਕਦੀ ਹੈ। ਇਸ ਤਰ੍ਹਾਂ ਸਾਡਾ ਨਾਤਾ ਬਰਸਾਤ ਨਾਲ, ਮੀਂਹ ਨਾਲ। ਉਸ ਵੇਲੇ ਬਰਸਾਤ ਹੀ ਸਭ ਕੁਝ ਸੀ, ਮੀਂਹ ਪਿਆ ਤੇ ਜ਼ਿੰਦਗੀ ਹੈ। ਜੇ ਮੀਂਹ ਨਹੀਂ ਸੀ ਪੈਂਦਾ ਤੇ ਲੋਕ ਭੁੱਖੇ ਮਰਦੇ। ਕਿਹੜਾ ਕੋਈ ਉਦੋਂ ਉਸ ਵੇਲੇ ਲਾਈਟ ਸੀ ਜਾਂ ਟਿਊਬਵੈੱਲ ਸਨ ਜਾਂ ਕੋਈ ਹੋਰ ਸਾਧਨ ਨਹੀਂ ਸੀ। ਮੀਂਹ ਤੇ ਸਾਰੀ ਗੱਲ ਖੜੀ ਸੀ। ਅਗਲੀ ਪੰਕਤੀ ਹੈ, ਕਹਿੰਦੇ ਇਹ ਦੋਨੇ ਇਕੱਠੀਆਂ ਫੇਰ ਪੜ੍ਹੋ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਕਿਸੇ ਦੇ ਨਾਲ, ਜੇ ਕਿਸੇ ਨਾਲ ਪੱਕੀ ਗੰਢ ਪਾ ਕੇ ਰੱਖਣੀ ਚਾਹੁੰਦਾ ਹੈ, ਕਿਸੇ ਨਾਲ ਪੱਕੀ ਰਿਸ਼ਤਾ ਬਣਾ ਕੇ ਰੱਖਣਾ ਚਾਹੁੰਦਾ ਹੈ, ਤੇ ਫਿਰ ਕਹਿੰਦੇ ਭਾਈ ਉਹ ਤੈਨੂੰ ਮਿੱਠੇ ਬੋਲ ਹੀ ਬੋਲਣੇ ਪੈਣਗੇ, ਆਦਰ ਸਤਿਕਾਰ ਹੀ ਕਰਨਾ ਪੈਣਾ। ਕਿਸੇ ਨਾਲ ਨਾਤਾ ਕਾਇਮ ਰੱਖਣਾ ਚਾਹੁੰਦਾ ਹੈ ਤੇ ਤੈਨੂੰ ਆਪਣੀ ਬੋਲ ਬਾਣੀ ਸੁਧਾਰਨੀ ਪੈਣੀ ਹੈ। ਫਿਰ ਤੈਨੂੰ ਆਪਣੀ ਗੱਲਬਾਤ ਦੇ ਉੱਤੇ ਕੰਟਰੋਲ ਕਰਨਾ ਪੈਣਾ ਹੈ। ਜੇ ਤੁਸੀਂ ਹਰ ਵੇਲੇ ਫਿੱਕਾ ਬੋਲਦੇ ਆ, ਮਾੜਾ ਬੋਲਦੇ ਆ, ਤੇ ਉਹਦਾ ਫਿਰ ਨੁਕਸਾਨ ਹੋਣਾ ਹੈ। ਜੇ ਸਦਾ ਵਾਸਤੇ ਪ੍ਰੀਤ ਰੱਖਣੀ ਚਾਹੁੰਦਾ ਹੈ ਨਾ, ਮਨ ਗੱਲ ਬਣਦੀ ਹੋਈ ਫੇਰ ਹੈ। ਇੱਕ ਵਾਰੀ ਧਾਰਨਾ ਗਾਉਂਦੇ ਆ। ਬੋਲੋ ਗੱਜ ਕੇ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ, ਮਨਾ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਓਏ ਪ੍ਰੀਤ ਦੀਆਂ ਪਾ ਲੈ ਡੋਰੀਆਂ। ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਪੜੋ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਓਏ ਪ੍ਰੀਤ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ, ਓਏ ਜੇ ਤੂੰ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਓਏ ਪ੍ਰੀਤ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੀਤ ਦੀਆਂ ਪਾ ਲੈ ਡੋਰੀਆਂ। ਬੋਲੋ। ਜੇ ਪ੍ਰੀਤ ਦੀਆਂ ਪਾ ਲੈ ਡੋਰੀਆਂ। ਉਹ ਮਿੱਠੇ ਮਿੱਠੇ ਜੀ ਬੋਲ ਬੋਲ ਲੈ, ਮਿੱਠੇ ਮਿੱਠੇ ਜੀ ਬੋਲ ਬੋਲ ਲੈ, ਮਿੱਠੇ ਮਿੱਠੇ ਜੀ ਬੋਲ ਬੋਲ ਲੈ। ਓਏ ਮਿੱਠੇ ਮਿੱਠੇ ਜੀ ਬੋਲ ਬੋਲ ਮਿੱਠੇ ਮਿੱਠੇ ਜੀ ਬੋਲ ਬੋਲ ਲੈ। ਮਿੱਠੇ ਮਿੱਠੇ ਜੀ ਬੋਲ ਬੋਲ ਲੈ। ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ, ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ, ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ। ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ। ਉਹ ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ। ਪ੍ਰੇਮ ਦੀਆਂ ਜੀ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾ ਲੈ ਡੋਰੀਆਂ। ਓਏ ਜੇ ਤੂੰ ਚਾਹੁੰਦਾ ਹੈ, ਮਨਾ ਚਾਹੁੰਦਾ ਹੈ ਕਿਸੇ ਦਾ
ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ ਓਏ ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ ਪਿਆਰ ਦੀ ਡੋਰੀ ਪਾ ਲੈ, ਪ੍ਰੇਮ ਦੀ ਡੋਰੀ ਪਾ ਲੈ, ਜਿਹਦੇ 'ਚ ਆਪਣਾ ਸਵਾਰਥ ਨਾ ਹੋਵੇ, ਅਗਲੇ ਦਾ ਭਲਾ ਹੋਵੇ। ਅਸੀਂ ਕਹਿੰਦੇ ਆ ਮੈਂ ਤੈਨੂੰ ਪਿਆਰ ਕਰਦਾ, ਹੁਣ ਤੂੰ ਮੇਰੀ ਸੇਵਾ ਕਰ। ਪਿਆਰ ਦਾ ਮਤਲਬ ਹੁੰਦਾ ਹੈ, ਪ੍ਰੇਮ ਦਾ ਮਤਲਬ ਹੁੰਦਾ ਮੇਰਾ ਕੋਈ ਸਵਾਰਥ ਨਹੀਂ, ਮੈਂ ਤੇਰੇ ਨਾਲ ਪਿਆਰ ਕਰਦਾ, ਮੈਂ ਤੇਰੀ ਕੇਅਰ ਕਰਾਂਗਾ, ਮੈਂ ਤੇਰੀ ਗੱਲ ਸੁਣਾਂਗਾ, ਮੈਂ ਤੇਰੇ ਨਾਲ ਪਿਆਰ ਕਰਦਾ ਮਤਲਬ ਮੈਂ ਤੈਨੂੰ ਸੰਭਾਲਾਂਗਾ, ਇਹ ਭਾਵ ਹੁੰਦਾ ਹੈ। ਪਰ ਚਲੋ ਹੁਣ ਜਿਹੜੀ ਇੱਥੇ ਮਹਾਰਾਜ ਦਾ ਬਚਨ ਹੈ ਨਾ ਜਿਹੜਾ, ਉਹ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ, ਮਿੱਠਾ ਬੋਲਦਾ ਰਹੇ ਜੇ ਤੂੰ ਚਾਹੁੰਦਾ ਹੈ ਕਿ ਸਦਾ ਨਾਤਾ ਬਣਿਆ ਰਵੇ ਤੇ ਤਰੀਕਾ ਹੀ ਇੱਕ ਹੈ। ਅਗਲੀ ਪੰਕਤੀ ਨੂੰ ਸੁਣਿਓ ਧਿਆਨ ਨਾਲ। ਹਾਂਜੀ। ਬੇਦਾ ਗੰਢ ਬੋਲੇ ਸੱਚ ਕੋਏ, ਮੁਆ ਗੰਢ ਨੇ ਕੀ ਸਤ ਹੋਏ। ਇੱਥੇ ਨੋਟ ਕਰਨਾ, ਇੱਥੇ ਕਿਹਾ ਵੇਦਾਂ ਨਾਲ ਜੇ ਗੰਢ ਪਾਉਣੀ ਚਾਹੁੰਦਾ ਹੈ, ਰਿਸ਼ਤਾ ਬਣਾਉਣਾ ਹੈ ਨਾ, ਜਿਵੇਂ ਪਤੀ ਪਤਨੀ ਨੇ ਰਿਸ਼ਤਾ ਬਣਾਉਣਾ ਹੈ, ਆਪਸ 'ਚ ਪਿਆਰ ਰਵੇ ਤੇ ਬੱਚੇ ਨਾਲ ਬਣਿਆ ਰਹਿੰਦਾ, ਜਿਵੇਂ ਆਪਾਂ ਸ਼ੁਰੂ ਤੋਂ ਕਿੰਨਿਆਂ ਦਾ ਨਾਤੇ ਦੀ ਗੰਢ ਦੀ ਗੱਲ ਹੈ ਨਾ, ਜੋੜ ਦੀ, ਨਾਤਾ ਬਣਿਆ ਰਵੇ। ਇੱਥੇ ਜਿਹੜਾ ਵਚਨ ਹੈ, ਇੱਥੇ ਕਹਿੰਦੇ ਵੇਦਾਂ ਗੰਢ ਬੋਲੇ ਸੱਚ ਕੋਏ। ਵੇਦ ਦਾ ਮਤਲਬ ਹੈ ਗ੍ਰੰਥ, ਧਾਰਮਿਕ ਗ੍ਰੰਥਾਂ ਦੇ ਨਾਲ ਜੇ ਨਾਤਾ ਬਣਾਉਣਾ ਚਾਹੁੰਦਾ ਹੈ। ਧਾਰਮਿਕ ਗ੍ਰੰਥ, ਹਿੰਦੂਆਂ ਦੇ ਧਾਰਮਿਕ ਗ੍ਰੰਥ ਕੁਝ ਹੋਰ ਨੇ, ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਝ ਹੋਰ ਨੇ, ਈਸਾਈਆਂ ਦੇ ਧਾਰਮਿਕ ਗ੍ਰੰਥ ਕੁਝ ਹੋਰ ਨੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਹੋਰ ਨੇ। ਹੁਣ ਇਸੇ ਤਰ੍ਹਾਂ ਜੇ ਤੂੰ ਧਾਰਮਿਕ ਪੁਸਤਕਾਂ ਦੇ ਨਾਲ, ਧਾਰਮਿਕ ਗ੍ਰੰਥਾਂ ਦੇ ਨਾਲ ਆਪਣਾ ਨਾਤਾ ਬਣਾਉਣਾ ਚਾਹੁੰਦਾ ਹੈ ਤੇ ਉਹ ਨਾਤਾ ਪਤਾ ਕਿੱਥੋਂ ਪਤਾ ਲੱਗਦਾ ਹੈ? ਕਹਿੰਦੇ ਵੇਦਾਂ ਗੰਢ ਕਿਹਨਾਂ ਦੀ? ਬੋਲੇ ਸੱਚ ਕੋਏ। ਜਿਹੜਾ ਬੰਦਾ ਸੱਚ ਬੋਲਦਾ ਹੈ, ਸੱਚ ਨਾਲ ਜੁੜਿਆ ਹੋਇਆ ਹੈ, ਉਹਦਾ ਕਹਿੰਦੇ ਧਾਰਮਿਕ ਗ੍ਰੰਥਾਂ ਨਾਲ ਨਾਤਾ ਜੁੜਦਾ ਹੈ, ਉਹ ਹੈ ਧਾਰਮਿਕ ਬੰਦਾ। ਜੇ ਕੋਈ ਕਵੇ ਮੇਰਾ ਤੇ ਬੜਾ ਧਾਰਮਿਕ ਗ੍ਰੰਥਾਂ ਨਾਲ ਪਿਆਰ ਹੈ, ਮੈਂ ਪੋਥੀਆਂ ਘਰ ਵਿੱਚ ਰੱਖੀਆਂ, ਮੈਂ ਬੜੇ ਉੱਚੇ ਥਾਂ ਤੇ ਰੱਖਦਾ, ਮੈਂ ਬੜੀ ਰਿਸਪੈਕਟ ਕਰਦਾ, ਮੈਂ ਪੋਥੀਆਂ ਲਈ ਸਪੈਸ਼ਲ ਪ੍ਰਕਾਸ਼ ਕੀਤਾ, ਮੈਂ ਸਪੈਸ਼ਲ ਕਮਰਾ ਰੱਖਿਆ, ਮੈਂ ਬਹੁਤ ਧਿਆਨ ਰੱਖਦਾ, ਨਹੀਂ, ਇਹ ਗੱਲ ਨੂੰ ਸਮਝਣਾ। ਅਸੀਂ ਪੋਥੀਆਂ ਦਾ ਬਾਹਰੀ ਸਤਿਕਾਰ ਕਰਦੇ ਹਾਂ, ਕਰੀਏ, ਘਰਾਂ ਦੇ ਵਿੱਚ ਪ੍ਰਕਾਸ਼ ਕਰ ਲਓ, ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਕਰ ਲਓ। ਤੁਸੀਂ ਇੱਕ ਕਮਰਾ ਰੱਖ ਲਓ, ਕਮਰੇ ਦੇ ਵਿੱਚ ਤੁਸੀਂ ਗੁਰਬਾਣੀ ਦਾ ਸਦਾ ਲਈ ਪ੍ਰਕਾਸ਼ ਕਰ ਲਓ, ਘਰ ਦੇ ਵਿੱਚ ਤੁਸੀਂ ਪੋਥੀਆਂ ਰੱਖੋ, ਗੁਰਬਾਣੀ ਦਾ ਸਤਿਕਾਰ ਕਰੋ, ਇਹ ਚੰਗੀ ਗੱਲ ਹੈ। ਪਰ ਸਾਡਾ ਨਾਤਾ ਗੁਰਬਾਣੀ ਨਾਲ ਤਾਂ ਬਣੇਗਾ ਜੇ ਅਸੀਂ ਸੱਚ ਨਾਲ ਜੁੜੇ, ਜੇ ਸਾਡੀ ਜ਼ਿੰਦਗੀ 'ਚ ਸੱਚ ਆਇਆ। ਐਦਾਂ ਨਹੀਂ ਹੋਣਾ ਕਿ ਫਲਾਣੇ ਬੰਦੇ ਦੇ ਘਰ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੈ ਤੇ ਫਲਾਣੇ ਬੰਦੇ ਦਾ ਤੇ ਬੜਾ ਗੁਰੂ ਨਾਲ ਨਾਤਾ ਹੈ। ਗੁਰੂ ਨਾਲ ਨਾਤਾ ਉਹਨਾਂ ਦਾ ਮੰਨਿਆ ਜਾਏਗਾ ਜਿਹੜੇ ਬੰਦਿਆਂ ਦਾ ਸੱਚ ਨਾਲ ਨਾਤਾ ਹੈ, ਜਿਨ੍ਹਾਂ ਦੀ ਜ਼ਿੰਦਗੀ 'ਚ ਸੱਚ ਹੈ, ਜਿਹੜੇ ਸੱਚ ਬੋਲਦੇ ਹੈ, ਸੱਚ ਸਮਝਦੇ ਹੈ, ਸੱਚ ਤੇ ਖੜਦੇ ਹੈ, ਸੱਚ ਲਈ ਅੜਦੇ ਹੈ, ਸੱਚ ਲਈ ਲੜਦੇ ਹੈ, ਉਹਨਾਂ ਦਾ ਨਾਤਾ ਹੈ ਗੁਰਬਾਣੀ ਨਾਲ, ਧਾਰਮਿਕ ਗ੍ਰੰਥਾਂ ਨਾਲ। ਇੱਦਾਂ ਤੇ ਫਿਰ ਤੁਸੀਂ ਵੇਖੋ, ਵਿਗੜੇ ਤੋਂ ਵਿਗੜੇ ਬੰਦਿਆਂ ਨੇ, ਕਈਆਂ ਨੇ ਘਰਾਂ 'ਚ ਪ੍ਰਕਾਸ਼ ਕੀਤੇ ਨਹੀਂ ਹੋਏ। ਮੰਨ ਲਓ ਬੰਦਾ 2 ਨੰਬਰੀ ਹੈ ਤੇ ਇਹਦਾ ਮਤਲਬ ਉਹਦਾ ਬੜਾ ਨਾਤਾ ਹੋ ਗਿਆ ਗੁਰੂ ਨਾਲ। ਇੱਦਾਂ ਤੇ ਕੋਈ ਵੀ ਪ੍ਰਕਾਸ਼ ਕਰ ਲਏਗਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਣਾ ਤੇ ਸੌਖਾ ਹੈ, ਪਰ ਗੁਰੂ ਦੇ ਨਾਲ ਨਾਤਾ ਬਣਾਉਣਾ ਬੜਾ ਔਖਾ ਹੈ। ਪ੍ਰਕਾਸ਼ ਕਰਨਾ ਸੌਖਾ ਹੈ, ਪਰ ਨਾਤਾ ਨਹੀਂ ਨਾ, ਰਿਸ਼ਤਾ ਨਹੀਂ ਬਣਦਾ। ਪਰ ਜੇ ਅਸੀਂ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਕਿ ਸਾਡਾ ਗੁਰਬਾਣੀ ਨਾਲ, ਧਾਰਮਿਕ ਗ੍ਰੰਥਾਂ ਨਾਲ ਨਾਤਾ ਬਣੇ, ਤੇ ਨਾਤਾ ਕਹਿੰਦੇ ਉਹਨਾਂ ਦਾ ਬਣਦਾ ਹੈ ਜਿਹੜੇ ਸੱਚ ਨਾਲ ਜੁੜੇ ਹੋਏ ਹੈ। ਇਹ ਨਾਤਾ ਵਿਚਾਲੇ ਜੋੜ ਹੈ ਜਿਹੜਾ ਸੱਚ ਕਰਕੇ ਹੁੰਦਾ ਹੈ। ਸੱਚ ਨਾਲ ਜੁੜੇ ਰਹੀਏ, ਸੱਚ ਸਮਝੀਏ, ਤੇ ਸਾਡਾ ਰਿਸ਼ਤਾ ਜਿਹੜਾ ਹੈ ਉਹ ਧਾਰਮਿਕ ਗ੍ਰੰਥਾਂ ਨਾਲ ਬਣਦਾ ਹੈ, ਨਹੀਂ ਤੇ ਕੋਈ ਰਿਸ਼ਤਾ ਨਹੀਂ। ਠੀਕ ਹੈ ਜੀ। ਇੱਥੇ ਕਿਹਾ ਵੇਦਾਂ ਗੰਢ
ਕਿਹਨਾਂ ਦੀ? ਬੋਲੇ ਸੱਚ ਕੋਏ। ਵੇਦ ਕਹੀਏ ਗ੍ਰੰਥ, ਧਾਰਮਿਕ ਗ੍ਰੰਥਾਂ ਨਾਲ ਉਹਨਾਂ ਦੀ ਗੰਢ ਪਈ ਹੈ, ਜੋੜ ਹੈ, ਜਿਹੜੇ ਸੱਚ ਬੋਲਦੇ ਆ। ਅਗਲੀ ਪੰਕਤੀ, ਮੋਇਆ ਗੰਢ ਨੇਕੀ ਸਤ ਹੋਏ। ਜਿਹੜੇ ਬੰਦੇ ਮਰਨ ਤੋਂ ਬਾਅਦ ਵੀ ਕਹਿੰਦੇ ਆ ਕਿ ਸਮਾਜ ਨਾਲ ਸਾਡੀ ਗੰਢ ਬਣੀ ਰਵੇ, ਦੁਨੀਆ ਨਾਲ ਸਾਡੀ ਜੋੜ ਜੁੜਿਆ ਰਵੇ, ਵੀ ਲੋਕੀ ਮਰਨ ਤੋਂ ਬਾਅਦ ਵੀ ਸਾਨੂੰ ਯਾਦ ਕਰਨ, ਉਹ ਲੋਕ ਨੇ ਜਿਹੜੇ ਮੋਇਆ ਗੰਢ ਕਿਹਨਾਂ ਦੀ? ਨੇਕੀ। ਨੇਕੀ ਕਹੀਏ ਨੇਕੀ ਕਰਨੀ, ਸੱਚ ਨਾਲ ਜੁੜਨਾ। ਜਿਹੜਾ ਨੇਕ ਕੰਮ ਆਪਣੀ ਜ਼ਿੰਦਗੀ ਵਿੱਚ ਕਰਦਾ ਹੈ, ਉਹਨਾਂ ਦਾ ਭਲਾਈ ਦੇ ਕੰਮ ਕਰਨ ਕਰਕੇ ਸਮਾਜ ਨਾਲ ਨਾਤਾ ਹੀ ਰਹਿੰਦਾ ਹੈ। ਉਹ ਮਰ ਕੇ ਵੀ ਨਹੀਂ ਮਰਦੇ। ਜਿਨ੍ਹਾਂ ਨੇ ਲੋਕਾਂ ਲਈ ਭਲੇ ਦੇ ਕੰਮ ਕੀਤੇ, ਕਿੱਥੇ ਮਰਦੇ? ਹੁਣ ਵੇਖੋ, ਕਈ ਬੰਦੇ ਸਰੀਰ ਕਰਕੇ ਜਿਉਂਦੇ ਐ, ਪਰ ਕੋਈ ਚੱਜ ਦਾ ਕੰਮ ਨਹੀਂ ਕੀਤਾ, ਮਰਿਆਂ ਵਰਗੇ ਐ। ਪਰ ਕਈ ਬੰਦੇ ਮਰ ਕੇ ਵੀ ਜਿਉਂਦੇ ਐ, ਉਹਨਾਂ ਨੇ ਇੰਨੇ ਚੰਗੇ ਕੰਮ ਆਪਣੀ ਜ਼ਿੰਦਗੀ 'ਚ ਕੀਤੇ ਹੁੰਦੇ ਐ ਕਿ ਬਾਰ-ਬਾਰ ਯਾਦ ਉਹਨਾਂ ਨੂੰ ਹੀ ਕੀਤਾ ਜਾਂਦਾ ਹੈ। ਕਹਿੰਦੇ ਜੇ ਮਰਨ ਤੋਂ ਬਾਅਦ ਵੀ ਦੁਨੀਆ ਨਾਲ ਨਾਤਾ ਚਾਹੁੰਦਾ ਹੈ ਤੇ ਚੰਗੇ ਕੰਮ ਕਰਕੇ ਜਾਈਂ, ਗਲਤ ਕੰਮ ਨਾ ਕਰੀ। ਮੋਇਆ ਮਰਨ ਤੋਂ ਬਾਅਦ, ਗੰਢ ਜੇ ਮਰਨ ਤੋਂ ਬਾਅਦ ਵੀ ਦੁਨੀਆ ਨਾਲ ਗੰਢ ਰੱਖਣੀ ਚਾਹੁੰਦਾ ਹੈ, ਨੇਕੀ ਸੱਤ ਹੋਏ। ਜੇ ਨੇਕੀ ਦੇ ਰਾਹ ਤੇ ਸੱਚ ਦੇ ਰਾਹ ਤੇ ਚੱਲੇਗਾ ਤੇ ਬੜਾ ਸੌਖਾ ਰਹੇਗਾ। ਹਾਂਜੀ, ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਕਹਿੰਦੇ ਮੂਰਖ ਹੈ ਜਿਹੜਾ ਮੂਰਖ, ਉਹਨੂੰ ਕਹਿੰਦੇ ਝਿੜਕਾਂ ਪੈਂਦੀਆਂ ਰਹਿੰਦੀਆਂ। ਜੇ ਤੂੰ ਕਹਿੰਦਾ ਵੀ ਉਹਦੇ ਨਾਲ ਮੇਰਾ ਰਿਸ਼ਤਾ ਬਣਿਆ ਰਵੇ ਤੇ ਟਾਈਮ ਦੇ ਟਾਈਮ ਉਹਨੂੰ ਝਿੜਕਦਾ ਰਹੀਂ। ਝਿੜਕਦਾ ਮਤਲਬ ਉਹਨੂੰ ਕੰਟਰੋਲ ਕਰਦਾ ਰਹੀਂ। ਕਿਸੇ ਮੂਰਖ ਨਾਲ ਸਦਾ ਦਾ ਨਾਤਾ ਚਾਹੁੰਦਾ ਵੀ ਮੇਰਾ ਇਹਦੇ ਨਾਲ, ਕਮਲੇ ਦੇ ਨਾਲ, ਬੇਵਕੂਫ ਜਿਹਾ ਬੰਦਾ ਹੈ, ਇਹਦੇ ਨਾਲ ਮੇਰਾ ਨਾਤਾ ਬਣਿਆ ਰਵੇ। ਜੇ ਨਾਤਾ ਰੱਖਣਾ ਚਾਹੁੰਦਾ ਹੈ ਤੇ ਫਿਰ ਮਾੜਾ ਮੋਟਾ ਝਿੜਕ ਵੀ ਸੁਧਾਰ ਵਾਸਤੇ ਉਹਨੂੰ ਦੇਣੀ ਪੈਣੀ ਹੈ। ਮਤਲਬ ਉਹਨੂੰ ਝਿੜਕਦੇ ਰਹਿਣਾ ਪੈਣਾ, ਉਹਨੂੰ ਕੰਟਰੋਲ 'ਚ ਰੱਖਣ ਵਾਸਤੇ ਉਹਦੇ ਨਾਲ ਗੱਲਬਾਤ ਕਰਦੇ ਰਹਿਣਾ ਪੈਣਾ। ਉਹਨੂੰ ਮਾਰਦੇ ਰਹਿਣ ਦਾ ਮਤਲਬ, ਉਹਨੂੰ ਤੱਪੜ ਮਾਰਨ ਦਾ ਮਤਲਬ ਨਹੀਂ ਉਹਨੂੰ ਕੁੱਟਦੇ ਰਹੀਏ, ਇੱਦਾਂ ਨਹੀਂ। ਮਤਲਬ ਉਹਨੂੰ ਝਿੜਕਦੇ ਰਹਿਣਾ ਪੈਣਾ, ਉਹਨੂੰ ਕਾਬੂ ਕਰਕੇ ਰੱਖਣਾ ਪੈਣਾ, ਉਹਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਰੱਖਣਾ ਪੈਣਾ। ਨਹੀਂ ਤੇ ਮੂਰਖ ਨੇ ਕਮਲਪੂਣਾ ਕਰ ਦੇਣਾ। ਜੇ ਤੇਰੇ ਲੱਗਦਾ ਹੀ ਹੈ, ਹੋ ਸਕਦਾ ਸਾਡਾ ਭਰਾ ਹੀ ਕਮਲਾ ਹੋਵੇ, ਹੋ ਸਕਦਾ ਸਾਡਾ ਪਿਓ ਹੀ ਮੂਰਖ ਹੋਵੇ, ਹੋ ਸਕਦਾ ਸਾਡਾ ਪੁੱਤ ਹੀ ਮੂਰਖ ਹੋਵੇ, ਪਰ ਜੇ ਤੇਰੇ ਮਨ ਵਿੱਚ ਇਹ ਹੈ ਵੀ ਮੈਂ ਇਹਦੇ ਨਾਲ ਨਾਤਾ ਰੱਖਣਾ ਹੀ ਹੈ, ਫਿਰ ਮੂਰਖ ਨੂੰ ਥੋੜ੍ਹਾ ਜਿਹਾ ਚੰਡ ਕੇ ਰੱਖਣਾ ਪੈਣਾ। ਇਹ ਭਾਵ ਹੈ, ਮੂਰਖ ਨਾਲ ਜੇ ਰਿਸ਼ਤਾ, ਮੂਰਖ ਗੰਢ ਪਵੇ ਮੂੰਹ ਮਾਰ, ਕਹਿੰਦੇ ਮਾੜਾ ਜਿਹਾ ਉਹਨੂੰ ਕੰਟਰੋਲ 'ਚ ਰੱਖਣਾ ਪੈਣਾ। ਹਾਂਜੀ, ਨਾਨਕ ਆਖੇ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਉਹ ਕਹਿੰਦੇ ਭਾਈ ਸਾਰੇ ਜੋੜ ਕੇ ਸਾਰਿਆਂ ਦਾ ਗੱਲ, ਇਹਦੇ ਨਾਲ ਗੰਢ ਬਣਾ ਕੇ ਰੱਖਣੀ, ਇੱਦਾਂ ਕਰਿਓ, ਇਹਦੇ ਨਾਲ ਗੰਢ ਬਣਾ ਕੇ ਰੱਖਣੀ, ਇੱਦਾਂ ਕਰਿਓ, ਇਹਦੇ ਨਾਲ ਗੰਢ ਬਣਾ ਕੇ ਰੱਖਣੀ, ਇੱਦਾਂ ਕਰਿਓ। ਤੇ ਲਾਸਟ ਵਿੱਚ ਕਹਿੰਦੇ ਐ ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵੀ ਮੈਂ ਇਹ ਰਿਜ਼ਲਟ ਕੱਢਿਆ ਹੈ। ਜੇ ਤੇ ਤੁਸੀਂ ਆ ਸਾਰੇ ਰਿਸ਼ਤੇ ਗਿਣ ਕੇ ਕਹਿੰਦੇ ਜੇ ਇਸ ਦਰਬਾਰ ਨਾਲ ਗੰਢ ਬਣਾ ਕੇ ਰੱਖਣੀ ਜਿਹੜਾ ਸਰਬ ਵਿਆਪੀ ਹੈ, ਫੇਰ ਸਿਫਤ ਕਰਿਓ। ਸਿਫਤੀ ਹਰ ਵੇਲੇ ਤੁਹਾਡਾ ਮਨ ਸਿਫਤ ਕਰਦਾ ਰਵੇ, ਵਡਿਆਈ ਕਰਦਾ ਰਵੇ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਉਹਦੀ ਵਡਿਆਈ ਕਰਦੇ ਰਹੋ। ਵਡਿਆਈ ਦਾ ਮਤਲਬ ਜੀਭ ਨਾਲ ਇਕੱਲੀ ਵਡਿਆਈ ਨਾ ਕਰਿਓ, ਉਹਦੀ ਕੇਅਰ ਕਰਿਓ, ਉਹਦੀ ਸੰਭਾਲ ਕਰਿਓ। ਤੁਹਾਡਾ ਵੀ ਕੁਦਰਤ ਦੇ ਇਸ ਵੱਡੇ ਵਿਸ਼ਾਲ ਵਿਰਾਟ ਜਿਹੜਾ ਦਰਬਾਰ ਹੈ, ਇਹਦੇ ਨਾਲ ਰਿਸ਼ਤਾ ਬਣਿਆ ਰਹੇਗਾ, ਇਹਦੇ ਨਾਲ ਸਾਂਝ ਬਣੀ ਰਹੇਗੀ। ਇਹ ਸਭ ਤੋਂ ਸੌਖਾ ਤਰੀਕਾ ਹੈ। ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ, ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ, ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ, ਗੰਢ ਪਵੇ ਦਰਬਾਰ ਬੋਲੋ ਸਿਫਤੀ ਗੰਢ ਪਵੇ, ਗੰਢ ਪਵੇ ਦਰਬਾਰ, ਗੰਢ ਪਵੇ ਦਰਬਾਰ
दरबार सिफती घट पवै, घट पवै 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 दरबार सिफती घट पवै। ओ जी नानक आखै एह विचार, नानक आखै एह विचार, नानक आखै एह विचार, नानक आखै हाँ जी नानक आखै एह विचार, नानक आखै विचार। ओ जी नानक आखै एह विचार, नानक आखै एह विचार, नानक आखै विचार, नानक आखै विचार। ਇਹ विचार नानक आखै। ओ जी विचार घट पवै संसार सिफती घट पवै, घट पवै संसार सिफती घट पवै, घट पवै दरबार सिफती घट पवै, घट पवै दरबार, घट बोल पवै घट पवै दरबार, सिफती घट पवै, घट पवै दरबार सिफती घट पवै। नानक आखै एह विचार सिफती गंढ पवै दरबार ਦਰਬਾਰ। ਉਸ ਦਰਬਾਰ ਨਾਲ ਜੇ ਗੰਢ ਬਣਾ ਕੇ ਰੱਖਣੀ ਹੈ ਤੇ ਸਿਫਤ ਕਰੀਏ ਤਾਂ ਗੱਲ ਬਣਦੀ ਹੈ ਭਾਈ, ਗੱਲਾਂ ਨਾਲ ਨਹੀਂ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਕਰਕੇ ਸਾਰੇ ਜਣੇ ਕੋਸ਼ਿਸ਼ ਕਰੀਏ ਤੇ ਇਹਦੇ ਵਾਸਤੇ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ, ਆਪਣੇ ਆਪ ਨੂੰ ਬਾਰ-ਬਾਰ ਲਾਈਨ ਤੇ ਲਿਆਉਣਾ ਪੈਣਾ ਹੈ, ਆਪਣੇ ਆਪ ਨੂੰ ਬਾਰ-ਬਾਰ ਸਮਝਾਉਣਾ ਪੈਣਾ ਹੈ, ਆਪਣੇ ਮਾਸਟਰ ਆਪ ਬਣਨਾ ਪੈਣਾ ਹੈ, ਆਪਣੇ ਆਪ ਤੇ ਮੁੜ-ਮੁੜ ਕੇ ਕਾਬੂ ਕਰਨਾ ਪੈਣਾ ਹੈ, ਆਪਣੇ ਖਿਆਲਾਂ ਤੇ ਕਾਬੂ ਕਰਨਾ ਪੈਣਾ ਹੈ। ਇਹੀ ਸਾਡੀ ਕਮਾਈ ਹੈ। ਜਪ ਕਈ ਹੁੰਦਾ ਸਮਝਣਾ ਜਾਣਨਾ, ਜਪ ਦਾ ਮਤਲਬ ਹੈ ਸਮਝਣਾ, ਤੇ ਜਿਹੜਾ ਤਪ ਹੈ ਇਹਦਾ ਮਤਲਬ ਹੈ ਜੋ ਸਮਝ ਲਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਵੇਖੋ ਜਿਵੇਂ ਆਪਾਂ ਪੜ੍ਹਦੇ ਹਾਂ ਜਪ ਤਪ ਸੰਜਮ ਧਰਮ ਨਾ ਕਮਾਇਆ। ਜਿਹੜਾ ਜਪ ਹੈ ਉਹ ਹੁੰਦਾ ਜਾਣਨਾ ਤੇ ਤਪ ਹੁੰਦਾ ਜਾਣੇ ਹੋਏ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਤੇ ਜਿਹੜਾ ਲਾਗੂ ਕਰਨਾ ਹੈ ਇਹੀ ਸਾਡੀ ਕਮਾਈ ਹੈ, ਮਿਹਨਤ ਹੈ। ਤੇ ਜਿੰਨਾ ਅਸੀਂ ਮਿਹਨਤ ਕਰਾਂਗੇ ਕਮਾਈ ਕਰਦੇ ਆ, ਉਹਨਾਂ ਬਚਨਾਂ ਨੂੰ ਗੁਰਬਾਣੀ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਆ, ਫਿਰ ਤੜ ਵੀ ਉਸ ਗੱਲ ਦੀ ਬਣਦੀ ਹੈ, ਸਵਾਦ ਵੀ ਉਸ ਗੱਲ ਦਾ ਬਣਦਾ ਹੈ। ਵੇਖੋ ਬਾਣੀ ਪੜ੍ਹਨ ਵਾਲਿਆਂ ਦੀ ਇੱਥੇ ਕਮੀ ਨਹੀਂ, ਦੁਨੀਆ ਹੀ ਪੜ੍ਹਦੀ ਹੈ, ਦੁਨੀਆ ਹੀ ਕੀਰਤਨ ਕਰਦੀ ਹੈ, ਪਰ ਕਮਾਈ ਹੈ ਨਾ ਜਿਹੜੀ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਉਹਨੂੰ ਬੰਦਾ ਜ਼ਿੰਦਗੀ 'ਚ ਗੁਰਬਾਣੀ ਨੂੰ, ਕੀਰਤਨ ਨੂੰ, ਸ਼ਬਦਾਂ ਨੂੰ, ਅਰਥਾਂ ਨੂੰ ਕਮਾਉਂਦਾ ਕਿੰਨਾ ਕੁ ਹੈ। ਅਸਲ ਗੱਲ ਇਹ ਹੈ, ਫਰਕ ਇਹਦੇ ਨਾਲ ਪੈਂਦਾ। ਜਿਵੇਂ ਇੱਕ ਜ਼ਿਮੀਂਦਾਰ ਹੈ, ਉਹਨੇ ਵੇਖਿਆ ਉਹ ਦੁਕਾਨ ਤੇ ਗਿਆ ਤੇ ਦੁਕਾਨ ਤੇ ਲੋਹੜੀ ਵਾਲੇ ਦਿਨ ਚੱਲਦੇ ਸੀ, ਤੇ ਲੋਹੜੀ ਦੇ ਦਿਨਾਂ ਦੇ ਵਿੱਚ ਨਾ ਤੁਹਾਨੂੰ ਪਤਾ ਵੀ ਮੂੰਗਫਲੀ ਤੇ ਰਿਊੜੀਆਂ ਆਪਾਂ ਖਾਂਦੇ, ਰਿਊੜੀਆਂ ਇੰਡੀਆ ਵਾਲੀ ਨਾ ਤੇ ਇੱਥੇ ਉਦਾਂ ਦੀ ਮੂੰਗਫਲੀ ਮਿਲਦੀ ਹੈ, ਇਹ ਸੱਚ ਹੈ ਨਾ ਗੱਲ, ਤੇ ਨਾ ਇੱਥੇ ਉਦਾਂ ਦੀਆਂ ਰਿਊੜੀਆਂ ਮਿਲਦੀਆਂ। ਪਰ ਲੋਹੜੀ ਦੇ ਵੇਲੇ ਤੁਸੀਂ ਵੇਖੋਗੇ ਤੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਭਰੀਆਂ ਹੁੰਦੀਆਂ ਰੇਹੜੀਆਂ, ਰੇਹੜੀਆਂ ਭਰੀਆਂ ਹੁੰਦੀਆਂ, ਰਿਊੜੀਆਂ ਲਓ, ਮੂੰਗਫਲੀ ਲਓ। ਉਹ ਜ਼ਿਮੀਂਦਾਰ ਗਿਆ ਕਿਸੇ ਦੁਕਾਨ ਤੇ ਜਾ ਕੇ ਕਹਿੰਦਾ ਵੀ ਮੈਨੂੰ ਦਿਓ ਜੀ ਰਿਊੜੀਆਂ। ਉਹਨੇ ਜਦੋਂ ਦਿੱਤੀਆਂ, ਉਹਨੇ ਮੰਨ ਲਓ ਐਗਜ਼ੈਂਪਲ ਲੈ ਲਓ ਵੀ 100 ਰੁਪਏ ਦੀਆਂ ਰਿਊੜੀਆਂ ਇੰਨੀਆਂ ਕੁ ਦੇਤੀਆਂ ਵੀ ਆਹ ਚੱਕ। ਉਹ ਕਹਿੰਦਾ ਬਈ ਗੁੜ ਵੀ ਲਾ ਲਾ, ਸਾਡਾ ਗੁੜ ਵੀ ਸਾਡਾ ਆਉਂਦਾ। ਇਸੇ ਤਰ੍ਹਾਂ ਵੀ ਜਿਹੜੇ ਤਿਲ ਨੇ ਉਹ ਵੀ ਸਾਡੇ ਹੀ ਨੇ, ਜਿਹੜੇ ਉੱਤੇ ਤਿਲ ਲਾਏ ਆ ਰਿਊੜੀਆਂ ਤੇ, ਗੁੜ ਵੀ ਸਾਡਾ ਤੇ ਤਿਲ ਵੀ ਸਾਡੇ। ਸਾਡੇ ਤੋਂ ਗੁੜ ਖਰੀਦਦਾ ਹੈ, ਸਾਡੇ ਤੋਂ ਤੂੰ ਤਿਲ ਖਰੀਦੇ ਹੈ, ਤੇ ਆ ਰਿਊੜੀਆਂ ਜੀਆਂ ਬਣਾ ਕੇ ਤੂੰ ਸਾਨੂੰ ਇੰਨੀਆਂ ਮਹਿੰਗੀਆਂ ਵੇਚਦਾ। ਤੇਰਾ ਇਹਦੇ ਵਿੱਚ ਕੀ ਹੈ? ਗੁੜ ਵੀ ਸਾਡਾ, ਤਿਲ ਵੀ ਸਾਡੇ, ਤੇ ਤੇਰਾ ਦੱਸ ਇਹਦੇ ਵਿੱਚ ਕੀ ਹੈ? ਉਸ ਵੇਲੇ ਜਿਹੜਾ ਉਹ ਲਾਲਾ ਹੈ ਨਾ, ਲਾਲਾ ਦੁਕਾਨਦਾਰ, ਉਹ ਕਹਿੰਦਾ ਜ਼ਿਮੀਂਦਾਰ ਨੂੰ, ਕਹਿੰਦਾ ਜਰਾ ਕੁ ਮੂੰਹ 'ਚ ਪਾ, ਚਬਾ। ਉਹਨੇ ਚਬਾਈਆਂ,
ਉਹ ਨਾ ਕੜਕੜ ਕਰਨ, ਕੜਕ ਕੜਕ ਕਰਦੀਆਂ ਨੇ ਨਾ ਰਿਉੜੀਆਂ। ਉਹ ਕਹਿੰਦਾ ਭਾਈ ਜ਼ਿਮੀਂਦਾਰਾ, ਇਹ ਗੁੜ, ਇਹ ਜਿਹੜਾ ਗੁੜ ਵੀ ਹੈ ਇਹ ਵੀ ਤੇਰੇ ਘਰੋਂ ਆਇਆ, ਇਹ ਵੀ ਤੁਹਾਡਾ ਹੈ, ਤੇ ਤਿਲ ਵੀ ਤੇਰਾ ਹੈ। ਗੁੜ ਵੀ ਤੇਰਾ ਹੈ, ਤਿਲ ਵੀ ਤੇਰਾ ਹੈ, ਪਰ ਜਿਹੜਾ ਕੜਾਕਾ ਹੈ ਨਾ ਇਹ ਮੇਰਾ ਹੈ। ਇਹ ਕੜਾਕਾ ਜਿਹੜਾ ਇਹ ਮੇਰਾ ਹੈ, ਇਹ ਮੈਂ ਪਾਇਆ ਇਹਦੇ ਵਿੱਚ, ਇਸੇ ਦਾ ਮੁੱਲ ਹੈ। ਫਿਰ ਤੂੰ ਇਦਾਂ ਕਰ, ਤਿਲ ਵੀ ਤੇਰੇ ਘਰੇ ਪਏ ਹੈ ਤੇ ਗੁੜ ਵੀ ਹੈ, ਤੇ ਗੁੜ ਤੇ ਤਿਲ ਖਾ ਲੈ, ਇਕੱਠੇ ਕਰ ਲੈ, ਪਰ ਜਿਹੜਾ ਕੜਾਕਾ ਹੈ ਉਹ ਤੇਰੇ ਤੋਂ ਨਹੀਂ ਬਣਨਾ, ਇਹ ਮੈਂ ਬਣਾਇਆ, ਇਹ ਮੇਰਾ ਹੈ। ਚੇਤਾ ਰੱਖਣਾ, ਜਿਹੜਾ ਨਾ ਗੁਰਬਾਣੀ, ਗੁਰਬਾਣੀ ਕੀਰਤਨ, ਇਹ ਸਾਰਾ ਕੁਛ ਹੈ ਨਾ ਜਿਹੜਾ, ਇਹ ਸਾਰਿਆਂ ਕੋਲ ਹੈ, ਪਰ ਜਿਹੜਾ ਨਾ ਪਾਤਸ਼ਾਹ ਦਾ, ਜਿਵੇਂ ਹੁਣ ਗੁਰੂ ਅਰਜਨ ਦੇਵ ਜੀ ਬਾਣੀ ਪੜ੍ਹਦੇ ਹੋਣਗੇ, ਬਾਣੀ ਤੇ ਅਸੀਂ ਵੀ ਪੜ੍ਹਦੇ ਹਾਂ, ਬਾਣੀ ਉਹ ਵੀ ਪੜ੍ਹਦੇ ਹੋਣਗੇ, ਕੀਰਤਨ ਅਸੀਂ ਵੀ ਕਰਦੇ ਹਾਂ। ਕਹਿੰਦੇ ਸੁਰੰਦੇ ਦੇ ਨਾਲ ਗੁਰੂ ਅਰਜਨ ਦੇਵ ਜੀ ਵੀ ਕੀਰਤਨ ਕਰਦੇ ਸੀ, ਪਰ ਜਿਹੜੀ ਤੜ ਸੀ ਨਾ ਉਹ ਪਾਤਸ਼ਾਹ ਦੀ ਆਪਣੀ ਸੀ। ਤੁਸੀਂ ਗੁਰਬਾਣੀ ਸਭ ਨੇ ਪੜ੍ਹਨੀ ਹੈ, ਪਰ ਤੜ ਹੈ ਜਿਹੜੀ ਉਹ ਗੁਰਬਾਣੀ ਨੂੰ ਕਮਾਉਣ ਕਮਾਈ ਹੈ ਜਿਹੜੀ, ਉਹ ਸਾਡੀ ਤੁਹਾਡੀ ਆਪਣੀ ਹੋਣੀ ਹੈ। ਜਿਹੜਾ ਨਜ਼ਾਰਾ ਹੈ ਉਹ ਤੜ ਦਾ ਹੈ। ਗੋਲੀ ਇੱਦਾਂ ਸਿੱਧੀ ਮਾਰੋ ਕੋਈ ਅਸਰ ਨਹੀਂ ਕਰਦੀ, ਰਿਵਾਲਵਰ 'ਚ ਪਾ ਕੇ ਵੱਜੇ ਫੇਰ ਕੱਖ ਨਹੀਂ ਛੱਡਦੀ, ਉਹ ਅਸਰ ਹੈ ਜਿਹੜਾ ਗੋਲੀ ਹੈ ਨਾ, ਜਿਹੜੀ ਗੋਲੀ ਤੇ ਸੇਮ ਹੀ ਹੈ। ਹੁਣ ਗੁਰਬਾਣੀ ਹੈ ਜਿਹੜੀ, ਜਿਹੜੇ ਮਰਜ਼ੀ ਗਾਈ ਜਾਓ, ਕੀਰਤਨੀਏ ਗਾਈ ਜਾਓ, ਸਾਜੀ ਜਿੰਨੇ ਮਰਜ਼ੀ ਗਾਈ ਚੱਲੀਏ, ਪਰ ਅਸਲ ਜਿਹੜੀ ਤੜ ਹੈ, ਜਿਹੜਾ ਕੜਾਕਾ ਹੈ, ਉਹ ਸਾਡੀ ਆਪਣੀ ਕਮਾਈ ਹੈ। ਜਿੰਨੀ ਕੁ ਸਾਡੀ ਆਪਣੀ ਕਮਾਈ ਹੋਣੀ ਹੈ, ਸਵਾਦ ਉਹਦਾ ਆਉਣਾ ਹੈ। ਤਾਂ ਹੀ ਤੇ ਹੁਣ ਵੇਖੋ ਗੁਰਬਾਣੀ ਦੇ ਸ਼ਬਦ ਨੇ ਬੜੀ ਵਾਰੀ ਆਏ, ਬੜੀ ਵਾਰੀ ਗਏ, ਬੜੀ ਵਾਰੀ ਪੜ੍ਹੇ, ਪਰ ਜਿਹੜੇ ਬੰਦਿਆਂ ਨੇ ਉਹਨੂੰ ਕਮਾਇਆ, ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ, ਉਹਨਾਂ ਦੀ ਜ਼ਿੰਦਗੀ ਦਾ ਸਵਾਦ ਹੀ ਵੱਖਰਾ ਹੈ, ਉਹਨਾਂ ਦੀ ਜ਼ਿੰਦਗੀ ਬੜੀ ਵੱਖਰੀ ਹੈ, ਬੜੇ ਕਮਾਲ ਦੇ ਹੈ। ਸਦਾ ਆਨੰਦ ਰਹਿਣਾ, ਸਦਾ ਖੁਸ਼ ਰਹਿਣਾ, ਸਦਾ ਚੜ੍ਹਦੀ ਕਲਾ ਵਿੱਚ ਰਹਿਣਾ, ਇਹ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਿੱਖਿਆ। ਸਦਾ ਆਨੰਦ ਵਿੱਚ ਰਹਿੰਦੇ ਹੈ, ਸਦਾ ਖਿੜੇ ਖਿੜੇ ਰਹਿੰਦੇ ਹੈ। ਉਹਦਾ ਕਾਰਨ ਅਸਲ ਦੇ ਵਿੱਚ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੁੰਦਾ ਹੈ। ਤੇ ਜੇ ਅਸੀਂ ਲਾਗੂ ਨਾ ਕੀਤਾ, ਫਿਰ ਤੇ ਜਿਹੋ ਜਿਹੇ ਦੁਨੀਆ ਵਿੱਚ ਆਏ ਤੇ ਜਿਹੋ ਜਿਹੇ ਨਾ ਆਏ, ਕੋਈ ਫਾਇਦਾ ਹੋਣਾ ਹੀ ਨਹੀਂ, ਫਿਰ ਕੋਈ ਲਾਭ ਨਹੀਂ ਹੋਣਾ। ਇੱਥੇ ਆ ਮਹਾਰਾਜ ਦਾ ਇੱਕ ਬਚਨ ਹੈ, ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ। ਕਹਿੰਦੇ ਤੂੰ ਨਾ ਸਮਝਿਆ ਨਹੀਂ, ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਨਹੀਂ। ਉਹ ਜਿਹੜੀ ਕਮਾਈ ਹੈ ਜਿਹੜੀ, ਉਹ ਤੇ ਤੇਰੀ ਆਪਣੀ ਹੋਣੀ ਸੀ ਨਾ। ਸ਼ਬਦ ਤੇ ਸਾਰਿਆਂ ਦੇ ਹੀ ਨੇ, ਪੜ੍ਹੀ ਜਾਣਾ ਤੂੰ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ, ਕਬੀਰ ਜੀ ਦੇ ਬਚਨ, ਪਰ ਤੜ ਤੇ ਤੇਰੀ ਆਪਣੀ ਹੋਣੀ ਚਾਹੀਦੀ ਸੀ ਨਾ। ਉਹ ਗੱਲ ਹੀ ਫੇਰ ਬਣੇਗੀ। ਬਾਵਰੇ ਵਾਹ, ਤੈ ਗਿਆਨ ਵਿਚਾਰ ਨਾ ਪਾਇਆ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਥਾਕੇ ਨੈਣ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਥਾਕੀ ਸੁੰਦਰ ਜ਼ਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ, ਏਕ ਨਾ ਥਾਕ ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਾਵਰੇ
ज्ञान विचार न पाया। तब लग प्राणी तिसै सिरे वो, जब लग घट में सासा, जब लग जे घट जाए ता पाओ न जासी, हर के चरण निवासा, हर के जे घट जाए ता पाओ न जासी, हर के चरण निवासा, हर के बाबुरे ते ज्ञान विचार न पाया। बाबुरे ते ज्ञान विचार न, जिसका शब्द बसावे अंतर, चूके तिसे प्यासा, चूके हुक्म बूझे चौपड़ खेले, मन जिण ढाले पासा, मन जिण हुक्म बूझे चौपड़ खेले, मन जिण ढाले पासा, मन जिण बाबुरे ते ज्ञान विचार न पाया। बाबुरे ते ज्ञान विचार न, जो जन जान पजे अवगत का, तिनका कछु न नासा, तिनका कहो कबीर ते जन कबहू न हारे, टाल जो जाने पासा, टाल जो कहो कबीर ते जन कबहू न हारे, टाल जो जाने पासा, टाल जो बाबुरे ते ज्ञान विचार न पाया। बाबुरे ते ज्ञान विचार न, बिरथा जन्म गवाया, बिरथा जन्म गवाया। बाबुरे ते ज्ञान विचार न पाया। बाबुरे ते ज्ञान विचार ना पा। कमाल दी गल है। वेखो कबीर जी कहंदे है
कि जिसको शब्द बसावै अंतर चूकै तिसै प्यासा, हुक्मै बूझै चौपड़ खेलै मन जिण ढाले पासा। ये जिंदगी की खेड खेडनी है। वो कहते जो जन जान भजै अवगत को, तिनका कछू ना नासा। कहो कबीर ते जन कबहू ना हारै, ढाल जो जानै पासा। कहते जिन्हां नूं चौपड़ खेडनी आउंदी है, जिन्हां नूं पता है भी किहड़ा पासा सिੱਟਣਾ है, कहते जिंदगी की बाजी नहीं हारते। किहड़े समय किहड़ा डिसीजन लैना है, जिन्हां नूं जाच आ गई, जिन्हां नूं अकल आ गई, वो कहते कदे नहीं जिंदगी की बाजी हारते। तेरे नाए रत्ते से जिण गए, हार गए से ठगण वालिया। हारे वो ਜਿਹੜੇ ठगे गए। ਤੇ ਜਿਨ੍ਹਾਂ ਨੂੰ ਜ਼ਿੰਦਗੀ ਦੀ ਖੇਡ ਖੇਡਣੀ ਆਉਂਦੀ ਹੈ ਨਾ, ਨੋਟ ਰੱਖਣਾ। ਜਿਵੇਂ ਕਿਸੇ ਨੂੰ ਕੋਈ ਖੇਡ ਆਉਂਦੀ ਹੈ, ਕਿਸੇ ਨੂੰ ਕੋਈ ਵਾਲੀਬਾਲ ਖੇਡਦਾ ਹੈ, ਕੋਈ ਸ਼ੌਕਰ ਖੇਡਦਾ ਹੈ, ਕੋਈ ਕ੍ਰਿਕਟਰ ਹੈ, ਕੋਈ ਕਬੱਡੀ ਖੇਡਦਾ ਹੈ। ਇੱਥੇ ਕੋਈ ਕੁਛ ਖੇਡਦਾ ਹੈ, ਕੋਈ ਕੁਝ ਖੇਡਦਾ ਹੈ, ਪਰ ਕਈਆਂ ਨੂੰ ਜ਼ਿੰਦਗੀ ਦੀ ਬਾਜੀ ਹੈ ਨਾ ਜਿਹੜੀ, ਉਹ ਖੇਡਣੀ ਨਹੀਂ ਆਉਂਦੀ। ਤੇ ਜ਼ਿੰਦਗੀ ਦੀ ਬਾਜੀ ਜਿਨ੍ਹਾਂ ਨੂੰ ਖੇਡਣੀ ਆ ਗਈ, ਇੱਥੇ ਕਬੀਰ ਜੀ ਕਹਿੰਦੇ ਐ, ਕਹੋ ਕਬੀਰ ਤੇ ਜਨ ਕਬਹੂ ਨਾ ਹਾਰੈ। ਉਹ ਕਦੇ ਨਹੀਂ ਹਾਰਦੇ। ਢਾਲ ਜੋ ਜਾਣੈ ਪਾਸਾ, ਜਿਨ੍ਹਾਂ ਨੂੰ ਢਾਲਣਾ ਮਤਲਬ ਤਰੀਕਾ ਆਉਂਦਾ ਹੈ ਵੀ ਕਿਹੜਾ ਪਾਸਾ ਸਿੱਟਣਾ, ਕਿਹੜੇ ਵੇਲੇ ਕਿਹੜਾ ਡਿਸੀਜਨ ਲੈਣਾ ਹੈ। ਕਹਿੰਦੇ ਉਹ ਬੰਦੇ ਜ਼ਿੰਦਗੀ ਦੀ ਕਦੇ ਬਾਜੀ ਨਹੀਂ ਹਾਰਦੇ। ਫਿਰ ਭਾਵੇਂ ਦੁੱਖ ਹੋਣ ਭਾਵੇਂ ਸੁੱਖ ਹੋਣ, ਹਮੇਸ਼ਾ ਆਪਣੇ ਆਪ ਨੂੰ ਕਾਇਮ ਰੱਖ ਲੈਂਦੇ। ਵੀਰੋ ਭਰਾਵੋ ਭੈਣੋ, ਨੋਟ ਕਰੋ ਚੰਗੀ ਤਰ੍ਹਾਂ। ਆਪਣੇ ਬੱਚਿਆਂ ਨੂੰ ਤੈਰਨਾ ਸਿਖਾਤਾ ਜਿਨ੍ਹਾਂ ਨੇ, ਸਵੀਮਿੰਗ ਕਰਨੀ ਜਿਨ੍ਹਾਂ ਨੇ ਸਿਖਾਤੀ, ਸਵੀਮਿੰਗ ਕਰਨੀ ਚੰਗੀ ਤਰ੍ਹਾਂ ਜਿਹੜੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਿਖਾਤੀ ਚੰਗੀ ਤਰ੍ਹਾਂ। ਫਿਰ ਪੂਲ 4 ਫੁੱਟ ਦਾ ਹੋਵੇ, ਬੱਚਾ ਡਰੇਗਾ ਜੇ ਚੰਗੀ ਤਰ੍ਹਾਂ ਸਵੀਮਿੰਗ ਕਰਨੀ ਆਉਂਦੀ ਹੈ। ਤੇ ਜੇ ਪੂਲ 4 ਫੁੱਟ ਦਾ ਨਾ ਹੋਵੇ, 40 ਫੁੱਟ ਡੂੰਘਾ ਹੋਵੇ, ਫਿਰ ਡਰੇਗਾ ਨਹੀਂ। ਤੇ ਜੇ ਸਮੁੰਦਰ 'ਚ ਲੈ ਜਾਈਏ 400 ਫੁੱਟ ਡੂੰਘਾ ਹੋਵੇ, ਫਿਰ ਡਰੇਗਾ ਨਹੀਂ। ਕਿਉਂ? ਕਿਉਂਕਿ ਹੁਣ ਤੈਰਨਾ ਆ ਗਿਆ। ਜਿਹਨੂੰ ਤੈਰਨਾ ਆ ਹੀ ਗਿਆ, ਫਿਰ ਪਾਣੀ ਭਾਵੇਂ 400 ਫੁੱਟ ਡੂੰਘਾ ਹੋਵੇ, ਭਾਵੇਂ 40 ਫੁੱਟ ਡੂੰਘਾ ਹੋਵੇ, ਭਾਵੇਂ 4 ਫੁੱਟ ਡੂੰਘਾ ਹੋਵੇ, ਤੈਰਨਾ ਜਿਹਨੂੰ ਆ ਹੀ ਗਿਆ, ਫਿਰ ਕੋਈ ਫਰਕ ਨਹੀਂ ਪੈਂਦਾ। ਇਸੇ ਕਰਕੇ ਜ਼ਿੰਦਗੀ ਦੇ ਜਿਹੜਾ ਦੁੱਖਾਂ ਦਾ ਪਾਣੀ ਹੈ ਨਾ, ਦੁੱਖ ਤਕਲੀਫਾਂ ਪ੍ਰੋਬਲਮਸ ਜਿੰਨੀਆਂ ਵੀ ਨੇ, ਮੁਸ਼ਕਲਾਂ ਨੇ, ਇਹ ਮੁਸ਼ਕਲਾਂ ਦਾ ਪਾਣੀ ਭਾਵੇਂ 4 ਫੁੱਟ ਹੋਵੇ ਭਾਵੇਂ 400 ਫੁੱਟ ਹੋਵੇ, ਜਿਹਨੂੰ ਤੈਰਨਾ ਆ ਗਿਆ ਉਹਨੇ ਤੈਰ ਹੀ ਲੈਣਾ। ਜਿਹਨੂੰ ਜਿੱਤਣਾ ਆ ਗਿਆ ਉਹਨੇ ਜਿੱਤ ਹੀ ਲੈਣਾ। ਜਿਹਨੂੰ ਜ਼ਿੰਦਗੀ ਦੀ ਬਾਜੀ ਖੇਡਣੀ ਆ ਗਈ ਉਹਨੇ ਖੇਡ ਹੀ ਲੈਣਾ। ਤੇ ਜਿਹੜੇ ਬੰਦੇ ਨਿਕੰਮੇ ਹੈ ਉਹ ਬਿਨਾਂ ਖੇਡੇ ਤੋਂ ਵੀ ਹਾਰੇ ਹੈ। ਕਈ ਬੰਦੇ ਇੰਨੇ ਨਿਕੰਮੇ ਹੈ ਕਿ ਜ਼ਿੰਦਗੀ ਦੀ ਬਾਜੀ ਹਾਰ ਹੀ ਗਏ ਹੈ, ਅਜੇ ਖੇਡੇ ਵੀ ਕੱਖ ਨਹੀਂ, ਪਹਿਲਾਂ ਹੀ ਹਾਰ ਮੰਨੀ ਬੈਠੇ। ਤਾਂ ਕਰਕੇ ਦੁੱਖ ਹੋਣ, ਤਕਲੀਫ ਹੋਵੇ, ਜਿੱਦਾਂ ਦੀ ਮਰਜ਼ੀ ਹਾਲਾਤ ਹੋਣ, ਆਪਣੇ ਆਪ ਨੂੰ ਅਸੀਂ ਕਾਇਮ ਕਰ ਲਿਆ। ਅਕਲ ਆ ਗਈ, ਜੇ ਅਕਲ ਆ ਗਈ, ਸਮਝ ਆ ਗਈ, ਖੇਡਣਾ ਆ ਗਿਆ, ਕਿਹੜਾ ਦਾ ਖੇਡਣਾ ਮਤਲਬ ਕਿਹੜੇ ਫੈਸਲਾ ਲੈਣਾ ਹੈ ਜ਼ਿੰਦਗੀ ਦੇ ਵਿੱਚ, ਕਿਹੜੀ ਮੁਸ਼ਕਿਲ ਨਾਲ ਕਿਵੇਂ ਹੱਲ ਕਰਨਾ ਹੈ। ਤੇ ਫਿਰ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆਉਂਦੀਆਂ ਰਹਿਣ, ਦੁੱਖ ਆਉਂਦੇ ਰਹਿਣ, ਤਕਲੀਫਾਂ ਆਉਂਦੀਆਂ ਰਹਿਣ, ਫਿਰ ਬੰਦਾ ਸਦਾ ਹੀ ਖੁਸ਼ ਰਹਿੰਦਾ, ਹੱਸਦਾ ਰਹਿੰਦਾ। ਇਹਨਾਂ ਦੇਸ਼ਾਂ 'ਚ ਰਹਿਣ ਵਾਲਿਓ ਵੀਰੋ ਭਾਈਓ ਭੈਣੋ, ਇੱਕ ਘਰ ਜਾਓ, ਦੂਜੇ ਘਰ ਜਾਓ, ਤੀਜੇ ਘਰ ਜਾਓ, ਹਰ ਘਰ ਵੱਡੇ ਵੱਡੇ ਵੀ ਬਣੇ ਆ, ਛੋਟੇ ਵੀ ਬਣੇ ਆ, ਪਰ ਸਾਰੇ ਸੁਖੀ ਵਸਦੇ ਆ। ਆਪੋ ਆਪਣਾ ਕੰਮ ਚੱਲੀ ਜਾਂਦਾ ਹੈ, ਬੜਾ ਸੌਖਾ ਹੈ। ਇੱਥੇ ਤੇ ਅਸੀਂ ਸਦਾ ਹੀ ਚੜ੍ਹਦੀ ਕਲਾ 'ਚ ਰਹਿਣੇ ਚਾਹੀਦੇ ਆ, ਹਸੂ ਹਸੂ ਕਰਦੇ ਰਹਿਣੇ ਚਾਹੀਦੇ ਆ, ਖਿੜੇ ਖਿੜੇ ਰਹਿਣੇ ਚਾਹੀਦੇ ਆ। ਕੋਈ ਗੱਲ ਨਹੀਂ, ਮੁਸ਼ਕਿਲਾਂ ਜ਼ਿੰਦਗੀ 'ਚ ਆਉਂਦੀਆਂ, ਕੋਈ ਛੱਡ ਗਿਆ, ਕੋਈ ਆ ਗਿਆ, ਕੋਈ ਤੁਰ ਗਿਆ, ਪਰ ਅਸੀਂ ਕਾਇਮ ਰਹਿਣਾ ਹੈ। ਬਹੁਤ ਵੱਡਾ ਇੱਕ ਢਾਂਚਾ ਬਣਿਆ ਹੋਇਆ ਜਿਹੜਾ ਆਟੋਮੈਟਿਕ ਚੱਲਦਾ ਹੈ, ਤੇ ਬੜਾ ਬੰਦਾ ਸੌਖਾ ਰਹਿ ਸਕਦਾ ਜੇ ਰਹਿਣਾ ਚਾਹਵੇ, ਖੁਸ਼ ਰਹਿ ਸਕਦਾ ਜੇ ਰਹਿਣਾ ਚਾਹਵੇ, ਆਪਣੀ ਕਮਾਈ ਕਰ ਸਕਦਾ, ਪੈਰਾਂ 'ਤੇ ਖੜਾ ਹੋ ਸਕਦਾ, ਕੋਈ ਵਿਚਾਰਾ ਨਾ ਬਣੇ। ਅਸੀਂ ਕੋਈ ਵਿਚਾਰੇ ਨਹੀਂ, ਕਦੇ ਨਹੀਂ ਕਹਿਣਾ ਵੀ ਆਹ ਵਿਚਾਰਾ ਹੈ, ਜਾਂ ਆਪਣੇ ਆਪ ਨੂੰ ਕਦੇ ਵਿਚਾਰੇ ਨਹੀਂ ਸਮਝਣਾ। ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ, ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ। ਜ਼ਿੰਦਗੀ ਦੇ ਵਿੱਚ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ, ਸਾਡਾ ਹੋਣਾ ਕੀ ਹੋਇਆ, ਅਸੀਂ ਹਰੇਕ ਕੰਡੇ ਨੂੰ ਫੁੱਲ ਬਣਾ ਲਾਂਗੇ। ਅਸੀਂ ਹਰੇਕ ਕੰਡੇ ਨੂੰ ਫੁੱਲ ਬਣਾਉਣ ਦੀ ਤਾਕਤ ਰੱਖਦੇ ਹਾਂ। ਇਹ ਨਾ ਕਹੋ ਮਹਾਰਾਜ ਮੇਰੇ ਤੇ ਫੁੱਲਾਂ ਦੀ ਉਹੀ ਵਰਖਾ ਹੋਵੇ, ਇਹ ਕਿਆ ਕਰੀਏ, ਕੰਡੇ ਵੀ ਆਉਣਗੇ, ਆਪਣੀ ਅਕਲ ਦੇ ਨਾਲ ਕੰਡਿਆਂ ਨੂੰ ਹੀ ਅਸੀਂ ਫੁੱਲ ਬਣਾ ਲਾਂਗੇ।
ਅਸੀਂ ਮੁਸ਼ਕਲਾਂ ਨੂੰ ਵੀ ਹੱਲ ਕੱਢ ਲੈਣਾ ਹੈ, ਇਹ ਕੰਡਿਆਂ ਤੋਂ ਵੀ ਕੋਈ ਨਾ ਕੋਈ ਫਾਇਦਾ ਹੀ ਲਵਾਂਗੇ ਅਸੀਂ। ਮਤਲਬ ਅਸੀਂ ਆਪਣੇ ਆਪ ਨੂੰ ਐ ਤਕੜੇ ਬਣਾ ਕੇ ਰੱਖਣਾ ਹੈ, ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ ਹੈ। ਮਹਾਰਾਜ ਫੁੱਲ ਹੀ ਮਿਲਣ ਨਹੀਂ, ਜੋ ਵੀ ਹੋਏਗਾ ਵੇਖੀ ਜਾਏਗੀ, ਇੱਦਾਂ ਆਪਣੇ ਆਪ ਨੂੰ ਰੱਖਣਾ ਹੈ। ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕਦਾ ਹੈ। ਕੋਈ ਦੁਨੀਆ ਦਾ ਐਸਾ ਦੁੱਖ ਨਹੀਂ ਜਿਹਨੂੰ ਬੰਦਾ ਸਹਿ ਨਾ ਸਕੇ, ਕੋਈ ਇੱਦਾਂ ਦੀ ਦੁਨੀਆ 'ਚ ਤਕਲੀਫ ਨਹੀਂ ਜਿਹਨੂੰ ਬੰਦਾ ਝੱਲ ਨਾ ਸਕੇ। ਤੇ ਸਾਡੇ ਪਾਤਸ਼ਾਹਾਂ ਨੇ ਕੰਡਿਆਂ ਤੇ ਰਹਿ ਕੇ ਚੜ੍ਹਦੀ ਕਲਾ 'ਚ ਰਹਿਣਾ, ਹੱਸਣਾ, ਖਿੜੇ ਖਿੜੇ ਰਹਿਣਾ ਸਾਨੂੰ ਸਿਖਾਇਆ ਹੈ। ਤੇ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਸਿੱਖ ਲਵਾਂਗੇ। ਮੈਂ ਪਹਿਲਾਂ ਕਿਹਾ ਪਾਣੀ 4 ਫੁੱਟ ਹੋਵੇ 40 ਫੁੱਟ ਹੋਵੇ, ਜਿਹਨੂੰ ਤੈਰਨਾ ਆ ਗਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ। ਮੁਸ਼ਕਲਾਂ ਘੱਟ ਹੋਣ ਵੱਧ ਹੋਣ ਜਿੰਨੀਆਂ ਮਰਜ਼ੀ ਹੋਣ, ਜਿਹੜੇ ਬੰਦਿਆਂ ਨੂੰ ਚੱਜ ਹੀ ਆ ਗਿਆ ਉਹਨਾਂ ਨੇ ਰਹਿ ਹੀ ਲੈਣਾ, ਉਹਨਾਂ ਨੇ ਕੋਈ ਨਾ ਕੋਈ ਰਾਹ ਕੱਢ ਹੀ ਲੈਣਾ, ਕੋਈ ਨਾ ਕੋਈ ਉਹਨਾਂ ਨੇ ਮੁਸ਼ਕਲ ਦਾ ਹੱਲ ਕੱਢ ਹੀ ਲੈਣਾ ਹੁੰਦਾ। ਆਪਣੇ ਆਪ ਨੂੰ ਕਾਇਮ ਹੀ ਰੱਖਣਾ ਹੁੰਦਾ। ਤਾਂ ਕਰਕੇ ਚੜ੍ਹਦੀ ਕਲਾ ਵਿੱਚ ਰਹਿਣਾ। ਜਿਵੇਂ ਹੁਣ ਕੋਵਿਡ ਇੰਡੀਆ ਵਿੱਚ ਜ਼ਿਆਦਾ ਆਇਆ, ਫੈਲਿਆ, ਕਈ ਬਹੁਤ ਡਰੇ ਹੋਏ ਹੈ ਤੇ ਕਈ ਬੈਠੇ ਘਰ ਹੀ ਹੈ ਭਾਵੇਂ, ਪਰ ਕਹਿੰਦੇ ਠੀਕ ਹੈ ਜੀ, ਜੇ ਵੇਖਦੇ ਆ ਬਚਾ ਤੇ ਰੱਖਾਂਗੇ ਪੂਰਾ, ਬਾਕੀ ਜੇ ਮਰ ਵੀ ਗਏ ਤਾਂ ਠੀਕ ਹੈ, ਫਿਰ ਲੋਕਾਂ ਦੇ ਨਾਲ ਹੀ ਹੈ। ਮਤਲਬ ਕਈ ਆਪਣੇ ਆਪ ਨੂੰ ਹੌਸਲੇ 'ਚ ਰੱਖਦੇ ਆ। ਕਈਆਂ ਦੇ ਬਿਮਾਰੀ ਅਜੇ ਪਤਾ ਨਹੀਂ ਦੂਜੇ ਸ਼ਹਿਰ ਹੀ ਆਈ ਹੁੰਦੀ, ਉਹ ਪਹਿਲੇ ਡਿੱਗ ਪੈਂਦੇ ਆ, ਪਹਿਲਾਂ ਹੀ ਮਰ ਜਾਂਦੇ ਆ ਵੀ ਲਓ ਜੀ ਬਸ ਹੁਣ ਤੇ ਮੈਂ ਬਚਣਾ ਹੀ ਨਹੀਂ, ਹੁਣ ਤੇ ਮੈਂ ਮਰ ਹੀ ਜਾਣਾ। ਮਤਲਬ ਡਰੀਏ ਨਾ, ਘਬਰਾਈਏ ਨਾ, ਆਪਣੇ ਆਪ ਨੂੰ ਕਾਇਮ ਰੱਖੀਏ। ਬਾਕੀ ਜਿਹੜਾ ਹਾਲਾਤ ਹੋਣਗੇ ਵੇਖੀ ਜਾਏਗੀ। ਦੁੱਖ ਜਿੰਨੇ ਮਰਜ਼ੀ ਆਉਣ, ਤਕਲੀਫਾਂ ਆਉਣ, ਉਹਨੂੰ ਅਸੀਂ ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ। ਬਾਕੀ ਭਾਈ ਇੱਕ ਗੱਲ ਹੋਰ ਵੀ ਹੈ, ਕਈ ਵਾਰੀ ਨਾ ਭਾਂਡਾ ਭਰ ਕੇ ਹੀ ਡੁੱਲਦਾ ਹੁੰਦਾ। ਕਈ ਵਾਰੀ ਲੋਕਾਂ ਦੇ ਜਿੰਨਾ ਚਿਰ ਨੱਕ 'ਚ ਦਮ ਨਹੀਂ ਨਾ ਆਉਂਦਾ ਉਹਨਾਂ ਚਿਰ ਲੋਕ ਸਿਆਣੇ ਵੀ ਨਹੀਂ ਬਣਦੇ। ਇਹ ਵੀ ਮੈਨੂੰ ਮਾਫ ਕਰ ਦੇਣਾ। ਜੇ ਨਾ ਪਾਸੇ ਬਦਲਦੇ ਆ ਨਾ, ਕਈ ਵਾਰੀ ਲੋਕੀ ਜਦੋਂ ਬਹੁਤਾ ਹੀ ਬੁਰਾ ਹਾਲ ਹੋ ਜਾਂਦਾ ਫਿਰ ਅੱਕ ਕੇ ਫਿਰ ਲੋਕਾਂ ਨੂੰ ਹੁੰਦਾ ਵੀ ਨਹੀਂ ਹੁਣ ਤੇ ਹੱਲ ਕਰਨਾ ਹੀ ਪੈਣਾ, ਨੱਕ 'ਚ ਦਮ ਆ ਜਾਂਦਾ। ਕਈ ਵਾਰੀ ਬਾਲਟੀ ਭਰ ਕੇ ਹੀ ਡੁੱਲਦੀ ਹੈ ਨਾ, ਪਾਪਾਂ ਦਾ ਘੜਾ ਭਰ ਕੇ ਹੀ ਡੁੱਲਦਾ। ਸਾਡਾ ਸਰਕਾਰਾਂ ਦਾ ਢਾਂਚਾ ਇੰਨਾ ਵਿਗੜਿਆ ਤੇ ਫੇਕ ਹੈ। ਅੱਜ ਇੰਟਰਨੈਟ ਦੇ ਉੱਤੇ ਦੁਨੀਆ 'ਚ ਜਲੂਸ ਨਿਕਲਦਾ ਹੈ। ਇੰਡੀਆ ਦੇ ਵਾਸਤੇ ਵੀ ਤੁਸੀਂ ਇਹ ਮੰਨੋ ਵੀ ਜੇ ਕਰੋਨਾ ਆਇਆ ਹੈ, ਕੋਵਿਡ ਆਇਆ ਤੇ ਲੰਘ ਜਾਏਗਾ, ਪਰ ਇਹਦੇ ਨਾਲ ਇਹ ਨੰਗੇ ਚਿੱਟੇ ਹੋ ਜਾਣਗੇ, ਇਹਨਾਂ ਦੇ ਘੜੇ ਭਰਦੇ ਨਜ਼ਰ ਆਉਣ, ਲੋਕਾਂ ਦੇ ਨੱਕ 'ਚ ਦਮ ਆਵੇ ਤੇ ਲੋਕੀ ਕਹਿਣ ਇਹਨਾਂ ਨੂੰ ਪਰੇ ਕਰਨਾ ਹੈ। ਹੁਣ ਅਸੀਂ ਬੰਦੇ ਬਣ ਕੇ ਅਕਲ ਕਰੀਏ, ਚੱਜ ਦੇ ਬੰਦਿਆਂ ਨੂੰ ਲਿਆਈਏ, ਆਪ ਚੱਜ ਦੇ ਬਣੀਏ, ਆਪ ਅਕਲ ਵਾਲੇ ਬਣੀਏ। ਇੱਕ ਗੱਲ ਹੋਰ ਸਾਨੂੰ ਚੇਤਾ ਰੱਖਣੀ ਚਾਹੀਦੀ ਹੈ, ਜੇ ਅਸੀਂ ਇਹ ਮੰਨਦੇ ਹਾਂ ਕਿ ਫਲਾਣੀ ਕੰਟਰੀ ਦੀ ਸਰਕਾਰ ਬਹੁਤ ਚੰਗੀ ਹੈ, ਮੰਨਦੇ ਆ ਨਾ, ਇੰਡੀਆ 'ਚ ਇਹ ਮੰਨਦੇ ਨੇ ਨਾ ਵੀ ਅਮਰੀਕਾ ਦੀ ਸਰਕਾਰ, ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨਾਲੋਂ, ਤੇ ਇਹ ਵੀ ਮੰਨਣਾ ਪੈਣਾ ਉਹ ਲੋਕ ਵੀ ਸਾਡੇ ਨਾਲੋਂ, ਤਾਂ ਹੀ ਉਹਨਾਂ ਨੇ ਚੰਗੇ ਲੋਕ ਚੁਣੇ ਆ। ਇਹ ਵੀ ਤਾਂ ਮੰਨਣਾ ਪੈਣਾ ਨਾ। ਇਹ ਥੋੜਾ ਕਹਿ ਸਕਦੇ ਆ ਇਕੱਲੇ ਵੀ ਸਰਕਾਰ ਮਾੜੀ ਹੈ, ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਸਰਕਾਰ ਮਾੜੀ ਹੈ, ਅਸੀਂ ਚੰਗੇ, ਇਹ ਨਹੀਂ ਕਹਿ ਸਕਦੇ। ਜੇ ਤੁਸੀਂ ਕਹਿੰਦੇ ਆ ਇੰਡੀਆ ਨਾਲੋਂ ਬਾਹਰਲੀਆਂ ਸਰਕਾਰਾਂ ਚੰਗੀਆਂ ਨੇ, ਤੇ ਇਹ ਵੀ ਮੰਨੋ ਕਿ ਉਹ ਲੋਕ ਵੀ ਸਾਡੇ ਇੰਡੀਆ ਦੇ ਲੋਕਾਂ ਨਾਲੋਂ ਚੰਗੇ ਹੋਣਗੇ। ਉਹਨਾਂ ਨੇ ਚੁਣੇ ਆ, ਉਹਨਾਂ ਨੇ ਲਿਆਂਦੇ ਆ। ਤੇ ਕੋਈ ਗੱਲ ਨਹੀਂ, ਇੱਦਾਂ ਮੰਨੋ ਵੀ ਕਈ ਵਾਰੀ ਨੱਕ 'ਚ ਦਮ ਨਹੀਂ ਨਾ ਆਉਂਦਾ ਜਿੰਨਾ ਚਿਰ ਬੰਦਾ, ਫਿਰ ਉਹਨਾਂ ਚਿਰ ਸੁਧਰਦਾ ਵੀ ਨਹੀਂ। ਕਈ ਚੀਜ਼ਾਂ ਜਿਹੜੀਆਂ ਆਉਂਦੀਆਂ, ਇਹਦਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੀ ਹੋਵੇ, ਭਲਾ ਹੀ ਹੋਵੇ, ਕੁਛ ਨਾ ਕੁਛ ਇਹਦੇ 'ਚੋਂ ਅਸੀਂ ਪੋਜ਼ਿਟਿਵ ਰਹਿ ਕੇ ਸੋਚੀਏ। ਬਾਕੀ ਹਾਲਾਤ ਜਿੱਦਾਂ ਦੇ ਆਲੇ ਦੁਆਲੇ ਚੱਲ ਰਹੇ ਹੈ, ਤੁਹਾਨੂੰ ਪਤਾ ਹੈ, ਆਪਣੇ ਆਪ ਨੂੰ ਸਟਰੋਂਗ ਰੱਖੀਏ, ਕਾਇਮ ਰੱਖੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ। ਦੁੱਖ ਵੀ ਆਏ, ਸੁੱਖ ਵੀ ਆਏ ਹੈ, ਬੜੇ ਆਏ ਹੈ ਤੇ ਆਉਣਗੇ। ਤਕਲੀਫਾਂ ਆਉਣਗੀਆਂ। ਜੇ ਮਾਂ ਬੱਚੇ ਨੂੰ ਜੰਮਣ ਦਾ ਦੁੱਖ ਨਾ ਝੱਲੇ ਤੇ ਚੰਨ ਵਰਗੇ ਪੁੱਤ ਜਾਂ ਧੀ ਦਾ ਚਿਹਰਾ ਕਿਵੇਂ ਵੇਖੇਗੀ? ਦੁੱਖ 'ਚੋਂ ਲੰਘਦੀ ਹੈ ਤੇ ਤਾਂ ਹੀ ਵੇਖਦੀ ਹੈ ਨਾ। ਤਕਲੀਫ ਕਿੰਨੀ ਝੱਲਦੀ ਹੈ, ਪਰ ਬੱਚੇ ਦਾ ਚਿਹਰਾ ਵੇਖ ਕੇ ਉਹਨੂੰ ਦਰਦਾਂ ਹੀ ਭੁੱਲ ਜਾਂਦੀਆਂ ਸਾਰੀਆਂ, ਖੁਸ਼ ਹੋ ਜਾਂਦੀ ਹੈ। ਇਸੇ ਤਰ੍ਹਾਂ ਦੁੱਖ ਦੇ ਵਿੱਚੋਂ ਲੰਘ ਕੇ ਹੀ ਸੁੱਖ ਆਉਣਾ ਹੁੰਦਾ, ਮੁਸ਼ਕਿਲਾਂ ਦੇ ਵਿੱਚੋਂ ਹੀ ਸੁੱਖ ਆਉਣਾ ਹੁੰਦਾ। ਬੜੀਆਂ ਪ੍ਰੋਬਲਮਾਂ ਕਾ ਚੱਲ ਕੇ ਬੰਦਾ ਪਹੁੰਚਦਾ। ਜਿੰਨੇ ਘਰ ਘੁਰ ਬਣੇ ਨਾ, ਇਹ ਸਾਰੇ ਜਿੰਨੇ ਹੈ, ਇਹਨਾਂ ਨੇ ਬਹੁਤ ਘਾਲਣਾ ਘਾਲ ਕੇ, ਕੋਈ ਟਰੱਕ ਚਲਾ ਕੇ, ਕੋਈ ਕਿਤੇ, ਫਿਰ ਜਾ ਕੇ ਮਾੜਾ ਮੋਟਾ ਬੰਦਾ ਕਿਸੇ ਗੱਦੇ ਤੇ ਪੈਂਦਾ ਨਾ। ਅਸੀਂ ਕਹਿ ਦਿੰਦੇ ਹਾਂ ਪੋਲੇ ਗੱਦਿਆਂ ਤੇ ਪੈਂਦਾ, ਪੋਲੇ ਆ ਸੋਹਣੇ ਗੀਜ਼ਰ ਲੱਗੇ ਆ, ਗਰਮ ਪਾਣੀ, ਠੰਡਾ ਪਾਣੀ, ਆ ਲਾਈਟਾਂ, ਇਹ ਸਾਰਾ ਕੁਝ ਜਿਹੜਾ ਹੈ ਨਾ, ਇਹ ਬੜੀ ਮਿਹਨਤ ਦੇ ਦੁੱਖ ਦੇ ਵਿੱਚੋਂ ਹੀ ਚੱਲ ਕੇ ਫਿਰ ਸੁੱਖ ਆਉਂਦਾ। ਤਾਂ ਹੀ ਆਉਂਦਾ ਨਾ ਸਾਰਾ ਕੁਝ, ਬੰਦਾ ਤਕਲੀਫਾਂ ਨਾਲ ਹੀ ਬਣਾਉਂਦਾ ਨਾ ਸਾਰਾ ਕੁਝ। ਦੁੱਖ ਤੇ ਸੁੱਖ ਇਹ ਇਕੱਠਾ ਹੀ ਚੱਲਦਾ,
ਇੱਕ ਸਿਰਾ ਦੁੱਖ ਹੈ। ਵੈਸੇ ਤੇ ਜੇ ਆਪਾਂ ਇਹਨੂੰ ਹੋਰ ਡੂੰਘਾ ਵਿਚਾਰੀਏ ਨਾ, ਦੁੱਖ ਤੇ ਸੁੱਖ ਕੋਈ ਚੀਜ਼ ਨਹੀਂ ਹੁੰਦਾ, ਇੱਕੋ ਹੀ ਚੀਜ਼ ਹੈ, ਇੱਕੋ ਹੀ ਰੱਸੀ ਹੈ। ਇੱਕ ਆ ਸਿਰਾ ਹੈ, ਇੱਕ ਆ ਸਿਰਾ, ਇੱਕੋ ਹੀ ਪਹਿਲੂ ਦੋ ਹੈ, ਇੱਕੋ ਸਿੱਕੇ ਦੇ ਦੋ ਪਹਿਲੂ ਹੈ, ਦੋ ਰੂਪ ਹੈ, ਇੱਕ ਦੁੱਖ ਇੱਕ ਸੁੱਖ ਹੈ, ਇੱਕ ਹੀ ਚੀਜ਼ ਹੈ। ਦੁੱਖ ਸੁੱਖ ਉੱਦਾਂ ਨਹੀਂ ਹੁੰਦਾ, ਉੱਦਾਂ ਨਹੀਂ ਹੁੰਦਾ, ਕਿਉਂਕਿ ਇੱਕ ਸਿਰਾ ਹੈ। ਇਸ ਚੀਜ਼ ਦਾ ਆ ਸਿਰਾ ਦੁੱਖ ਹੈ, ਆ ਸਿਰਾ ਸੁੱਖ ਹੈ। ਦੁੱਖ ਸੁੱਖ ਇਕੱਠਾ ਹੀ ਹੈ। ਜਿਵੇਂ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ, ਸਰੀਰ ਜਵਾਨ ਹੈ ਤੇ ਸੁੱਖ ਹੈ ਨਾ, ਤੇ ਇਹਦਾ ਅਗਲਾ ਸਿਰਾ ਕਿਹੜਾ? ਬੁਢੇਪਾ, ਤੇ ਬੁਢੇਪੇ ਵਿੱਚ ਦੁੱਖ ਵੀ ਆਉਣਾ। ਮਤਲਬ ਸਿਰਾ ਹੈ ਇੱਕ, ਦੁੱਖ ਤੇ ਸੁੱਖ ਇਕੱਠੇ ਹੀ ਨੇ। ਤਾਂ ਹੀ ਮਹਾਰਾਜ ਨੇ ਕਿਹਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਦੁੱਖ ਤੇ ਸੁੱਖ ਹੈ ਨਾ ਜਿਹੜਾ, ਇਹ ਦੋਵੇਂ ਜ਼ਿੰਦਗੀ 'ਚ ਚੱਲਦੇ ਰਹਿੰਦੇ ਆ, ਤੇ ਤੁਹਾਨੂੰ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ, ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਹੀ ਰੱਖਣਾ ਪੈਣਾ। ਇਸ ਕਰਕੇ ਪਾਣੀ ਥੋੜਾ ਚਾਹੇ ਜ਼ਿਆਦਾ, ਤੈਰਨਾ ਸਿੱਖ ਲਓ। ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਅੱਜ ਕੇ ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਪੜੋ, ਜ਼ਿੰਦਗੀ ਦੁੱਖਾਂ ਵਾਲਾ ਡਰ ਲੈ ਗਿਆ। ਚੱਜ ਜ਼ਿੰਦਗੀ ਜਿਉਣ ਵਾਲਾ, ਉਹ ਚੱਜ ਜ਼ਿੰਦਗੀ, ਉਹ ਚੱਜ ਜ਼ਿੰਦਗੀ ਜਿਉਣ ਵਾਲਾ ਆਇਆ, ਦੁੱਖਾਂ ਵਾਲਾ ਡਰ ਲੈ ਗਿਆ। ਚੱਜ ਜ਼ਿੰਦਗੀ, ਉਹ ਚੱਜ ਜ਼ਿੰਦਗੀ, ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਜ਼ਿੰਦਗੀ ਜਿਉਣ ਵਾਲਾ ਆ ਗਿਆ, ਦੁੱਖਾਂ ਵਾਲਾ ਡਰ ਲੈ ਗਿਆ। ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ,
ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਇਹ ਕਹਿੰਦਾ ਸਮਾਪਤੀ ਕਰ ਦਿਓ, ਟਾਈਮ ਜ਼ਿਆਦਾ ਹੋ ਗਿਆ, ਇਦਾਂ ਹੀ ਲੱਗਦਾ। ਇਸ ਕਰਕੇ ਹੁਣ ਆਓ, 2 ਘੰਟੇ ਹੋ ਚੱਲੇ ਐ, 10 ਕੁ ਮਿੰਟ ਰਹਿ ਗਏ ਐ। ਸਭ ਦਾ ਧੰਨਵਾਦ ਜਿੰਨੇ ਕਿ ਤੁਸੀਂ ਵੀਰ ਭਰਾ ਭੈਣਾਂ ਆਏ ਐ। ਸਰਦਾਰ ਜਸਵੀਰ ਸਿੰਘ ਹੋਣੀ ਜਿਨ੍ਹਾਂ ਦੇ ਘਰ ਆਪਾਂ ਆਏ ਹਾਂ, ਤੇ ਇਸੇ ਤਰ੍ਹਾਂ ਦਲਵੀਰ ਸਿੰਘ ਇਹਨਾਂ ਦਾ ਬੇਟਾ ਹੈ ਤੇ ਸਾਰਾ ਪਰਿਵਾਰ, ਤੇ ਨਾਲ ਜਿਹੜੀ ਬੱਚੀ ਹੈ ਜਸਵੀਰ ਸਿੰਘ ਦੇ ਘਰੋਂ ਹੈ, ਹਾਂ, ਤੇ ਉਹ ਵੀ ਬੱਚੇ ਸਾਰੇ ਜਿਹੜੇ ਪਿਆਰ ਵਾਲੇ ਹੈ। ਇਹਨਾਂ ਦੇ ਪੇਕੇ ਸਹੁਰੇ ਸਭ ਬੜੇ ਸਾਲਾਂ ਤੋਂ ਜੁੜੇ ਹੋਏ ਹੈ, ਪਿਆਰ ਕਰਦੇ ਹੈ। ਚਲੋ ਆਪਾਂ ਲਾਈਵ ਪ੍ਰੋਗਰਾਮ ਕਰ ਲਿਆ, ਖੁੱਲ੍ਹਾ ਘਰ ਸੀ, ਰਲ ਮਿਲ ਕੇ ਬੈਠ ਕੇ ਕੀਰਤਨ ਵੀ ਕਰ ਲਿਆ। ਕੋਵਿਡ ਕਰਕੇ ਵੈਸੇ ਵੀ ਗੁਰਦੁਆਰਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਪਿਛਲੇ ਸਾਲ ਕੁ ਤੋਂ ਜਾਇਆ ਹੀ ਨਹੀਂ ਗਿਆ, ਬਹੁਤ ਘੱਟ ਜਾਂਦੇ ਆ। ਹੁਣ ਵੀ ਜਿਹੜੇ ਜਾਂਦੇ ਆ ਡਰਦੇ ਜਾਂਦੇ ਆ, ਤੇ ਇਸ ਕਰਕੇ ਰਲ ਮਿਲ ਕੇ ਹਾਜ਼ਰੀ ਭਰ ਲਈ। ਘਰਾਂ 'ਚ ਬੈਠ ਕੇ ਜ਼ਰੂਰ ਪ੍ਰੋਗਰਾਮ ਸੁਣ ਲਿਆ ਕਰੋ, ਜਿੰਨਾ ਕੋਲ ਟਾਈਮ ਹੁੰਦਾ ਹੈ ਥੋੜ੍ਹਾ ਬਹੁਤ ਸਮਾਂ ਕੱਢ ਕੇ, ਤੇ ਕੀਰਤਨ ਕਰਦੇ ਰਿਹਾ ਹੁੰਦਾ ਹੀ ਹੈ, ਲਾਈਵ ਪ੍ਰੋਗਰਾਮ ਸੁਣਦੇ ਰਹਿਣਾ। ਇੰਡੀਆ ਦੀਆਂ ਫਲਾਈਟਾਂ ਬੰਦ ਹੋ ਗਈਆਂ ਨੇ, ਅਜੇ ਨਹੀਂ ਪਤਾ ਵੀ ਕਿੱਦਾਂ ਬਣਨੀ ਹੈ। ਵੈਸੇ 13 ਤਰੀਕ ਦੀ ਮੇਰੀ ਇੰਡੀਆ ਦੀ ਵਾਪਸੀ ਹੈ, ਪਰ ਹੁਣ ਅਜੇ ਪਤਾ ਨਹੀਂ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਗੇ, ਕਿਉਂਕਿ ਇੰਨਾ ਚਿਰ ਇੰਡੀਆ ਤੋਂ ਬਾਹਰ ਮੈਂ ਕਦੇ ਰਿਹਾ ਵੀ ਨਹੀਂ, ਜਾਂ ਇਹ ਵੀ ਕਹਿ ਲਓ ਮਨ ਵੀ ਕਈ ਵਾਰੀ ਨਹੀਂ ਲੱਗਦਾ, ਕਿਉਂਕਿ ਤੁਹਾਡਾ ਇੱਕ ਬਣਿਆ ਹੁੰਦਾ ਨਾ ਸਿਸਟਮ, ਆਪਣੇ ਘਰ ਦਾ ਮਾਹੌਲ ਬਣਿਆ ਹੁੰਦਾ ਹੈ, ਰਹਿਣ ਸਹਿਣ ਤੁਹਾਡਾ ਸੈੱਟ ਹੋਇਆ ਹੁੰਦਾ ਹੈ। ਇੱਥੇ ਤੇ ਬੈਗ ਜੇ ਚੱਕੀ ਫਿਰਦੇ ਆ, 2 ਦਿਨ ਸੈਟਿੰਗ ਜੀ ਹੁੰਦੀ, ਤੀਜੇ ਦਿਨ ਕਿਤੇ ਹੋਰ ਜਾਣਾ ਪੈਂਦਾ, ਉਹਨੇ ਨੂੰ ਉਹਦਾ ਹਿਸਾਬ ਜਿਹਾ ਆਉਂਦਾ। ਕਈ ਵਾਰੀ ਰਾਤ ਨੂੰ ਉੱਠ ਕੇ ਜੇ ਕਿਤੇ ਨਾ, ਮੇਰੇ ਨਾਲ ਇੱਦਾਂ ਬਣੀ ਹੈ ਕਈ ਵਾਰੀ ਵੀ ਉੱਠ ਕੇ ਰਾਤ ਵੇਲੇ ਜੇ ਬਾਥਰੂਮ ਵਗੈਰਾ ਜਾਣਾ ਹੈ ਤੇ ਉਹ ਹੋਰ ਹੀ ਪਾਸੇ ਵੜ ਜੀਦਾ, ਕਿਉਂਕਿ ਹੁਣ ਪਹਿਲੇ ਘਰ ਗਏ ਸੀ ਉਹਨਾਂ ਦਾ ਡਰੈਸਿੰਗ ਇੱਧਰ ਨੂੰ ਹੈ, ਜਿਹੜਾ ਸਮਾਨ ਰੱਖਣ ਵਾਲਾ ਕੀ ਹੁੰਦਾ ਜਿਹਦੇ 'ਚ ਕੱਪੜੇ ਲੀੜੇ ਰੱਖ ਹੈ, ਕਲੋਜਟ ਇੱਧਰ ਹੁੰਦਾ ਹੈ, ਤੇ ਦੂਜਾ ਵਾਸ਼ਰੂਮ ਇੱਧਰ ਨੂੰ ਹੁੰਦਾ ਕਈਆਂ ਦੇ ਘਰ 'ਚ। ਅਗਲੇ ਘਰ ਦੇ ਵਿੱਚ ਕਲੋਜਟ ਇੱਧਰ ਨੂੰ ਹੁੰਦਾ, ਵਾਸ਼ਰੂਮ ਇੱਧਰ ਨੂੰ ਹੁੰਦਾ। ਹੁਣ ਬੰਦਾ ਸੁੱਤਾ ਪਿਆ, ਉੱਠੇ ਲਾਈਟ ਹੋਵੇ ਬੰਦ, ਉਹ ਦੂਜੇ ਪਾਸੇ ਨੂੰ ਵੜ ਜਾਂਦਾ, ਉਹ ਹੋਵੇ ਤੇ ਹੋਰ ਹੀ ਪਾਸੇ ਆ ਗਏ, ਉਹ ਤਾਂ ਫਿਰ ਦੂਜੇ ਪਾਸੇ ਨੂੰ ਮੁੜਦਾ ਹੈ ਵੀ ਇਹ ਤੇ ਆਪਾਂ ਹੋਰ ਹੀ ਪਾਸੇ ਆ ਵੜੇ। ਉਹਨੇ ਨੂੰ ਹੁਣ 2 ਦਿਨਾਂ 'ਚ ਪਤਾ ਲੱਗਦਾ, ਉਹਨਾਂ ਨੂੰ ਥਾਂ ਬਦਲ ਜਾਂਦੀ। ਤੇ ਆਪਣੇ ਘਰ ਦਾ ਜਿਹੜਾ ਬਣਿਆ ਹੁੰਦਾ ਸਿਸਟਮ, ਮਾਹੌਲ ਬਣਿਆ ਹੁੰਦਾ, ਬੰਦਾ ਉੱਦਾਂ ਰਹੀ ਜਾਂਦਾ। ਸੋ ਇਸ ਕਰਕੇ ਲਾਈਵ ਪ੍ਰੋਗਰਾਮ ਜ਼ਰੂਰ ਸੁਣਦੇ ਰਹਿਣਾ, ਕਿਉਂਕਿ ਜਿਹੜੇ ਬੰਦੇ ਲਗਾਤਾਰ ਸੁਣਿਆ ਨਾ ਜਿਨ੍ਹਾਂ ਨੇ, ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਵੀ ਅਸੀਂ ਗੁਰੂ ਸਾਹਿਬ ਨੂੰ ਗਲਤ ਕੀ ਬੋਲਦੇ ਹਾਂ ਜਾਂ ਆਪਾਂ ਮਾੜੀ ਗੱਲ ਕੀ ਕਹਿੰਦੇ ਹਾਂ। ਜਿਨ੍ਹਾਂ ਨੇ ਸੁਣਿਆ ਨਹੀਂ ਹੁੰਦਾ ਉਹਨਾਂ ਨੂੰ ਲੋਕ ਸੁਣਾਉਂਦੇ ਆ, ਕੱਟ ਵੱਢ ਕਰਕੇ, ਸਾਰੀਆਂ ਗੱਲਾਂ ਨਹੀਂ ਨਾ ਦੱਸਦੇ। ਪਰ ਜਿਹੜੇ ਬੰਦੇ ਲਗਾਤਾਰ ਸੁਣਦੇ ਰਹੇ ਆ ਪਿਛਲੇ 2-3 ਸਾਲਾਂ ਤੋਂ, ਜਿਨ੍ਹਾਂ ਨੇ ਘੋਖ ਕੀਤੀ ਹੈ, ਇੱਕ ਇੱਕ ਚੀਜ਼ ਨੂੰ ਧਿਆਨ ਨਾਲ ਸੁਣਿਆ, ਧਿਆਨ ਨਾਲ ਸਮਝਿਆ, ਉਹ ਕਨਫਿਊਜ਼ ਨਹੀਂ ਹੁੰਦੇ, ਉਹਨਾਂ ਨੂੰ ਭੁਲੇਖਾ ਨਹੀਂ ਪੈਂਦਾ, ਉਹਨਾਂ ਨੂੰ ਸਾਰੀ ਗੱਲ ਦੀ ਸਮਝ ਹੁੰਦੀ ਹੈ ਵੀ ਕਿਹੜੀ ਗੱਲ ਹੈ, ਕਿੱਦਾਂ ਕਹੀ ਹੈ, ਕਿਵੇਂ ਕਹੀ ਹੈ। ਹੁਣ ਜਿਹੜਾ ਆਪਾਂ ਜਦੋਂ ਆਨ ਲੈ ਇਹਦੇ 'ਚੋਂ ਭਾਵੇਂ ਤੁਸੀਂ 10 ਗੱਲਾਂ ਕੱਟ ਲਓ, ਤੇ ਕੱਟ ਕੇ ਲੋਕਾਂ ਨੇ ਕਹਿਣਾ ਤੇ ਗੱਲਾਂ ਹੀ ਹੋਰ ਕਰਦੇ ਨੇ। ਪਰ ਜੇ ਬੰਦਾ ਧਿਆਨ ਨਾਲ ਸੁਣਦਾ ਫਿਰ ਕਲੀਅਰ ਹੋ ਜਾਂਦਾ, ਸਾਰੀ ਗੱਲ ਜਦੋਂ ਸੁਣੀਦੀ ਹੈ ਫਿਰ ਕਲੀਅਰ ਹੋ ਜਾਂਦਾ ਵੀ ਨਹੀਂ ਭਾਈ ਗੁਰਬਾਣੀ ਨਾਲ ਪਿਆਰ ਹੈ, ਗੁਰਬਾਣੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਕੇ ਹੀ ਸਾਡਾ ਭਲਾ ਹੋਣਾ ਹੈ, ਔਰ ਉਹਨਾਂ ਨੂੰ ਅਸੀਂ ਛੱਡਣਾ ਨਹੀਂ, ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ। ਸੋ ਸਾਰੀ ਸੰਗਤ ਦਾ ਧੰਨਵਾਦ, ਪਿਆਰ ਨਾਲ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਹੈ। ਤੇ ਇੱਥੇ ਤੁਹਾਡੇ ਅੱਜ ਜੋ ਪ੍ਰੋਗਰਾਮ ਇੰਡੀਅਨ ਐਪਲਸ ਵਿੱਚ ਆਉਣ ਦਾ ਪ੍ਰੋਗਰਾਮ ਬਣਿਆ ਹੈ, ਸਰਦਾਰ ਬਲਜੀਤ ਸਿੰਘ ਹੋਣਾ ਕਰਕੇ ਇਹਨਾਂ ਨਾਲ ਵੀ ਬਹੁਤ ਪਿਆਰ ਹੈ। ਅੱਜ ਮੈਂ ਹਰਪ੍ਰੀਤ ਸਿੰਘ ਹੋਣਾ ਦੇ ਗਿਆ, ਬਲਜੀਤ ਸਿੰਘ ਹੋਣੀ ਮੈਨੂੰ 15 ਸਾਲ ਹੋ ਗਏ ਇੱਥੇ ਆਉਂਦਿਆਂ, ਹੋ ਹੀ ਗਏ ਹੋਣਗੇ ਮੇਰਾ ਖਿਆਲ। ਪਹਿਲੀ ਵਾਰੀ 8 ਵਿੱਚ ਆਏ ਸੀ, ਮੈਨੂੰ ਲੱਗਦਾ 2008 ਦੇ ਵਿੱਚ ਆਏ ਸੀ, ਤੇ 10 ਸਾਲ ਹੋ ਗਏ, ਤੇ ਉੱਤੇ ਲੰਘ ਗਏ 3 ਸਾਲ, 13 ਸਾਲ ਹੋ ਗਏ। 13 ਸਾਲ ਤੋਂ ਆਪਾਂ ਘੱਟ ਤੋਂ ਘੱਟ 7-8 ਵਾਰੀ ਤੇ ਆਏ ਹੋਵਾਂਗੇ ਲਗਾਤਾਰ, ਕਿੰਨੇ ਸਾਲਾਂ ਤੋਂ ਆਏ, ਮਿਲੇ, ਬੈਠੇ, ਤੇ ਪਿਆਰ ਬਣਿਆ। ਜਿਹੜਾ ਦਾ ਬਣਿਆ ਉਹਨਾਂ ਦਾ ਬਣਿਆ ਹੀ ਹੈ, ਇੰਨੇ ਸਾਲਾਂ ਤੋਂ ਲੱਗੇ ਹੈ ਤੇ ਲੱਗੇ ਹੀ ਹੈ। ਜਿੱਥੇ ਮਨ ਖੜਾ ਹੁੰਦਾ ਤੇ ਆਪਣਤ ਵੀ ਹੁੰਦੀ ਹੈ, ਪਿਆਰ ਵੀ ਬਣ ਜਾਂਦਾ ਆਪਣਾ ਸਾਰਿਆਂ ਪਰਿਵਾਰਾਂ ਨਾਲ। ਆਪਣੇ ਘਰ ਦੇ ਲੱਗਦੇ ਹੈ, ਕਿਸੇ ਦੇ ਘਰ ਟੈਨਸ਼ਨ ਪੈਂਦੀ ਹੈ, ਅਗਲਾ ਫੋਨ ਕਰਦਾ ਭਾਈ ਸਾਹਿਬ ਤੰਗ ਮਾੜੀ ਮੋਟੀ ਗੱਲ ਹੋਈ ਹੈ, ਅਗਲੇ ਨਾਲੋਂ ਵੱਧ ਸਾਨੂੰ ਪਰੇਸ਼ਾਨੀ ਹੋ ਜਾਂਦੀ ਹੈ।
ਦੁੱਖ ਦੀ, ਸੁੱਖ ਦੀ, ਤਕਲੀਫ ਦੀ। ਇਲਾਜ ਭਾਵੇਂ ਨਾ ਕਰ ਸਕੀਏ ਪਰ ਦੁੱਖ ਵੰਡਾਇਆਂ ਤੇ ਘਟਦਾ ਹੈ। ਦੁੱਖ ਗੱਲ ਕਰੀਏ ਨਾ ਜਦੋਂ, ਤੇ ਹੌਸਲਾ ਤੇ ਦੇਈਦਾ ਹੀ ਨਾ, ਕਾਇਮ ਤੇ ਕਰੀਦਾ ਹੀ ਹੈ ਨਾ। ਹੌਸਪੀਟਲ 'ਚ ਪਏ ਨਾਲ ਵੀ ਗੱਲ ਕਰੋ ਤੇ ਕਾਇਮ ਕਰੀ ਦਿਓ, ਕਾਇਮ ਹੋ, ਕਿਧਰੇ ਨਹੀਂ ਮਰਨ ਲੱਗਾ। ਫਿਰ ਅਗਲਾ ਕਹਿੰਦਾ ਠੀਕ ਹੈ, ਨਹੀਂ ਮਰਦੇ ਜਿਹੜੇ ਹਿਸਾਬ ਨਾਲ ਕਹਿੰਦੇ ਤੁਸੀਂ। ਅਗਲਾ ਹੌਸਲਾ ਜਿਹਾ ਬੰਨ੍ਹ ਲੈਂਦਾ। ਅਤੇ ਇਹਦੇ ਨਾਲ ਕੀ ਫਰਕ ਪੈਂਦਾ? ਹੌਸਲਾ ਰੱਖਣਾ ਹੀ ਚਾਹੀਦਾ, ਮਨ ਕਾਇਮ ਹੀ ਰੱਖਣਾ ਚਾਹੀਦਾ। ਉਹਦੇ ਨਾਲ ਫਿਰ ਕੀ ਹੈ ਕਿ ਗੱਡੀ ਤੁਰਦੀ ਰਹਿੰਦੀ ਹੈ, ਬੰਦਾ ਕਾਇਮ ਰਹਿੰਦਾ। ਸੋ ਇਸ ਕਰਕੇ ਸਾਰਿਆਂ ਦਾ ਪਿਆਰ ਹੈ, ਰਲ ਮਿਲ ਕੇ ਆਪਾਂ ਸਾਰੇ, ਬਾਕੀ ਸਾਰਿਆਂ ਦਾ ਜਿਨ੍ਹਾਂ ਨੇ ਲਾਈਵ ਪ੍ਰੋਗਰਾਮ ਸੁਣਨਾ ਹੁੰਦਾ ਹੈ, ਸੁਣ ਰਹੇ ਹੈ, ਉਹਨਾਂ ਦਾ ਵੀ ਸਭ ਦਾ ਧੰਨਵਾਦ ਹੈ। ਪਿਆਰ ਨਾਲ ਹੁਣ ਆਪਾਂ ਪੜ੍ਹੀਏ ਆਨੰਦ ਸਾਹਿਬ, ਫਿਰ ਅਰਦਾਸ 'ਚ ਜੁੜ ਲੈਂਦੇ ਹਾਂ, ਫਿਰ ਹੁਕਮ ਆਪਣਾ ਮਾਫ ਕਰਨਾ, ਫਿਰ ਆਪਾਂ ਸਾਰੇ ਆਨੰਦ ਸਾਹਿਬ ਪੜ੍ਹ ਲਈਏ, ਫਿਰ ਇੱਦਾਂ ਹੀ ਰਲ ਮਿਲ ਕੇ ਸਾਰਿਆਂ ਨੇ ਜਲ ਪਾਣੀ ਛਕ ਕੇ ਫਿਰ ਆਪ ਜੀ ਨੇ ਘਰੋਂ ਘਰੀ ਚਾਲਾ ਪਾਉਣਾ। ਬਾਕੀ ਕੇਅਰਫੁਲ ਰਹੋ, ਕੋਵਿਡ ਨੂੰ ਇੰਨਾ ਵੀ ਲਾਈਟਲੀ ਨਾ ਲਓ ਤੇ ਉਹਦਾ ਧਿਆਨ ਹੀ ਰੱਖਣ ਦੀ ਲੋੜ ਹੈ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਜ ਸਭ ਸਵਾਰਨਾ। ਕਮਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਸਾਰੇ। ਪੜੋ ਪੜੋ ਪੜੋ। ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਨਹੀਂ ਘਰ ਤੇਰੇ, ਘਰ ਤੇਰਾ ਸਭ ਕਿਛ ਹੈ, ਜਿਸ ਨੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ। ਨਾਮ ਆਧਾਰੋ ਸਤਿਨਾਮ ਆਧਾਰ, ਮੇਰਾ ਜਿਨ ਭੁੱਖਾ ਸਭ ਗਵਾਈਆਂ। ਹਰ ਸਾਥ ਸੁਖ ਬਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਏ ਵਡਿਆਈਆਂ। ਐ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਧਾਰੋ ਆਗੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਕਿਸ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਗੇ। ਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ, ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਹਾਂ ਸੰਤ ਸਾਧਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ, ਵਿੱਚ ਸਤਿਗੁਰ ਰਹਿਆ ਭਰਪੂਰੇ। ਲਾਗੇ ਬਾਜੇ ਅਨਹਦ ਤੂਰੇ। ਰਾਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹੱਤ। ਹਾਂ ਜਿਨ ਸੇ ਰਾਗ ਗੋਦਾਈ ਕਾਲਾ, ਫੁੱਲੇ ਸਗਲ ਜਗਤ। ਅਗਿਆਈਆਂ ਬੁਰਾਈਆਂ ਵਾਜੇ ਧਮ ਹਦੂਰ। ਧਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਧਾਰ। ਨਾਨਕ ਤੇ ਮੁਖੀ ਦਿਲੇ, ਜਿਤੇ ਛੁੱਟੀ ਨਾਲ। ਜਿਨ
ਸਕਤ ਕਾਲ। ਨਾਨਕ ਤੇ ਬਖੀ ਉਤਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਹੈ ਸਕਤ ਕਾਲ। ਨਾਨਕ ਤੇ ਬਖੀ ਉਤਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।